ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਦੇ ਚਰਨਾਂ ਦੇ ਵਿੱਚ ਹਾਜ਼ਰ ਹਾਂ ਜੀ। ਮੈਂ ਹਰਜਿੰਦਰ ਤੇ ਅੱਜ ਆਪਣੇ ਨਾਲ ਜੁੜ ਰਹੇ ਜੀ ਭਿੰਦਰ ਭਾਜੀ। ਆਪਾਂ ਗੱਲ ਕਰਨੀ ਹੈ ਜੀ RSS ਤੇ ਅਮਰੀਕਾ ਦੇ ਸਿੱਖ, ਜਾਣੀ ਕਿ RSS ਕੀ ਕਰਦੀ ਅਮਰੀਕਾ ਦੇ ਵਿੱਚ ਤੇ ਸਿੱਖ ਕੀ ਕਰਦੇ ਅਮਰੀਕਾ ਦੇ ਵਿੱਚ, ਅਮਰੀਕਨ ਸਿੱਖਾਂ ਦੇ ਬਾਰੇ ਤੇ RSS ਦੇ ਬਾਰੇ ਮੇਨ ਗੱਲ ਹੋਊਗੀ। ਤੇ ਪਰ ਨਾਲ ਜਦੋਂ ਦੋਨਾਂ ਕਮਿਊਨਿਟੀਆਂ ਦੀ ਗੱਲ ਹੋਣੀ ਹੈ ਤੇ ਦੋਨੇ ਕਮਿਊਨਿਟੀਆਂ ਇਕੱਠੀਆਂ ਹੀ ਨੇ, ਇੰਡੀਆ ਦੇ ਵਿੱਚ ਵੀ ਤੇ ਬਾਹਰ ਵੀ, ਹਰੇਕ ਹੀ ਕੰਟਰੀ ਦੇ ਵਿੱਚ ਹੋਣੀਆਂ ਮੇਰੇ ਖਿਆਲ 'ਚ, ਕਿਉਂਕਿ ਜਿੱਥੇ ਇੰਡੀਅਨ ਨੇ ਜਾਣਾ ਤੇ ਉੱਥੇ ਹੀ RSS ਨੇ ਜਾਣਾ, ਤੇ ਜਿੱਥੇ ਇੰਡੀਅਨ ਨੇ ਜਾਣਾ ਉੱਥੇ ਹੀ ਸਿੱਖਾਂ ਨੇ ਜਾਣਾ। ਸਿੱਖ ਤਾਂ ਪਹਿਲਾਂ ਹਾਜ਼ਰ ਆ। ਸਾਡੀ ਤਾਂ ਕਹਾਵਤ ਬਣੀ ਆ, ਕਹਿੰਦੇ ਆਲੂ ਤੇ ਪੰਜਾਬੀ ਜਿੱਥੇ ਮਰਜ਼ੀ ਜਾਓ ਉੱਥੇ ਹੀ ਮਿਲ ਜਾਣਗੇ। ਅਸੀਂ ਤਾਂ ਹਾਜ਼ਰ ਹੋਣਾ ਹੀ ਹੋਣਾ। ਤੇ ਜੀ ਆਪਾਂ 10 ਮਿੰਟ 15 ਮਿੰਟ ਥੋੜ੍ਹੀਆਂ ਜਿਹੀਆਂ ਐਡਾਂ ਸੁਣ ਲਈਏ। ਬਾਅਦ ਦੇ ਵਿੱਚ ਐਡਾਂ ਮੇਰੀਆਂ ਰਹਿ ਜਾਂਦੀਆਂ ਨੇ, ਮੇਰੇ ਤੋਂ ਐਡਾਂ ਪਲੇ ਨਹੀਂ ਹੁੰਦੀਆਂ। ਤੇ ਆਪਾਂ ਪਹਿਲਾਂ ਐਡਾਂ ਸੁਣਦੇ ਹਾਂ ਤੇ ਫਿਰ ਆਪਾਂ ਜੋੜਦੇ ਹਾਂ ਭਾਈ ਸਾਹਿਬ ਜੀ ਨੂੰ ਤੇ ਉਹ ਗੱਲਬਾਤ ਦੱਸਣਗੇ ਜੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਸਾਰੀ ਦੁਨੀਆ 'ਚ ਇੱਕੋ ਦਿਨ ਖਾਲਸਾ ਸਾਜਨਾ ਦਿਵਸ ਮੌਕੇ ਭਾਵ ਵਿਸਾਖੀ ਦੇ ਮੌਕੇ ਹੈਲਪ ਟੂ ਸਰਵ ਨੂੰ ਮੁੱਖ ਰੱਖਦਿਆਂ ਵਿਸਾਖੀ ਦਾ ਲੰਗਰ ਲਾਈਏ। ਇੱਕ ਦੂਜੇ ਨੂੰ ਵੇਖ ਕੇ ਵੱਧ ਚੜ ਕੇ ਇਹ ਲੰਗਰ ਲੱਗਣਾ ਚਾਹੀਦਾ ਤਾਂ ਜੋ ਦੁਨੀਆ ਦਾ ਮੀਡੀਆ ਇਸ ਨੂੰ ਜ਼ਰੂਰ ਕਵਰ ਕਰੇ। ਜਦੋਂ ਕਰੋੜਾਂ ਥਾਵਾਂ ਤੇ ਲੰਗਰ ਹੋਵੇਗਾ ਤਾਂ ਮੀਡੀਆ ਜ਼ਰੂਰ ਕਵਰ ਕਰੇਗਾ ਤੇ ਇਸ ਦੇ ਨਾਲ ਹੀ ਦੁਨੀਆ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੋਰ ਵਧੇਗਾ। ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਨੂੰ ਘਰ ਘਰ ਪਹੁੰਚਾਉਣ ਦੇ ਵਿੱਚ ਯੋਗਦਾਨ ਪਾਓ ਤੇ ਥਾਂ ਥਾਂ ਲੰਗਰ ਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਏ ਹਾਏ ਵੇ ਜੀਤ, ਅੱਜ ਜਦੋਂ ਦਾ ਪਤਾ ਲੱਗਿਆ ਤੇਰੇ ਘਰ ਚੋਰੀ ਹੋ ਗਈ, ਸੌ ਗਊ ਦੀ ਮੇਰੇ ਅੰਦਰ ਤਾਂ ਅੰਨ ਦਾ ਦਾਣਾ ਨਹੀਂ ਲੰਘਿਆ। ਨੀ ਕੀ ਦੱਸਾਂ ਦੇਬੋ, ਡੱਕਾ ਨਹੀਂ ਛੱਡਿਆ ਪਤੰਦਰਾਂ ਨੇ, ਉਹ ਸਾਰਾ ਘਰ ਹੀ ਹੁੰਜ ਕੇ ਲੈ ਗਏ। ਵੇ ਜੀਤ ਐਂ ਦੱਸ, ਤੂੰ ਭਲਾ ਘਰ ਦੀ ਇੰਸ਼ੋਰੈਂਸ ਕਰਵਾਈ ਸੀ ਕਿ ਨਹੀਂ? ਨੀ ਦੇਬੋ, ਇੱਥੋਂ ਹੀ ਤਾਂ ਮੈਂ ਮਾਰ ਖਾ ਗਿਆ। ਮਾੜੇ ਤੇ ਝੂਠੇ ਏਜੰਟ ਤੋਂ ਇੰਸ਼ੋਰੈਂਸ ਕਰਵਾ ਬੈਠਾ, ਹੁਣ ਕਹਿੰਦੇ ਸਾਰੇ ਸਮਾਨ ਦੀ ਕਵਰੇਜ ਹੈ ਨਹੀਂ। ਵੇ ਇਹਦੇ ਨਾਲੋਂ ਤਾਂ ਚੰਗਾ ਸੀ ਤੂੰ ਹਾਕਮ ਸਿੰਘ ਢਿੱਲੋਂ ਤੋਂ ਇੰਸ਼ੋਰੈਂਸ ਕਰਵਾ ਲੈਂਦਾ, ਇੱਕ ਇੱਕ ਚੀਜ਼ ਦਾ ਕਲੇਮ ਮਿਲ ਜਾਣਾ ਸੀ। ਜੀ ਹਾਂ, ਹਾਕਮ ਸਿੰਘ ਢਿੱਲੋਂ ਹੁਣ ਇੱਕ ਇੰਡੀਪੈਂਡੈਂਟ ਇੰਸ਼ੋਰੈਂਸ ਬ੍ਰੋਕਰ ਨੇ। ਸੰਪਰਕ ਲਈ ਡਾਇਲ ਕਰੋ 5592712193 5592712193। ਨੀ ਵਾਗਰੂ ਵਾਗਰੂ। ਇੰਡੀਅਨ ਗਰੋਸਰੀ ਲੈਣ ਲਈ ਤੁਸੀਂ ਜਾਓ 99 ਅਤੇ ਸ਼ਾਹ ਦੇ ਕਾਰਨਰ 'ਤੇ, ਜਿੱਥੇ ਮੰਗਲਵਾਰ ਤੇ ਸ਼ੁੱਕਰਵਾਰ ਤਾਜ਼ੀਆਂ ਸਬਜ਼ੀਆਂ ਆਉਂਦੀਆਂ ਹਨ। ਬਿਨਾਂ ਆਂਡੇ ਪੇਸਟਰੀਆਂ, ਪੈਟੀਜ਼, ਵਿਆਹ ਸ਼ਾਦੀਆਂ ਲਈ 50 ਤਰ੍ਹਾਂ ਦੀਆਂ ਮਠਿਆਈਆਂ ਜਾਣੀ ਕਿ ਸਵੀਟ, ਗਿਫਟ ਪੈਕਿੰਗ ਕਰਕੇ ਪੂਰੇ ਕੈਲੀਫੋਰਨੀਆ 'ਚ ਅਗਲੇ ਦਿਨ ਪਹੁੰਚਾਉਣ ਦਾ ਪ੍ਰਬੰਧ ਹੈ। ਨਮਕੀਨ ਵੀ ਮਿਲਦਾ। ਕਿੱਟੀ ਪਾਰਟੀ ਲਈ ਕੇਟਰਿੰਗ ਤੇ ਟਰੱਕਰ ਵੀਰਾਂ ਲਈ ਤਾਜ਼ੀ ਰੋਟੀ ਸਬਜ਼ੀ, ਇੰਡੀਆ ਤੋਂ ਬਣੀ ਹੋਈ ਟੌਪ ਕੰਪਨੀ ਦੀ ਆਈਸਕ੍ਰੀਮ ਇੱਥੇ ਮਿਲਦੀ ਹੈ। ਸੂਟਕੇਸ, ਬਲੈਂਕਟ ਜਾਣੀ ਕਿ ਕੰਬਲ ਤੇ ਟੈਚੀ ਅਤੇ ਦਸਤਾਰਾਂ ਤੇ ਰੁਮਾਲੇ ਇੱਥੇ ਮਿਲਦੇ ਹਨ। ਜੇਕਰ ਹੋਰ ਕੋਈ ਜਾਣਕਾਰੀ ਹੋਵੇ ਤਾਂ ਵੈਬਸਾਈਟ ਯਾਦ ਰੱਖੋ myshanepunjab.com, ਫੇਸਬੁੱਕ ਸ਼ਾਨੇ ਪੰਜਾਬ ਫਰਿਜ਼ਨੋ, ਟੈਲੀਫੋਨ ਨੰਬਰ 5592374000, 559 237 4000, 559 237 4000।
ਵੀਰੋ ਤੇ ਭੈਣੋ, ਜੇਕਰ ਕਿਸੇ ਨੇ ਇੰਸ਼ੋਰੈਂਸ ਕਰਾਉਣੀ ਆ, ਚਾਹੇ ਆਟੋ ਦੀ ਹੋਵੇ, ਚਾਹੇ ਹੋਮ ਇੰਸ਼ੋਰੈਂਸ ਹੋਵੇ, ਬਿਜ਼ਨਸ, ਲਾਈਫ, ਹੈਲਥ, ਕਮਰਸ਼ੀਅਲ, ਚਾਹੇ ਟਰੱਕਾਂ ਦੀ ਇੰਸ਼ੋਰੈਂਸ ਹੋਵੇ, ਗੱਲ ਮੁੱਕੀ ਜਿੱਦਾਂ ਦੀ ਵੀ ਇੰਸ਼ੋਰੈਂਸ ਕਰਾਉਣੀ ਹੋਵੇ ਤਾਂ ਜਗਦੀਪ ਸਿੰਘ ਇੰਸ਼ੋਰੈਂਸ ਏਜੰਸੀ ਦਾ ਨੰਬਰ ਯਾਦ ਰੱਖੋ ਜੀ ਹਰ ਵੇਲੇ, ਤੇ ਜਦੋਂ ਵੀ ਲੋੜ ਪਵੇ ਉਹਨਾਂ ਨੂੰ ਕੱਢ ਕੇ ਕਾਲ ਕਰੋ, ਆਪਦੇ ਫੋਨ ਦੇ ਵਿੱਚ ਸੇਵ ਕਰ ਲਓ 559 277 5580 559 277 5580 559 277 5580। ਨਿਊ ਇੰਡੀਆ ਸਵੀਟ ਐਂਡ ਸਪਾਈਸ, ਜਿਹੜਾ ਕਿ ਸ਼ਾਹ ਅਤੇ ਫੀਲੈਂਡ ਦੇ ਕਾਰਨਰ ਤੇ ਫੂਡ ਮੈਕਸ ਵਾਲੇ ਸ਼ਾਪਿੰਗ ਸੈਂਟਰ ਵਿੱਚ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦੀ ਪੰਜਾਬੀ ਗਰੋਸਰੀ, ਮਠਿਆਈਆਂ, ਨਮਕੀਨ, ਮੂਵੀਆਂ, ਟੇਪਾਂ, ਤਾਜ਼ੀਆਂ ਸਬਜ਼ੀਆਂ, ਇੱਥੇ ਤੁਸੀਂ ਸਨੈਕਸ ਆਰਡਰ ਕਰ ਸਕਦੇ ਹੋ। ਟਰੱਕਾਂ ਵਾਲਿਆਂ ਵਾਸਤੇ ਰੋਟੀਆਂ, ਸਬਜ਼ੀਆਂ, ਪਰੌਂਠੇ ਜਿਸ ਤਰ੍ਹਾਂ ਦੇ ਵੀ ਚਾਹੁੰਦੇ ਹੋ ਬਣ ਸਕਦੇ ਹਨ। ਹੋਰ ਜਾਣਕਾਰੀ ਵਾਸਤੇ ਕਾਲ ਕਰੋ ਜਸਵਿੰਦਰ ਸਿੰਘ ਹੋਰਾਂ ਨੂੰ ਫਰਿਜ਼ਨੋ ਵਿੱਚ 2252824 559 225 2824। ਸਾਊਥ ਫਰਿਜ਼ਨੋ ਦੇ ਵਿੱਚ ਰਹਿਣ ਵਾਲੇ ਭੈਣਾਂ ਤੇ ਵੀਰਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ, ਕਿਉਂਕਿ ਆਪਣੇ ਏਰੀਏ ਦੇ ਵਿੱਚ ਇੱਕ ਹੋਰ ਇੰਡੀਅਨ ਗਰੋਸਰੀ ਸਟੋਰ ਖੁੱਲ੍ਹਿਆ ਜੀ। ਹੁਣ ਆਪਾਂ ਨੂੰ ਫੂਡ ਅੱਗੇ ਨਾਲੋਂ ਹੋਰ ਸਸਤਾ ਮਿਲੂਗਾ, ਕਿਉਂਕਿ ਆਪਸ ਵਿੱਚ ਕੰਪੀਟੀਸ਼ਨ ਹੋਊਗਾ ਤੇ ਕੋਈ ਵੀ ਚੀਜ਼ ਮਾੜੀ ਨਹੀਂ ਰੱਖਣਗੇ ਤੇ ਪ੍ਰਾਈਸ ਕੋਈ ਮਹਿੰਗੀ ਨਹੀਂ ਲਾਉਣਗੇ, ਜਾਇਜ਼ ਪ੍ਰਾਈਸ ਦੇ ਉੱਤੇ ਦੇਣਗੇ ਆਪਾਂ ਨੂੰ ਸਾਰੇ ਵੀਰ। ਤੇ ਇੱਥੇ ਜੀ ਐਡਰੈਸ ਹੈਗਾ ਜੀ 550 ਸਾਊਥ ਕਲੋਵਸ, ਇਹ ਕਲੋਵਸ ਦੇ ਤੇ ਕਿੰਗ ਸਕੀਨੀਅਨ ਦੇ ਕਾਰਨਰ ਦੇ ਉੱਤੇ ਆ। ਡੈਨੀ ਰੈਸਟੋਰੈਂਟ ਦੇ ਬੈਕ ਸਾਈਡ ਦੇ ਉੱਤੇ, ਵਰਾਈਜਨ ਫੋਨ ਵਾਲਿਆਂ ਦੇ ਸਟੋਰ ਦੇ ਨਾਲ। ਤੇ ਟੈਲੀਫੋਨ ਨੰਬਰ ਹੈਗਾ ਜੀ 375 1449 375 1449 375 1449। ਹਾਂਜੀ, ਆਪਣੇ ਕੋਲ ਦੋ ਰਿਸ਼ਤੇ ਆਏ ਆ ਜੀ। ਪਹਿਲਾ ਏਜ 29 ਸਾਲ, ਸਿੱਖ ਰਾਜਪੂਤ ਮੁੰਡਾ ਜੀ, ਵਰਕ ਪਰਮਿਟ ਦੇ ਉੱਤੇ ਇੱਥੇ ਰਹਿ ਰਿਹਾ, ਲੀਗਲ ਐਂਟਰੀ ਆ USA ਦੇ ਵਿੱਚ, ਹਾਈਟ ਹੈਗੀ ਆ 5 ਫੁੱਟ 10 ਇੰਚ, ਟਰੱਕ ਡਰਾਈਵਿੰਗ ਕਰਦਾ ਜੀ, ਨੋ ਸਮੋਕ ਨੋ ਡਰਿੰਕ। ਤੇ ਵੀਰ ਦਾ ਨਾਮ ਆ ਜੀ ਦਲਜੀਤ ਸਿੰਘ, ਸਟੱਡੀ ਗ੍ਰੈਜੂਏਟ ਆ ਜੀ। ਤੇ ਇਹਨਾਂ ਦੇ ਨਾਲ ਗੱਲ ਕਰਨ ਵਾਸਤੇ ਗੱਲ ਕਰੋ ਇਹਨਾਂ ਦੇ ਬ੍ਰਦਰ ਨੂੰ, ਉਹਨਾਂ ਦਾ ਨੰਬਰ ਆ 559 285 0841 559 285 0841 559 285 0841। ਜੇਕਰ ਕਿਸੇ ਵੀਰ ਭੈਣ ਨੂੰ ਅੱਖਾਂ ਦੀ ਪ੍ਰੋਬਲਮ ਹੋਵੇ, ਅੱਖਾਂ ਦਾ ਕੋਈ ਚੈੱਕਅਪ ਕਰਾਉਣਾ, ਅੱਖਾਂ ਦਾ ਕੋਈ ਇਲਾਜ ਕਰਾਉਣਾ, ਤਾਂ ਡਾਕਟਰ ਸਲਾਹੂਦੀਨ ਜੀ ਦਾ ਨੰਬਰ ਨੋਟ ਕਰੋ। ਇਹ ਆਈ ਸਪੈਸ਼ਲਿਸਟ ਨੇ, ਅੱਖਾਂ ਦੇ ਆਪਰੇਸ਼ਨ ਵੀ ਕਰਦੇ ਨੇ। ਖੁਦ ਮੇਰੇ ਮੰਮੀ ਡੈਡੀ ਦਾ ਇਲਾਜ ਇਹਨਾਂ ਤੋਂ ਹੋਇਆ, ਇਹਨਾਂ ਦੀ ਸਰਵਿਸ ਵਧੀਆ, ਇਲਾਜ ਸੋਹਣਾ ਕਰਦੇ ਨੇ। ਇਹਨਾਂ ਦਾ ਐਡਰੈਸ ਹੈ ਜੀ 7015 ਨਾਰਥ ਚੈਸਨਟ ਐਵੀਨਿਊ, ਸਵੀਟ ਨੰਬਰ 102, ਟੈਲੀਫੋਨ ਨੰਬਰ 559 449 5050। ਮੈਂ ਐਡਰੈਸ ਦੁਬਾਰਾ ਬੋਲਦਾ ਜੀ, ਨਾਲੇ ਨੰਬਰ 7015 ਨਾਰਥ ਚੈਸਨਟ ਐਵੀਨਿਊ, ਸਵੀਟ ਨੰਬਰ 102, ਹਰਿੰਡਨ ਦੇ ਤੇ ਚੈਸਨਟ ਦੇ ਕਾਰਨਰ 'ਤੇ ਨੇ, 559 449 5050। ਫਰਿਜ਼ਨੋ ਮਾਰਕੀਟ, ਇਹ ਸਟੋਰ ਹੈ ਜੀ 4825 ਈਸਟ ਓਲਿਵ ਐਵੀਨਿਊ, ਫਰਿਜ਼ਨੋ। ਇਹ ਫਰਿਜ਼ਨੋ ਦੇ ਤੇ ਚੈਸਨਟ ਦੇ ਕਾਰਨਰ ਦੇ ਉੱਤੇ ਆ। ਤੇ ਇਹਨਾਂ ਨੇ ਬਾਜ਼ਾਰ ਦੇ ਨਾਲੋਂ ਸਸਤੀ ਗਰੋਸਰੀ ਰੱਖੀ ਆ ਜੀ, ਦੱਸਦੇ ਆ। ਮੈਂ ਵੈਸੇ ਕਈ ਚੀਜ਼ਾਂ ਲਿਆਂਦੀਆਂ ਵੀ ਆ ਤੇ ਉਹ ਸਸਤੀਆਂ ਮਿਲ ਗਈਆਂ ਮੈਨੂੰ ਇੱਥੋਂ, ਇਹਨਾਂ ਤੋਂ। ਤਕਰੀਬਨ ਹੀ ਕੋਈ ਨਾ ਕੋਈ ਚੀਜ਼ ਸੇਲ 'ਤੇ ਵੀ ਲਾਈ ਹੁੰਦੀ ਆ। ਤੇ ਇਹਨਾਂ ਨੇ ਜੀ ਸਾਰੇ ਤਰ੍ਹਾਂ ਦੀ ਹੋਰ ਬਾਕੀ ਗਰੋਸਰੀ ਰੱਖੀ ਆ, ਬਹੁਤ ਹੀ ਵੱਡਾ ਸਟੋਰ ਆ। ਤੇ ਪਰ ਇਹਨਾਂ ਦੇ ਨਾਲ 2 ਸ਼ੈਲਫਾਂ ਦੇ ਵਿੱਚ ਇਹਨਾਂ ਨੇ ਇੰਡੀਅਨ ਗਰੋਸਰੀ ਰੱਖੀ ਆ। ਤੇ ਇਹਨਾਂ ਦਾ ਟੈਲੀਫੋਨ ਨੰਬਰ ਹੈਗਾ ਜੀ 559 255 1299 559 255 1299
ਇਹ ਫਰਿਜਨੋ ਤੇ ਚੈਸਨਟ ਦੇ ਕਾਰਨਰ ਤੇ ਆ, ਜਾਣੀ ਕਿ ਚੈਸਨਟ ਤੇ 180 ਹਾਈਵੇ ਦੇ ਉੱਤੇ। ਜੇਕਰ ਕਿਸੇ ਵੀਰ ਭੈਣ ਨੇ ਕੋਈ ਐਡਵਰਟਾਈਜ਼ਮੈਂਟ ਕਰਾਉਣੀ ਹੋਵੇ ਇਸ ਪ੍ਰੋਗਰਾਮ ਦੇ ਵਿੱਚ ਚੱਲਦੇ ਦੇ ਵਿੱਚ, ਜਾਂ ਕੋਈ ਰੇਡੀਓ ਮੈਨੂੰ ਉਹਦੇ ਚੋਂ ਖਰਚਾ ਨਿਕਲ ਆਉਂਦਾ ਇਹਦੇ ਨਾਲ ਰੇਡੀਓ ਦਾ, ਤੇ ਨੰਬਰ ਆ ਜੀ ਮੇਰਾ 559 451 72 36 559 451 7236 ਹਰਜਿੰਦਰ। ਜੇਕਰ ਜੀ ਕਿਸੇ ਭੈਣ ਨੂੰ ਜੌਬ ਚਾਹੀਦੀ ਹੋਵੇ ਫਰਿਜਨ ਦੇ ਵਿੱਚ, ਕਿੰਗਸ ਕੈਨੀਅਨ ਦੇ ਉੱਤੇ ਤੇ ਚੈਸਨਟ ਦੇ ਏਰੀਆ ਦੇ ਵਿੱਚ, ਇਹ ਗਵਰਨਮੈਂਟ ਜੌਬ ਆ ਜੀ, ਤੇ 4 ਘੰਟੇ ਵਾਸਤੇ ਉਹਨਾਂ ਨੂੰ ਪਾਰਟ ਟਾਈਮ ਦੇ ਉੱਤੇ ਲੋੜ ਆ, ਤੇ ਪੰਜਾਬੀ ਕਮਿਊਨਿਟੀ ਦੀ ਹੈਲਪ ਕਰਨੀ ਆ, ਵੀ ਪੰਜਾਬੀ ਲੋਕ ਉੱਥੇ ਆਉਣਗੇ ਤੇ ਉਹਨਾਂ ਨੂੰ ਗੌਰਮੈਂਟ ਦੀਆਂ ਗੱਲਾਂ ਪਤਾ ਦੱਸਣੀਆਂ ਜੀ ਵੀ ਗੌਰਮੈਂਟ ਇੱਥੇ ਕੀ ਹੈਲਪ ਕਰਦੀ ਆ ਨਵੇਂ ਆਏ ਲੋਕਾਂ ਦੀ। ਤੇ ਉਹਦੇ ਵਾਸਤੇ ਨੰਬਰ ਹੈਗਾ ਜੀ 559 255 8395, ਜਾਣੀ ਕਿ 559 255 8395। ਹਾਂਜੀ, ਆਪਣੇ ਕੋਲੇ ਜੀ ਇੱਕ ਬੇਟੀ ਦਾ ਰਿਸ਼ਤਾ ਆਇਆ, ਉਮਰ ਹੈਗੀ ਆ 27 ਸਾਲ ਤੇ 5 ਫੁੱਟ 6 ਇੰਚ, BSc ਦੀ ਇਹਨੇ ਐਜੂਕੇਸ਼ਨ ਕੀਤੀ ਹੋਈ ਆ, ਤੇ ਜੌਬ ਕਰਦੇ ਆ ਜੀ ਐਟ ਏ ਟਾਈਮ, ਪਰ ਇਹ ਸਟੱਡੀ ਵੀਜ਼ੇ ਦੇ ਉੱਤੇ ਆਏ ਹੋਏ ਆ। ਵਰਕ ਪਰਮਿਟ ਇਹਨਾਂ ਦੇ ਕੋਲੇ ਹੈਗਾ ਬੇਟੀ ਦੇ ਕੋਲੇ, ਤੇ ਇਹਨਾਂ ਦੇ ਨਾਲ ਗੱਲ ਕਰਨ ਵਾਸਤੇ ਤੁਸੀਂ ਕਾਲ ਕਰੋ ਜੀ। ਇਹਨਾਂ ਦੇ ਅੰਕਲ ਦਾ ਨੰਬਰ ਆ ਮੇਰੇ ਕੋਲੇ, ਇਹ ਆਪ ਬਾਹਰ ਰਹਿੰਦੇ ਆ ਪਰ ਨੰਬਰ ਇਹਨਾਂ ਦਾ ਲੋਕਲ ਹੈਗਾ ਜੀ ਅੰਕਲ ਦਾ 559 217 99 69 69 ਵਾਲਾ 559 217 9969। ਹਾਂਜੀ, ਜੇਕਰ ਕਿਸੇ ਨਵੇਂ ਆਏ ਵੀਰ ਨੂੰ ਜਗ੍ਹਾ ਚਾਹੀਦੀ ਹੋਵੇ, ਜੌਬ ਚਾਹੀਦੀ ਹੋਵੇ, ਤੇ ਰਿਹਾਇਸ਼ ਤੇ ਜੌਬ ਦੋਨੋਂ ਚੀਜ਼ਾਂ ਇਕੱਠੀਆਂ ਮਿਲਦੀਆਂ ਜੀ। ਤਨਖਾਹ ਹੋਊਗੀ 3000 ਰੁਪਈਆ, ਟਰੱਕ ਵਾਸ਼ ਦੇ 'ਤੇ ਕੰਮ ਆ ਜੀ। ਨੰਬਰ ਨੋਟ ਕਰੋ 917 535 1615। ਤੇ ਜੀ ਆਪਣਾ ਇੱਕ ਪੰਜਾਬੀ ਢਾਬਾ ਖੋਲ੍ਹਿਆ ਮੇਰੇ ਦੋਸਤਾਂ ਨੇ, ਤੇ ਇਹ ਪਹਿਲਾਂ ਬੰਦ ਹੋ ਗਿਆ ਸੀਗਾ ਕਿਉਂਕਿ ਕਰੋਨਾ ਕਰਕੇ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ। ਹਾਲੇ ਨਵਾਂ ਖੁੱਲ੍ਹਿਆ ਸੀ, ਥੋੜ੍ਹੇ ਦਿਨ ਹੋਏ ਸੀਗੇ, ਤੇ ਕਰੋਨਾ ਆ ਗਿਆ ਸੀਗਾ, ਤੇ ਤਾਂ ਕਰਕੇ ਕੁਛ ਗੌਰਮੈਂਟ ਕਨੀਓ ਲਾ ਫਾਲੋ ਨਹੀਂ ਕਰ ਸਕਦੇ ਸੀਗੇ, ਪਰ ਹੁਣ ਉਹਨਾਂ ਨੇ ਦੁਬਾਰਾ ਤੋਂ ਓਪਨ ਕਰ ਦਿੱਤਾ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਅਸੀਂ ਹਾਈਵੇ 40 ਸਟੇਟ ਟੈਂਸੀ ਐਗਜ਼ਿਟ 101 ਵਿੱਚ ਪੰਜਾਬੀ ਢਾਬਾ ਖੋਲ੍ਹ ਰਹੇ ਹਾਂ। ਇੱਥੇ ਬਿਗ ਪਾਰਕਿੰਗ ਹੈ। ਇੱਥੇ ਦਾ ਜਿਹੜਾ ਸਾਡਾ ਫੂਡ ਹੈ ਉਹ ਬਿਲਕੁਲ ਘਰ ਦਾ ਟੇਸਟ ਆ, ਤੇ ਸਾਰੇ ਵੀਰਾਂ ਨੂੰ ਮੋਸਟ ਵੈਲਕਮ। ਸਟੇਟ ਟੈਂਸੀ ਹਾਈਵੇ 40 ਐਗਜ਼ਿਟ 101। ਥੈਂਕ ਯੂ ਜੀ। ਕਿਸੇ ਵੀਰ ਭੈਣ ਨੇ ਆਪਣੇ ਘਰ ਦੇ ਵਿੱਚੋਂ ਇੱਕ ਰੂਮ ਰੈਂਟ ਤੇ ਦੇਣਾ ਹੋਵੇ, ਤੇ ਮੇਰੇ ਜਾਣ ਪਛਾਣ ਦੇ ਵਿੱਚ ਕੋਈ ਇੱਕ ਫੈਮਿਲੀ ਆ, ਹਸਬੈਂਡ ਵਾਈਫ ਨੇ ਇਕੱਲੇ, ਤੇ ਉਹ ਕੰਮ ਨਹੀਂ ਕਰਦੇ, ਤੇ ਉਹਨਾਂ ਨੂੰ ਜਗ੍ਹਾ ਚਾਹੀਦੀ ਆ। ਤੇ ਇਹ ਹੁਣ ਜੀ ਉਲਟਾ, ਹੁਣ ਜਗ੍ਹਾ ਹੈਗੀ ਆ ਤੇ ਹੁਣ ਕਸਟਮਰ ਚਾਹੀਦਾ ਜਗ੍ਹਾ ਦੇ ਵਿੱਚ ਰਹਿਣ ਵਾਸਤੇ। ਤੇ ਮੇਰੇ ਨੇਬਰ ਦੇ ਵਿੱਚ ਨੇ ਜਿਹੜੇ ਪਹਿਲੇ ਸੀਗੇ ਰੂਮ ਲੱਭਦੇ ਸੀ, ਉਹਨਾਂ ਨੂੰ ਮਿਲ ਗਿਆ ਰੂਮ, ਪਰ ਹੁਣ ਕੋਈ ਰੂਮ ਵਾਲਾ ਭਰਾ ਰੂਮ ਦੇਣਾ ਚਾਹੁੰਦਾ। ਤੇ ਜੇ ਕਿਸੇ ਨੂੰ ਜ਼ਰੂਰਤ ਹੋਵੇ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਹੈਗਾ ਜੀ 559 451 72 36। ਤੇ ਜੀ ਆਪਣੇ ਮੰਡੇਰਾ ਟਾਊਨ ਪੈਂਦਾ ਜੀ ਨਾਲ ਹੀ, ਉੱਥੇ ਆਪਣੇ ਹੋਸਟ ਆ ਵੀਰ ਮੀਤ ਵੀਰ ਜੀ, ਤੇ ਉਹਨਾਂ ਦਾ ਹੈਗਾ ਜੇ ਗੈਸ ਸਟੇਸ਼ਨ ਦੇ ਵਿੱਚ ਉਹਨਾਂ ਨੇ ਗੈਸ ਤਾਂ ਪਹਿਲਾਂ ਲਾਈ ਸੀ, ਪਰ ਹੁਣ ਨਾਲ ਹੀ ਜਿਹੜਾ ਰੈਸਟੋਰੈਂਟ ਆ ਗੈਸ ਸਟੇਸ਼ਨ ਦੇ ਵਿੱਚ, ਉਹਦੇ ਵਿੱਚ ਉਹ ਫੂਡ ਵੀ ਫ੍ਰੀ ਲਾ ਰਹੇ ਆ। ਇਹ ਹੈਗਾ ਜੀ 15 ਤਰੀਕ ਨੂੰ ਫਰਾਈਡੇ ਨੂੰ 12 ਵਜੇ ਤੋਂ ਲੈ ਕੇ 6 ਵਜੇ ਤੱਕ ਸ਼ਾਮ ਨੂੰ ਫ੍ਰੀ ਫੂਡ ਦੇਣਾ ਜੀ ਉਹਨਾਂ ਨੇ। ਤੁਸੀਂ ਜਾ ਕੇ ਜਦੋਂ ਮਰਜ਼ੀ ਉੱਥੇ ਫੂਡ ਖਾ ਸਕਦੇ ਜੇ, 6 ਘੰਟੇ ਤੁਹਾਨੂੰ ਉਹਨਾਂ ਨੇ ਖੁੱਲ੍ਹੇ ਦਿੱਤੇ ਆ। ਤੇ ਨਾਲ ਹੀ 9 ਤਰੀਕ ਨੂੰ ਉਹ ਅਰੇਂਜ ਕਰ ਰਿਹਾ ਜੀ ਇੱਥੇ ਇੱਕ ਪ੍ਰੋਗਰਾਮ। ਹੁਣ ਮੈਨੂੰ ਕਲੀਅਰ ਨਹੀਂ ਗਾ ਪਤਾ, ਕਿਉਂਕਿ ਮੈਨੂੰ ਵੀਰਾਂ ਨੇ ਜਦੋਂ ਭੇਜੀ ਆ ਇਹ ਐਡ, ਤੇ ਮੈਂ ਪੜ੍ਹਨ ਵਾਸਤੇ ਟਾਈਮ ਹੈ ਨਹੀਂ ਸੀ ਇੰਨਾ, ਤੇ ਹੁਣ ਮੈਨੂੰ ਇੰਨਾ ਕੋਈ ਸਮਝ ਨਹੀਂ ਆ ਰਿਹਾ। ਤੇ ਪਰ ਬੱਲੂ ਸਿੰਘ ਜੀ ਨੇ ਜੀ, ਤੇ ਬੌਂਸਰੀ ਵਜਾਉਂਦੇ ਨੇ, ਤੇ ਇਹਨਾਂ ਦਾ ਪ੍ਰੋਗਰਾਮ ਜੇ ਇਹ ਹੈਗਾ ਜੀ 9 ਮਈ ਨੂੰ ਰੇਡੀਓ ਦੇ ਉੱਤੇ। ਮੇਰੇ ਖਿਆਲ 'ਚ ਇਹਨਾਂ ਨੇ ਪ੍ਰੋਗਰਾਮ
ਕਰਨਾ ਵੀਰ ਜੀ। ਜੇਕਰ ਮੈਂ ਰਹੂੰਗਾ ਤਾਂ ਤੁਸੀਂ ਮੇਰੇ ਖਿਆਲ 'ਚ ਦੇਖ ਰਹੇ ਹੋ ਫੇਸਬੁੱਕ 'ਤੇ, ਅਤੇ ਮੈਨੂੰ ਕਾਲ ਕਰਕੇ ਦੱਸ ਦਿਓ। ਇਹ ਰੇਡੀਓ ਪ੍ਰੋਗਰਾਮ ਆ, ਮੈਨੂੰ ਤਾਂ ਐਂ ਸੀ ਵੀ ਇਹ ਪ੍ਰੋਗਰਾਮ ਹੈਗਾ ਦੂਜਾ ਆਪਣੇ ਇੱਥੇ ਇੱਕ ਵਾਰੀ ਰੈਸਟੋਰੈਂਟ ਦੇ ਵਿੱਚ ਹੋਇਆ ਸੀ, ਅਤੇ ਮੈਂ ਸੋਚਦਾ ਸੀਗਾ ਵੀ ਲਾਸਟ ਟਾਈਮ ਜਿੱਦਾਂ ਹੋਇਆ ਸੀ ਇਸੇ ਤਰੀਕੇ ਨਾਲ ਇਸ ਵਾਰੀ ਵੀ ਆ, ਪਰ ਇਹ ਆਪਾਂ ਨੂੰ ਬੌਂਸਰੀ ਰੇਡੀਓ 'ਤੇ ਅਤੇ ਫੇਸਬੁੱਕ 'ਤੇ ਹੀ ਸੁਣਾਉਣਗੇ। ਮੈਨੂੰ ਐਂ ਸੀ ਵੀ ਲਾਈਵ ਸੁਣਾਉਣਗੇ, ਅਤੇ ਲਾਸਟ ਵਾਰੀ ਫੂਡ ਫਾੜ ਵੀ ਖਵਾਇਆ ਸੀ, ਅਤੇ ਇਸ ਵਾਰੀ ਮੇਰੇ ਖਿਆਲ 'ਚ ਫੂਡ ਵੀ ਨਹੀਂ ਖਵਾਉਂਦੇ। ਅਤੇ ਆਪਾਂ ਜੁੜਦੇ ਹਾਂ ਜੀ ਆਪਣੇ ਸਰਦਾਰ ਭਿੰਦਰ ਭਾਜੀ ਨਾਲ। ਅਤੇ ਜਿੰਨਾ ਚਿਰ ਉਹਨਾਂ ਨਾਲ ਮੈਂ ਜੋੜ ਨਹੀਂ ਲੈਂਦਾ ਜੀ, ਅਤੇ ਉਨਾ ਚਿਰ ਤੁਹਾਨੂੰ ਕੋਈ ਨਾ ਕੋਈ ਮੈਨੂੰ ਚੀਜ਼ ਸੁਣਾਉਣੀ ਪੈਣੀ ਆ, ਅਤੇ ਜੋ ਅੱਗੇ ਆ ਗਿਆ ਉਹ ਹੀ ਸੁਣਾ ਦੇਣਾ। ਹਾਂਜੀ ਸਰ ਜੀ, ਤੁਸੀਂ ਮੈਨੂੰ ਕਾਲ ਕਰਦੇ ਜੇ। ਥੈਂਕ ਯੂ ਸਾਹਿਬ ਜੀ। ਵੀਰੇ ਕਿਤੇ ਤਾਂ ਗੱਲ ਤੇ ਤੂੰ ਵੀ ਹੋਵੇਂਗਾ ਨਾ, ਇੱਕ ਹੱਥ ਨਾਲ ਵੱਜਦੀਆਂ ਤਾੜੀਆਂ, ਦਿੱਤੇ ਹੁੰਦੇ ਅੱਜ ਪੇਤ ਜੀ ਨੂੰ ਦਿਲਾਂ ਦੇ, ਉਹੀ ਕਰਦੇ ਅਖੀਰ ਹੁੰਦੇ ਮਾੜੀਆਂ। ਉਹ ਵੀਰੇ ਕਿਤੇ ਤਾਂ ਗੱਲ ਤੇ ਤੂੰ ਵੀ ਹੋਵੇਂਗਾ ਨਾ, ਇੱਕ ਹੱਥ ਨਾਲ ਵੱਜਦੀਆਂ ਤਾੜੀਆਂ, ਦਿੱਤੇ ਹੁੰਦੇ ਅੱਜ ਪੇਤ ਜੀ ਨੂੰ ਦਿਲਾਂ ਦੇ, ਉਹੀ ਕਰਦੇ ਅਖੀਰ ਹੁੰਦੇ ਮਾੜੀਆਂ। ਨਾ ਬੰਦਾ ਬੰਦੇ ਦਾ ਵਿਗਾੜ ਕੁਝ ਸਕਦਾ, ਉਹੀ ਜਾਣਦਾ ਐਂਡ ਤੇ। ਹਾਂਜੀ, ਵਾਹਿਗੁਰੂ ਜੀ ਆਪਣੇ ਨਾਲ ਜੁੜ ਚੁੱਕੇ ਨੇ ਜੀ ਸਰਦਾਰ ਸਾਹਿਬ ਜੀ। ਆਪਾਂ ਨੂੰ ਇਹਨਾਂ ਦਾ ਪਤਾ ਹੀ ਆ ਜੀ ਸਭ ਨੂੰ ਵੀ RSS ਦੁਨੀਆ ਦੇ ਉੱਤੇ ਕੀ ਕਰ ਰਹੀ ਹੈ ਅਤੇ ਇੰਡੀਆ ਦੇ ਵਿੱਚ ਕੀ ਕਰ ਰਹੀ ਆ, ਅਤੇ ਬੜਾ ਕੁਛ ਆਪਾਂ ਨੂੰ ਪਤਾ, ਅਤੇ ਆਪਾਂ ਸੋਚਦੇ ਹਾਂ ਵੀ ਸਾਨੂੰ ਸਾਰਾ ਕੁਛ ਪਤਾ, ਪਰ ਬੜਾ ਕੁਛ ਅੱਜ ਸਰਦਾਰ ਸਾਹਿਬ ਜੀ ਦੱਸਣਗੇ। ਇਹ ਸਰਦਾਰ ਭਜਨ ਸਿੰਘ ਜੀ ਨੇ ਜੀ, ਆਪਣੇ ਸੈਕਰਾਮੈਂਟੋ ਦੇ ਵਿੱਚ ਰਹਿੰਦੇ ਨੇ, ਅਤੇ ਇਹਨਾਂ ਦੀ ਪਹਿਚਾਣ ਮੇਰੇ ਕੋਲ ਇੰਨੀ ਆ ਸਿਰਫ, ਬਾਕੀ ਉਹਨਾਂ ਤੋਂ ਆਪਾਂ ਖੁਦ ਤੋਂ ਲੈਂਦੇ ਹਾਂ। ਵੀਰ ਜੀ ਨਾਲ ਜੁੜ ਚੁੱਕੇ ਆਪਣੇ, ਅਤੇ ਇਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਪਿੱਛੇ ਜੇ, ਇੱਕ ਪ੍ਰੋਗਰਾਮ ਚੱਲ ਰਿਹਾ, ਅਤੇ ਪ੍ਰੋਗਰਾਮ ਚੱਲਦੇ ਦੇ ਵਿੱਚ ਇੱਕ ਸਰਦਾਰ ਸਾਹਿਬ ਜੀ ਉੱਚੇ ਲੰਮੇ ਕੱਦ ਕਾਠ ਵਾਲੇ ਅੱਗੋਂ ਆਵਾਜ਼ ਉਠਾਉਂਦੇ ਆ, ਅਤੇ ਇਹਨਾਂ ਨੂੰ ਫਿਰ ਉਹ ਘੇਰ ਘੇਰ ਕੇ ਕੁਰਸੀ ਦੇ ਉੱਤੇ ਬਿਠਾਉਂਦੇ ਆ, ਅਤੇ ਪਰ ਇਹ ਹਟਦੇ ਨਹੀਂਗੇ। ਇਹ ਉਹੀ ਭਾਈ ਸਾਹਿਬ ਨੇ, ਅਤੇ ਮੈਂ ਸੋਚਿਆ ਵੀ ਤੁਹਾਨੂੰ ਯਾਦ ਆ ਜਾਣਾ, ਕਿਉਂਕਿ ਵੀਡੀਓ ਇਹਨਾਂ ਦੀ ਬਹੁਤ ਵਾਇਰਲ ਹੋਈ ਸੀਗੀ। ਹਾਂਜੀ ਖਾਲਸਾ ਜੀ, ਬੁਲਾਓ ਇੱਕ ਵਾਰੀ ਫਤਿਹ, ਅਤੇ ਬਾਅਦ 'ਚ ਤੁਸੀਂ ਦੱਸੋ ਵੀ ਸ਼ੁਰੂ ਕਿੱਥੋਂ ਕਰਨਾ, ਕਿ ਇੱਥੋਂ ਹੀ ਸ਼ੁਰੂ ਕਰੀਏ ਜਿੱਥੇ ਤੁਹਾਡੀ ਇਹ ਵੀਡੀਓ ਵਾਇਰਲ ਹੋਈ ਆ, ਇੱਥੋਂ ਹੀ ਸਟਾਰਟ ਕਰੋਗੇ? ਆਪਾਂ ਇੱਥੇ ਆਵਾਂਗੇ। ਪਹਿਲਾਂ ਸਾਰੇ ਭੈਣ ਭਰਾਵਾਂ ਨੂੰ, ਬੱਚਿਆਂ ਨੂੰ, ਸਾਡੀ ਫਿਊਚਰ ਜਨਰੇਸ਼ਨ ਨੂੰ, ਜੇ ਕੋਈ ਸੁਣਦਾ ਜਾਂ ਮਾਪਿਓ ਸੁਣਦੇ ਉਹਨਾਂ ਨੂੰ ਨਾਲ ਜ਼ਰੂਰ ਜੋੜੋ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਹੜੀ ਇਹ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਆ, ਇਹ ਬੇਸਿਕਲੀ 300 ਸਾਲਾ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਮਨਾਉਣਾ ਸੀ ਗੁਰਪੁਰਬ ਜੀ, ਸਭ ਤੋਂ ਪਹਿਲਾਂ ਜਿਹੜੀ BJP ਜੋ ਕਿ RSS ਦੀ ਸਰਕਾਰ ਆ, ਉਹਨੇ ਇਨੀਸ਼ੀਏਟਿਵ ਲਈ ਵੀ ਅਸੀਂ ਦੁਨੀਆ ਭਰ ਦੇ ਵਿੱਚ ਇਸ ਨੂੰ ਐਸ ਹਿੰਦੂ ਰੰਗਤ ਦੇ ਕੇ, ਹਿੰਦੂਤਵਾ ਰੰਗਤ ਦੇ ਕੇ ਮਨਾਵਾਂਗੇ। ਉਹਨਾਂ ਨੇ ਆਸਟ੍ਰੇਲੀਆ ਤੋਂ ਲੈ ਕੇ, ਇੰਗਲੈਂਡ ਤੋਂ ਲੈ ਕੇ, ਬੋਸਟਨ, ਕੈਨੇਡਾ, ਕਈ ਥਾਵਾਂ ਤੇ ਉਹਨਾਂ ਨੇ ਇਹ ਪ੍ਰੋਗਰਾਮ ਰਚੇ ਸੀ ਜੀ। ਇੱਕ ਹੋਰ ਸਟੈਪ ਆ ਵੀ ਅਸੀਂ ਇਹ ਸਾਰੀ ਚੀਜ਼ਾਂ ਦੀ ਓਨਰਸ਼ਿਪ ਸਰਕਾਰ ਥੱਲੇ ਲੈਂਦੇ ਆ ਜੀ। ਸੋ ਮੈਂ ਕਾਫੀ ਚਿਰਾਂ ਦਾ ਇਹਨਾਂ ਨੂੰ ਫੋਲੋ ਕਰਦਾ, ਸਟੱਡੀ ਕਰਦਾ, ਤੇ ਫਿਰ ਜਦੋਂ ਇਹਨਾਂ ਦੀ ਇਹ ਸਟ੍ਰੈਟਜੀ ਜਦੋਂ ਵੇਖੀ, ਤੇ ਪਹਿਲਾ ਪ੍ਰੋਗਰਾਮ ਸੀ ਲਾਇਓਲਾ ਮੈਰੀਮੌਂਟ ਕਾਲਜ ਯੂਨੀਵਰਸਿਟੀ ਜੋ ਲਾਸ ਐਂਜਲਸ ਸੀ ਜੀ। ਉੱਥੇ ਸਿੱਖ ਜੈਨੀ ਚੇਅਰ, ਅੱਗੇ ਇਕੱਲੇ ਸਿੱਖ ਚੇਅਰ ਹੁੰਦੇ ਸੀ, ਹੁਣ ਸਿੱਖ ਜੈਨੀ ਚੇਅਰ ਆ। ਅੱਛਾ, ਸਾਂਝੀ ਕਰਤੀ। ਤੇ ਜਿਹੜੇ ਜੈਨੀ ਨੇ ਟੈਕਨੀਕਲੀ ਉਹਨਾਂ ਨੂੰ ਜਦੋਂ ਐਕਸਪਲੇਨ ਕੀਤਾ, ਉਹ ਹਿੰਦੂ ਐਕਸਪਲੇਨ ਕੀਤਾ। ਸੋ ਸਿੱਧੇ ਕਹਿ ਨਹੀਂ ਸਕਦੇ ਵੀ ਸਿੱਖ ਹਿੰਦੂ ਚੇਅਰ, ਤੇ ਸਹੀ ਜੇ ਸਿੱਖ ਜੈਨੀ ਭੁਲੇਖੇ 'ਚ ਪਾ ਕੇ, ਤੇ ਇਹ ਆਟੋਮੈਟਿਕਲੀ ਓਵਰ ਟਾਈਮ ਇਹ ਸਿੱਖ ਹਿੰਦੂ ਚੇਅਰ ਬੇਸਿਕਲੀ ਹੈਗੀ ਹੈ। ਹਾਂਜੀ ਜੀ। ਇਹਦੇ ਉੱਤੇ ਆਪਾਂ ਪੂਰੀ ਗੱਲ ਕਰਾਂਗੇ ਚੇਅਰਾਂ ਤੇ, ਫੇਰ ਕਿਸੇ ਦਿਨ ਜੇ ਤੁਹਾਡੀ ਲੱਗੇ ਤੁਹਾਨੂੰ ਵੀ ਠੀਕ ਆਪਣਾ ਪ੍ਰੋਗਰਾਮ, ਆਪਾਂ ਗਾਂਹ ਤੇ ਬਹੁਤ ਵਿਸਥਾਰ ਨਾਲ ਗੱਲ ਕਰਾਂਗੇ, ਪਰ ਇਹਦੀ ਫਿਲਹਾਲ ਇੰਨੀ ਆ। ਵਾਹਿਗੁਰੂ ਜੀ,
ਆਪਣਾ ਮੈਨੂੰ ਲੱਗੇ ਚਾਹੇ ਨਾ ਲੱਗੇ, ਇਹ ਪ੍ਰੋਗਰਾਮ ਪਬਲਿਕ ਦਾ। ਜੇ ਪਬਲਿਕ ਦੇ ਵਿੱਚੋਂ ਕਿਸੇ ਨੂੰ ਇਤਰਾਜ਼ ਹੋਵੇ ਤੇ ਆਪਾਂ ਨਹੀਂ ਕਰਾਂਗੇ, ਉਹ ਤਾਂ ਫਿਰ ਮੈਂ ਵੀ ਉੱਠ ਖੜੂੰਗਾ ਇਸ ਸੀਟ ਤੋਂ। ਜੇ ਇਤਰਾਜ਼ ਨੂੰ ਨਹੀਂ, ਬਹੁਤ ਇਤਰਾਜ਼ ਹੋਵੇ ਹੋਣਾ ਉਦਾਂ ਹੀ ਵੀ ਹਾਂਜੀ, ਕਈ ਵਾਰੀ ਹੋਰ ਚਲੋ ਮੈਂ ਉਹੀ ਆਪਦੇ ਕੰਨੀ ਆਪਾਂ ਫੋਕਸ ਰਹੀਏ, ਧਿਆਨ ਰਹੀਏ ਜਿਹੜਾ ਸਾਡਾ ਵਿਸ਼ਾ ਇਸ ਵੇਲੇ। ਜੀ ਵਾਹਿਗੁਰੂ ਜੀ, ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਤੁਹਾਡੇ ਨਾਲ ਵੀ ਪ੍ਰੋਗਰਾਮ ਤੁਹਾਡਾ ਵਾ, ਪਬਲਿਕ ਦਾ ਵਾ। ਮੈਂ ਇੱਥੇ ਸਿਰਫ ਬੈਠ ਕੇ ਇਹਨੂੰ ਐਡਜਸਟ ਕਰਦਾ ਵੀ ਇਦਾਂ ਕਰ ਲੈਂਦੇ ਆ, ਚਲੋ ਬਾਕੀ ਸਾਰੀ ਤੁਹਾਡੀ ਖੁਸ਼ੀ ਹੈ। ਬਹੁਤ ਬਹੁਤ ਤੁਹਾਡਾ। ਜਦੋਂ ਮਰਜ਼ੀ ਹਾਜ਼ਰੀ ਦਿਓ। ਵਾਇਰਲ ਵੀਡੀਓ ਹੋਈ ਹੈ ਤੇ ਉਹ ਮੈਂ ਜਦੋਂ ਇਹਨਾਂ ਨੇ ਇੰਡੀਅਨ ਕੌਂਸਲੇਟ ਨੇ ਤੇ ਜਿਹੜੀ ਇੰਡੀਅਨ ਵਾਹਿਗੁਰੂ ਜੀ ਇੱਕ ਬੇਨਤੀ ਆ, ਕਿਉਂਕਿ ਮੈਂ ਤੁਹਾਡੀ ਇੰਟਰੋਡਿਊਸ ਪੂਰੀ ਨਹੀਂ ਕਰਾ ਸਕਿਆ ਪਬਲਿਕ ਨਾਲ, ਤੇ ਤੁਸੀਂ ਪਲੀਜ਼ ਆਪ ਦੱਸੋ ਪਹਿਲਾਂ ਵੀ ਆਪਾਂ ਕੌਣ ਸਾਹਿਬ ਬੋਲ ਰਹੇ ਆ ਤੇ ਐਟ ਏ ਟਾਈਮ ਕਿੱਥੇ ਹੁੰਦੇ ਆ, ਕੀ ਕਰਦੇ ਆ। ਥੋੜਾ ਜਿਹਾ ਤੁਸੀਂ ਨਾ ਆਪ ਦੇ ਬਾਰੇ ਪਹਿਲਾਂ 2-3 ਮਿੰਟ ਦਾ ਚਾਨਣਾ ਪਾ ਕੇ ਫਿਰ ਅੱਗੇ ਤੁਰ ਗਏ। ਠੀਕ ਹੈ ਜੀ। ਤੇ ਨਾਲ ਸਰੋਤਿਆਂ ਦੇ ਅੱਗੇ ਬੇਨਤੀ ਕਰਦੇ ਆ ਜੀ ਵੀ ਹਾਲੇ ਕਾਲ ਕੋਈ ਨਾ ਕਰਿਓ, ਹਾਲੇ ਅਸੀਂ ਕਾਲ ਨਹੀਂ ਲੈਣੀ। ਤੇ ਨੈਕਸਟ ਆਵਰ ਵੀ ਆਪਾਂ ਭਾਈ ਸਾਹਿਬ ਜੀ ਦੇ ਨਾਲ ਹੀ ਆ, ਜੇ ਕੋਈ ਸਵਾਲ ਹੋਇਆ ਤੇ ਨੈਕਸਟ ਆਵਰ ਦੇ ਵਿੱਚ ਕਰਿਓ। ਹਾਂਜੀ ਵੀਰ ਜੀ, ਕਰੋ ਜੀ ਗੱਲ। ਹਾਂਜੀ, ਦੱਸਦਾ ਮੈਂ ਹੈਗਾ ਜੀ ਭਜਨ ਸਿੰਘ, ਤੇ ਜੀ ਵੀਰ ਜਿਆਦਾ ਮੈਂ ਸਿੰਘ ਯੂਜ਼ ਕਰਦਾ, ਪਰ ਭਜਨ ਸਿੰਘ ਪਿੰਡ ਦੇ ਨਾਂ ਤੇ ਵੀ ਮੈਨੂੰ ਕਾਫੀ ਸੱਜਣ ਮਿੱਤਰ ਜਾਣਦੇ ਨੇ। ਸੋ ਮੈਂ ਦਰਅਸਲ 84 ਦਾ ਪ੍ਰੋਡਕਟ ਆ ਜੀ, ਡਾਇਰੈਕਟ ਜੋ ਆਪਰੇਸ਼ਨ ਬਲੂ ਸਟਾਰ ਦੀ ਪ੍ਰੋਡਕਟ ਆ ਸੀ। ਤੇ ਮੇਰਾ ਜੰਪਲ ਵੈਸੇ ਹੋਇਆ ਵਾ ਸਿੰਗਾਪੁਰ, ਤੇ ਮੈਂ ਆਪਣੀ ਲਾਈਫ ਦੇ ਵਿੱਚ ਤਕਰੀਬਨ ਮੈਂ ਸ਼ਾਇਦ ਵੀ ਹੋਸ਼ ਵਾਲੀ ਜ਼ਿੰਦਗੀ ਵਿੱਚ ਮੈਂ 2 ਮਹੀਨੇ ਆਪਣੀ ਲਾਈਫ 'ਚ ਰਿਹਾ। ਮੈਂ ਪੰਜਾਬ 'ਚ ਗਿਆ ਫਿਲਮ ਕਰਨ ਵਾਸਤੇ। ਸੋ ਮੈਂ ਇੱਥੇ 80 ਦਾ ਆਇਆ, ਤੇ ਉਸ ਤੋਂ ਬਾਅਦ 84 ਦੇ ਵਿੱਚ ਮੈਂ ਜ਼ਿਆਦਾ ਇੱਧਰ ਧਿਆਨ ਦਿੱਤਾ ਸਿੱਖ ਸੰਘਰਸ਼ ਵੱਲ, ਉਦੋਂ ਦੇ ਨਾਲ ਜੁੜੇ ਆ। ਸੋ ਪਿੱਛੇ ਮੈਂ ਕਿਤਾਬ ਸਿੱਖ ਸੰਘਰਸ਼ ਨਾਲ ਤੁਸੀਂ ਜੁੜੇ ਆ ਜੀ ਤਾਂ ਕਰਕੇ ਕਿਉਂਕਿ ਸਾਡੇ ਅਟੈਕ ਹੋਇਆ ਸੀ ਇਸ ਕਰਕੇ, ਜਾਂ ਹੋਰ ਕੋਈ ਕਾਰਨ ਸੀ ਉਹਦੇ ਤੋਂ ਪਹਿਲਾਂ? ਸਿੱਧਾ ਹੀ ਅਟੈਕ ਹੈ ਜੀ ਆਪਰੇਸ਼ਨ ਬਲੂ ਸਟਾਰ। ਉਦਾਂ ਵੈਸੇ ਕਿਤੇ ਆਪਣੀ ਫੈਮਿਲੀ 'ਚ ਤੇ ਗੱਲ ਕਿਤੇ ਨਾ ਕਿਤੇ ਗੁਰਦੁਆਰੇ ਜਾਂਦੇ, ਬਚਪਨ ਦਾ ਮਾਹੌਲ, ਕਿਤੇ ਨਾ ਕਿਤੇ ਗੱਲਾਂ ਤੁਹਾਡੇ ਵਿੱਚ ਇਹ ਸੁੱਤੀਆਂ ਪਈਆਂ ਹੁੰਦੀਆਂ ਜੀ। ਪਰ ਉਹ ਜਿਹੜੀ ਇਹ ਉਜਾਗਰ ਹੋਈ ਮੇਰੀ ਮੇਨ ਜਿਹੜੀ ਸਾਡੀ ਐਕਟਿਵਿਜ਼ਮ ਤੇ ਜਿਹੜੀ ਸਾਡੀ ਕਹਿ ਲਓ ਵੀ ਇੱਕ ਜੀਵਨ ਇੱਧਰ ਪੰਥ ਲਈ ਕੋਈ ਕੁਛ ਕਰਨ ਦੀ ਕੋਸ਼ਿਸ਼ ਕਰਨੀ ਜੀ। ਤੇ ਇਹ ਬਹੁਤ ਵੱਡੀ ਇੱਕ ਗੱਲ ਆ, ਪੰਥ ਲਈ ਕਰਨਾ ਤੇ ਬਹੁਤ ਦੂਰ ਦੀਆਂ ਗੱਲਾਂ, ਕਿਉਂਕਿ ਸਾਹਿਬਜ਼ਾਦੇ ਵਾਰਨ ਤਾਈਂ ਤੇ ਆਪਾਂ ਕੋਈ ਵੀ ਨਹੀਂ ਜਾ ਸਕਦੇ। ਆਪਣਾ ਛੋਟੇ ਛੋਟੇ ਹੈਗੇ ਨੇ ਉਦਮ ਕਦਮ ਇੱਧਰ। ਤੇ ਉਸ ਤੋਂ ਬਾਅਦ ਫਿਰ ਜੀ ਮੈਂ ਜ਼ਿਆਦਾ ਬੇ ਏਰੀਆ 'ਚ ਰਿਹਾ ਜੀ, ਫਰੀਮੌਂਟ ਗੁਰਦੁਆਰਾ ਦਾ ਮੈਂ ਪ੍ਰਧਾਨ ਵੀ ਰਿਹਾ 2 ਟਰਮ। ਤੇ ਉਸ ਤੋਂ ਬਾਅਦ ਮੈਂ ਆਪਣੇ ਆਰਗੇਨਾਈਜੇਸ਼ਨ ਫॉर ਮਾਈਨੋਰਿਟੀਜ਼ ਆਫ ਇੰਡੀਆ ਇਹ ਬਣਾਈ ਆ, ਸਿੱਖ ਇਨਫੋਰਮੇਸ਼ਨ ਸੈਂਟਰ, ਉਹ ਅਸੀਂ ਖੜਾ ਕੀਤਾ ਜੀ। ਇਸ ਤੋਂ ਇਲਾਵਾ ਪਿੱਛੇ ਮੈਂ ਕਿਤਾਬ ਲਿਖੀ ਸੀ ਜਿਹੜੀ ਕਿ ਮੈਂ ਸਮਝਦਾ ਵੀ ਹਰੇਕ ਸਿੱਖ ਦੇ ਟੇਬਲ ਤੇ ਹੋਣੀ ਚਾਹੀਦੀ ਆ, ਉਹ ਇੰਗਲਿਸ਼ ਦੇ ਵਿੱਚ ਆ, ਤੇ ਉਹਦਾ ਨਾਂ ਹੈਗਾ ਵਾ ਕੈਪਟੀਵੇਟਿੰਗ ਦ ਸਿੰਪਲ ਹਾਰਟਡ, ਤੇ ਭੋਲੇ ਭਾਲੇ ਦਿਲਾਂ ਨੂੰ ਮੋਹਿਤ ਕਰਨਾ। ਇਹ ਗੁਰੂਆਂ ਦੇ ਜੋ ਨਕਸ਼ੇ ਕਦਮ ਆ ਟੋਟਲ ਸਿੱਖ ਇਤਿਹਾਸ ਹੋਣ ਤਾਈਂ, ਤੇ ਉਹਨੂੰ ਬੜੇ ਸਿੰਪਲ ਤਰੀਕੇ ਨਾਲ ਕਵਰ ਕੀਤਾ। ਤੇ ਉਹ ਤੁਸੀਂ ਐਮਾਜ਼ੋਨ ਤੋਂ ਜਾਂ ਗੂਗਲ ਕਰਕੇ ਵੇਖ ਸਕਦੇ ਹੋ। ਸੋ ਇਹ ਹੈਗੀ ਜੀ ਬੇਸਿਕਲੀ ਮੇਰੀ ਜਿਹੜੀ ਇੰਟਰੋਡਕਸ਼ਨ ਆ। ਤੇ ਹੁਣ ਮੈਂ ਜ਼ਿਆਦਾ ਫਾਊਂਡਰ ਹੈਗਾ ਆਰਗੇਨਾਈਜੇਸ਼ਨ ਫॉर ਮਾਈਨੋਰਿਟੀ ਆਫ ਇੰਡੀਆ ਦਾ, ਜਿਹਦੇ ਵਿੱਚ ਅਸੀਂ ਹਿਊਮਨ ਰਾਈਟਸ ਆਈਡੀਓਲੋਜੀਕਲ ਜਿਹੜੀ ਇਹ ਵਾਰਫੇਅਰ ਚੱਲਣ ਡਈ ਹੈ ਇਹਦੇ ਤੇ ਧਿਆਨ ਦੇਣੀ, ਤਵੱਜੋ ਦੇਣੀ। ਤੇ ਹੁਣ ਤੁਸੀਂ ਦੱਸੋ ਜੀ। ਹਾਂਜੀ, ਤੁਸੀਂ ਕੰਟੀਨਿਊ ਜੀ ਕਰੀ ਚਲੋ ਜੀ। ਮੈਂ ਤੁਹਾਨੂੰ ਸਵਾਲ ਘੱਟ ਹੀ ਪੁੱਛਣੀ ਕਿਉਂਕਿ ਮੈਨੂੰ ਪਤਾ ਨਹੀਂਗਾ ਵੀ ਮੈਂ ਸਵਾਲ ਪੁੱਛਣਾ ਕੀ ਆ, ਮੇਨ ਤਾਂ ਇਹ ਗੱਲ ਆ। ਪਰ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ, ਜਿੱਦਾਂ ਕਿ ਅੱਗੇ ਮੈਂ ਅਨਾਊਂਸਮੈਂਟ ਕਰ ਚੁੱਕਿਆ ਵੀ RSS ਆ, ਤੇ RSS ਜਿੱਥੇ ਵੀ ਇੰਡੀਅਨ ਜਾਊਗਾ ਤੇ ਨਾਲ ਫਿਰ ਸਾਡੇ ਕੰਮ ਵੀ ਨਾਲ ਜਾਣੀ ਆ ਜੀ। ਜੇ ਪੰਜਾਬੀ ਜਾਊਗਾ ਤੇ ਨਾਲ ਦਮਦਮੀ ਟਕਸਾਲ ਆਉਂਦੀ ਆ, ਨਾਲ ਬਾਕੀ ਸਾਰੀਆਂ ਸਾਡੀਆਂ ਟਕਸਾਲਾਂ ਆਉਂਦੀਆਂ ਨੇ, ਨਾਲ ਮਿਸ਼ਨਰੀ ਭਰਾ ਆਉਣਗੇ, ਤੇ ਹਰੇਕ ਸੰਸਥਾ ਨੇ ਜਾਣਾ। ਇਸੇ ਤਰੀਕੇ ਨਾਲ ਜੀ ਜਿੱਥੇ ਬਾਕੀ ਹਿੰਦੁਸਤਾਨੀ ਜਾਣਗੇ ਉੱਥੇ ਨਾਲ RSS ਵੀ ਜਾਊਗੀ, ਕਿਉਂਕਿ ਚਾਹੇ ਕੋਈ ਚੰਗੀ ਚੀਜ਼ ਆ ਚਾਹੇ ਕੋਈ ਮਾੜੀ ਚੀਜ਼ ਆ, ਉਹ ਸਾਡੇ ਨਾਲ ਕੈਰੀ ਤਾਂ ਹੁੰਦੀ ਆ। ਤੇ ਫਿਰ ਤੁਸੀਂ ਚਾਨਣਾ ਪਾਓ ਸਾਨੂੰ ਇੱਥੇ, ਕਿਉਂਕਿ ਮੈਨੂੰ ਥੋੜ੍ਹਾ ਪਤਾ ਲੱਗਿਆ ਵੀ ਤੁਸੀਂ ਉਹਦੇ ਬਾਰੇ ਕਾਫੀ ਜਾਣਦੇ ਹੋ, ਤੇ ਸਾਨੂੰ ਚਾਨਣਾ ਪਾਓ ਵੀ RSS ਇੱਥੇ ਫਿਰ ਅਮਰੀਕਾ ਦੇ ਵਿੱਚ ਕੀ ਕਰ ਰਹੀ ਆ ਐਟ ਏ ਟਾਈਮ, ਸਾਡੇ ਨਾਲ ਉਹਨਾਂ ਦਾ ਕੀ ਰਿਲੇਸ਼ਨ ਆ, ਉਹ ਕੋਈ ਚੰਗਾ ਕੰਮ ਕਰ ਰਹੇ ਆ ਜਾਂ ਇੱਥੇ ਵੀ ਉਹੀ ਹਾਲ ਆ ਜੋ ਕੁਛ ਪਿੱਛੇ ਸੁਣਦੇ ਆ, ਪੇਕੇ ਪਿੰਡ ਵਾਲੀ ਲੜਾਈ ਨਾਲ ਹੀ ਲਿਆਂਦੀ ਆ। ਹਾਂਜੀ। ਸੋ ਪਹਿਲੀ ਗੱਲ ਇਹ ਆ ਵੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਉਹ ਆਪਾਂ ਵੀਡੀਓ ਤੋਂ ਗੱਲ ਸ਼ੁਰੂ ਕਰੀਏ ਵੀ ਇਹੋ ਹੀ ਇੱਕ RSS ਦਾ ਏਜੰਡਾ ਵੀ ਤੁਹਾਡਾ ਯੂਨੀਵਰਸਿਟੀ ਦੇ ਵਿੱਚ ਸਿੱਖ ਜੈਨੀ ਚੇਅਰ ਬਣਾ ਦੇਣੀ। ਤੁਸੀਂ ਇਹ ਗੱਲ ਹੀ ਆਪਾਂ ਇੱਥੋਂ ਸ਼ੁਰੂ ਕੀਤੀ, ਜਿਹੜੀ ਵੀਡੀਓ ਦੀ ਤੁਸੀਂ ਗੱਲ ਕੀਤੀ। ਸੋ ਉਹਨਾਂ ਨੇ ਇੱਕ ਸਿੱਖ ਜੈਨੀ ਚੇਅਰ ਸ਼ੁਰੂ ਕੀਤੀ। ਉਸ ਚੇਅਰ ਦੇ ਵਿੱਚ ਜਿਹੜਾ ਯੋਗਾ ਵਾ ਇਹਨੂੰ ਜੋੜਿਆ ਜਾਂਦਾ ਗੁਰੂਆਂ ਦੇ ਨਾਲ। ਉਸ ਚੇਅਰ ਦੇ ਵਿੱਚ ਜਿਹੜੀ ਸ਼ਬਦਾਵਲੀ ਆ, ਅੱਛਾ ਯੋਗਾ ਜਿਹੜਾ ਕਰਾਉਂਦੇ ਆ, ਆਸਨ ਕਰਾਉਂਦੇ ਆ ਯੋਗਾ ਦੇ, ਇਹਨਾਂ ਨੂੰ ਗੁਰੂਆਂ ਨਾਲ ਜੋੜਿਆ ਜਾਂਦਾ? ਹਾਂਜੀ, ਖਾਸ ਕਰਕੇ ਜਿਹੜੇ ਯੋਗੀ ਹਰਭਜਨ ਸਿੰਘ ਦੇ ਜਿਹੜੇ ਯੋਗੀ, ਉਹ ਇੱਥੇ ਦੀ ਕਲਾਸ ਸੀ। ਨਿਰੰਜਨ ਕੌਰ ਖਾਲਸਾ ਇੱਕ ਜਿਹੜੀ ਹੈਗੀ ਆ ਯੋਗੀ
ਹਰਭਜਨ ਦੀ ਜੋ ਚੇਲੀ ਮੈਂ ਕਹੂੰਗਾ, ਤੇ ਉਹਦੀ ਉਹ ਚਲਾਉਂਦੀ ਹੈ ਜੀ ਇਹਨੂੰ, ਉਹ ਹੈਡ ਆ, ਬੀਬੀ ਨਿਰੰਜਨ ਕੌਰ ਆ ਇਸ ਕਲਾਸ ਦੀ। ਸੋ ਆਪਾਂ ਜੇ ਵੀਡੀਓ ਦੇ ਉੱਤੇ ਫੋਕਸ ਰੱਖਾਂਗੇ, ਉਹਦੇ ਵਿੱਚ ਜਿਹੜੀ ਇੰਡੀਅਨ ਮਿਨਿਸਟਰੀ ਤੇ ਜਿਹੜੀ ਹੈਗੀ ਆ ਯੂਨੀਵਰਸਿਟੀ ਤੇ ਸਿੱਖ ਜੈਨੀ ਚੇਅਰ ਤੇ ਖਾਸ ਕਰਕੇ ਜਿਹੜੇ 3HO ਆ ਯੋਗੀ ਹਰਭਜਨ ਸਿੰਘ ਦਾ ਜੋ ਅਮਰੀਕਨ ਕਮਿਊਨਿਟੀ ਆ ਮੈਂ ਕਹੂੰਗਾ, ਸੋ ਇਹਨਾਂ ਨੇ ਉਹ ਪ੍ਰੋਗਰਾਮ ਸਾਰਾ ਇਕੱਠਾ ਰੱਖਿਆ ਸੀ ਤੇ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਐਸ ਰਾਸ਼ਟਰੀਅਲ ਜਾਣੀ ਕਿ ਕਹਿੰਦੇ ਇੱਕ ਨੈਸ਼ਨਲ ਇੰਡੀਆ ਦਾ ਹੀਰੋ ਬਣਾ ਕੇ ਏਦਾਂ ਪੇਸ਼ ਕਰਨਾ ਸੀ। ਹਾਂਜੀ, ਸੋ ਮੈਂ ਗਿਆ ਸੀ ਉੱਥੇ ਇਹ ਦੱਸਣ ਵੀ ਇਹ ਜਿਹੜੀ ਚੇਅਰ ਆ ਇਹਦੇ ਪਿੱਛੇ RSS ਦਾ ਪੈਸਾ ਵਾ ਸਾਰਾ ਜੀ, ਪਰ ਉਹ ਮੈਂ ਕੁਛ ਵੀ ਗੱਲ ਕਰਨ ਤੋਂ ਪਹਿਲਾਂ ਮੈਂ ਆਪਣੀ ਉੱਥੇ ਪ੍ਰੋਟੈਸਟ ਕਰਨ ਗਿਆ ਸੀ ਤਾਂ ਕਿ ਅਲਰਟ ਹੋ ਜਾਣ ਗੌਰਮੈਂਟ ਵੀ, ਜੇ ਪਹਿਲੇ ਥਾਂ ਤੇ ਚੰਗੀ ਤਰ੍ਹਾਂ ਪ੍ਰੋਟੈਸਟ ਹੋ ਜੇ ਤੇ ਫਿਰ ਦੂਜੇ ਪਾਸੇ ਇਹ ਹੋ ਸਕੇ ਇਹ ਮੂੰਹ ਨਾ ਕਰਨ ਬਾਕੀ ਪ੍ਰੋਗਰਾਮ ਕਰਨ ਦਾ, ਤੇ ਹੋ ਸਕੇ ਇਸ ਪ੍ਰੋਸੈਸ ਦੇ ਜ਼ਰੀਏ ਹੋਰ ਵੀ ਭੈਣ ਭਰਾ ਜਾਗ ਪੈਣ ਤੇ ਇਹਨਾਂ ਦੀ ਕਨਫਰੰਟੇਸ਼ਨ ਹੋਵੇ। ਤੇ ਫਿਰ ਹੋਇਆ ਇਨਬੈਨੀ ਇਦਾਂ ਹੀ ਜੀ, ਉਹ ਜਿਹੜੀ ਮੈਂ ਤੇ ਉਹਨੂੰ ਆਈਡੀਓਲੋਜੀਕਲ ਤੌਰ ਤੇ ਪ੍ਰੋਟੈਸਟ ਕਰਨ ਵਾਸਤੇ ਪਹੁੰਚਿਆ ਤੇ ਸਭ ਕੁਝ, ਪਰ ਉਹਨਾਂ ਨੇ ਕੀ ਕੀਤਾ, ਉਹ ਪ੍ਰੋਗਰਾਮ ਸ਼ੁਰੂਆਤ ਤੋਂ ਪਹਿਲੋਂ ਉਹਨਾਂ ਨੇ ਜੋ ਗੁਰੂ ਗੋਬਿੰਦ ਸਿੰਘ ਦੀ ਦਸਤਾਰ ਦਾ ਸਿੰਬਲ ਆ ਉਹ ਇੱਕ ਪਹਿਲੀ ਗੱਲ ਫਲੋਰ ਤੇ ਰੱਖਿਆ ਹੋਇਆ ਸੀ ਜੀ, ਪਲਾਸਟਿਕ ਬੈਗ ਦੇ ਉੱਤੇ ਫਲੋਰ ਤੇ ਪਿਆ ਸੀ। ਹਾਂਜੀ, ਉਹ ਵੀਡੀਓ 'ਚ ਵੇਖ ਸਕਦੇ ਆ। ਉਹ ਇੱਕ ਡਾਕਟਰ ਸਹੋਤਾ ਉਹਨੇ ਚੁੱਕਿਆ, ਉਹ ਕਹਿੰਦਾ ਵੀ ਮੈਂ ਇਹ ਜਿਹੜਾ ਆਨਰ ਆ ਇਹ ਮੈਂ ਅੱਜ ਦੇਣਾ ਚਾਹੁੰਦਾ ਕਾਉਂਸਲਰ ਨੂੰ। ਜਦੋਂ ਉਹਨੇ ਆਨਰ ਦੇਣ ਦੀ ਗੱਲ ਕੀਤੀ ਮੇਰੇ ਕੋਲ, ਫਿਰ ਮੇਰੀ ਡਿਊਟੀ ਸੀ, ਮੈਂ ਖੜਿਆ ਵੀ ਇਹ ਗੁਰੂ ਗੋਬਿੰਦ ਸਿੰਘ ਦਾ ਆਨਰ ਇੱਕ BJP RSS ਓਰੀਐਂਟਡ ਬੰਦਿਆਂ ਦੇ ਸਿਰ ਤੇ ਇਹ ਨਹੀਂ ਜਾਣਾ ਚਾਹੀਦਾ। ਉਹ ਫਿਰ ਵੀਡੀਓ ਤੁਸੀਂ ਵੇਖ ਲਓ। ਸੋ ਇਹ ਜਿਹੜੀ ਕਨਫਰੰਟੇਸ਼ਨ ਸੀ ਇਹ ਬਾਅਦ ਦੇ ਵਿੱਚ ਆਲਮੋਸਟ ਬੜੀ ਵਾਇਰਲ ਹੋਈ ਜੀ, ਜਿੱਦਾਂ ਬੋਸਟਨ ਦੇ ਵਿੱਚ ਆਪਣੇ ਕੈਨੇਡਾ ਦੇ ਵਿੱਚ ਤੇ ਕਈ ਥਾਵਾਂ ਦੇ ਉੱਤੇ। ਫਿਰ ਉਹਦਾ ਇਹਨਾਂ ਦਾ ਸਾਰਾ ਪ੍ਰੋਗਰਾਮ ਸੀ ਵੀ ਅਸੀਂ 50-60 ਪ੍ਰੋਗਰਾਮ ਕਰਦੇ, ਉਹ ਫਿੱਕਾ ਪੈ ਗਿਆ। ਤੇ ਜਿੱਥੇ ਹੋਇਆ ਬੇਮਲੂਮਾ ਨਾ ਹੋਣ ਵਰਗਾ ਹੋਇਆ, ਸਿੱਖ ਕੌਮ ਜਾਗਰਤ ਹੋ ਗਈ ਤੇ ਕਾਉਂਸਲਰ ਦੇ ਥਾਵਾਂ ਤੇ ਆਸਟ੍ਰੇਲੀਆ ਤੋਂ ਲੈ ਕੇ ਇਹਨਾਂ ਨੂੰ ਗੁਰਦੁਆਰੇ ਤਾਈਂ ਇਹਨਾਂ ਦੀ ਫਿਰ ਲੋਕੀ ਪੁੱਛਗਿੱਛ ਕਰਨ ਲੱਗ ਪਏ। ਸੋ ਉਹ ਵੀਡੀਓ ਦੀ ਗੱਲ ਤੇ ਹੈਗੀ ਆ ਉੱਥੋਂ ਤਾਈਂ ਜੀ। ਵਾਹਿਗੁਰੂ ਜੀ, ਆਪਾਂ ਅੱਗੇ ਤੁਰਨ ਤੋਂ ਪਹਿਲਾਂ ਇੱਕ ਤਾਂ ਜਿਹੜੀ ਤੁਸੀਂ ਬੀਬੀ ਕਹੀ ਆ ਵੀ ਉੱਥੇ ਮੇਨ ਪਰਸਨ ਨੇ, ਉਹ ਕੌਣ ਨੇ? ਉਹ ਇੰਡੀਅਨ ਮੂਲ ਤੋਂ ਨੇ, ਉਹ ਪੰਜਾਬੀ ਮੂਲ ਤੋਂ ਨੇ, ਜਾਂ ਉਹ ਵਾਈਟ ਬੀਬੀ ਆ? ਉਹ ਜੀ ਯੋਗੀ ਹਰਭਜਨ ਸਿੰਘ ਦੀ ਜੋ ਵਾਈਟ ਚੇਲੀ ਹੈ ਜੀ, ਜਿਹੜੇ ਵਾਈਟ ਸਿੱਖ ਨੇ ਉਹ ਨੇ ਉਹ। ਹਾਂਜੀ, ਮੈਂ ਜ਼ਿਆਦਾ ਕਹੂੰਗਾ ਵੀ ਉਹ ਯੋਗੀ ਦੇ ਸਿੱਖ ਨੇ, ਨਾ ਕਿ ਉਹ ਤੇ ਕਿਉਂਕਿ ਉਹ ਮੰਨਦੇ ਯੋਗੀ ਨੂੰ ਆ। ਹਾਂਜੀ, ਇਟਸ ਨਾਟ ਕੋਈ ਕਿਸੇ ਦੇ ਖਿਲਾਫ ਨਹੀਂ ਇਹ ਗੱਲ, ਦੈਟ ਇਜ਼ ਵਾਟ ਆਈਡੀਓਲੋਜੀ ਇਜ਼। ਜੀ, ਕਿਉਂਕਿ ਉਹ ਪ੍ਰਚਾਰ ਜ਼ਿਆਦਾ ਉਹਨਾਂ ਦੇ ਥਰੂ ਹੋਇਆ ਨਾ, ਤੇ ਉਹ ਉਸ ਧਾਰਾ ਨੂੰ ਮੰਨਣਗੇ ਜਿਹੜੀ ਧਾਰਾ ਨੂੰ ਉਹ ਚਲਾ ਰਹੇ ਸੀ ਜੋਗੀ ਸਾਹਿਬ। ਚਲੋ ਉਹ ਤਾਂ ਵੱਖਰੀ ਗੱਲ ਆ। ਫਿਰ ਤੁਸੀਂ ਕਿਤੇ ਮੇਰੇ ਖਿਆਲ 'ਚ ਸਪੈਸ਼ਲ ਪ੍ਰੋਗਰਾਮ 'ਚ ਤਾਂ ਉਹ ਸਾਰੀ ਗੱਲ ਦੱਸ ਸਕੋਗੇ, ਆਪਾਂ ਨੇ ਤਾਂ ਦੱਸੀ ਨਹੀਂ ਜਾਣੀ ਪ੍ਰੋਗਰਾਮ, ਇੰਨਾ ਟਾਈਮ ਨਹੀਂ ਮਿਲਣਾ ਆਪਾਂ ਨੂੰ। ਹਾਂਜੀ। ਤੇ ਦੂਸਰਾ ਜੀ, ਜਿਹੜੀ ਤੁਸੀਂ ਨਾਲ ਇੱਕ ਗੱਲ ਕਹੀ ਆ ਵੀ ਆਪਣੀ ਜਿਹੜੀ ਚੇਅਰ ਆ ਉਹ ਸਾਂਝੀ ਕੀਤੀ ਆ ਜੈਨੀ ਨਾਲ, ਉਹ ਸਾਂਝੀ ਇੱਦਾਂ ਕਰ ਰਹੇ ਆ ਵੀ ਚਲੋ 50-50 ਕਰ ਲਓ, ਜਾਂ ਉਹ ਜੈਨ ਧਰਮ ਨੂੰ ਤੇ ਆਪਣਾ ਸਿੱਖ ਧਰਮ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਜਾਂ ਜਿਵੇਂ ਕਹਿ ਦਿੰਦੇ ਆ ਵੀ ਹਿੰਦੂ ਜਿਹੜੇ ਸਿੱਖ ਆ ਉਹ ਹਿੰਦੂ ਧਰਮ ਦਾ ਹੀ ਹਿੱਸਾ ਨੇ, ਉਹ ਸਿਰਫ ਪੱਗਾਂ ਹੀ ਬੰਨ੍ਹਦੇ ਆ, ਬਾਕੀ ਸਾਰਾ ਕੁਛ ਉਹ ਇਕੱਠੇ ਹੀ, ਅਸੀਂ ਉਹ ਸਾਡੇ ਹੀ ਭਰਾ ਨੇ। ਵੀ ਜਦੋਂ ਲੋੜ ਆ ਉਦੋਂ ਕਹਿ ਦਿੰਦੇ ਆ ਸਾਡੀ ਭਰਾ ਨੇ, ਤੇ ਜਦੋਂ ਕੋਈ ਪ੍ਰੋਬਲਮ ਸ਼ੋਅ ਕਰਨੀ ਹੁੰਦੀ ਹੈ ਸਿੱਖਾਂ ਦੇ ਨਾਂ 'ਤੇ, ਉਦੋਂ ਸਿੱਖਾਂ ਨੂੰ ਅੱਤਵਾਦੀ ਕਹਿ ਕੇ ਪਰਾਂ ਨੂੰ ਕਰ ਦਿੱਤਾ ਜਾਂਦਾ। ਉਦੋਂ ਇਹ ਨਹੀਂ ਕਿਹਾ ਜਾਂਦਾ ਵੀ ਉਦੋਂ ਇਹ ਸਾਡੇ ਭਰਾ ਨੇ, ਵੀ ਇਹ ਅੱਤਵਾਦੀ ਤਾਂ ਹੈਗੇ ਨੇ ਪਰ ਇਹ ਸਾਡੇ ਭਰਾ ਨੇ, ਉਦੋਂ ਇਹਨਾਂ ਨੂੰ ਅਲੱਗ ਇੱਕ ਸ਼ੋਅ ਕੀਤਾ ਜਾਂਦਾ। ਇਹ ਕੋਈ ਅਜਿਹੀ ਮਕਸਦ ਆ, ਜਾਂ ਉਹਨਾਂ ਨੇ ਸਿਰਫ ਇੱਦਾਂ ਕਿਹਾ ਵੀ ਅਸੀਂ ਵੀ ਪੂਰੇ ਪੈਸੇ ਨਹੀਂ ਲਾ ਰਹੇ ਚੇਅਰ ਦੇ 'ਤੇ ਤੇ 50-50 ਕਰ ਦਿੰਦੇ ਆ, ਵੀ ਇੱਦਾਂ ਚੇਅਰ ਉਹ ਸਾਂਝੀ ਕੀਤੀ? ਉਹ ਥੋੜ੍ਹਾ ਜਿਹਾ ਡਿਟੇਲ ਦਿਓ। ਸੋ ਇਹ ਆ ਕਿ ਪਹਿਲੀ ਗੱਲ ਆਪਾਂ ਜਾਣਕਾਰੀ ਲੈਣ ਨੂੰ ਇੱਕ ਦੂਜੇ ਤੋਂ ਇਕੱਠੇ ਹੋਏ ਆ, ਤੇ ਹੋ ਸਕੇ ਇਹ ਜਿਹੜੇ ਸਿਸਟਮ ਉਹਨਾਂ ਨੇ ਇੰਨੇ ਵੱਧੇ ਬੁਰੇ ਤਰੀਕੇ ਨਾਲ ਵੀ ਲੋਕਾਂ ਦੇ ਵਿੱਚ ਉਹਨਾਂ ਨੇ ਜਕੜਿਆ ਆ, ਕੋਈ ਪ੍ਰੋਫੈਸਰ ਆ ਕੋਈ ਹੈ ਨਾ। ਸੋ ਹੋਪਫੁਲੀ ਜਿਹੜੀ ਸਾਡੀ ਅਵੇਅਰਨੈਸ ਆ ਇਹਦੇ ਵਿੱਚੋਂ ਅਸੀਂ ਲੋਕਾਂ ਨੂੰ ਜੋੜ ਸਕਾਂਗੇ, ਨਾ ਕਿ ਬਲੇਮ ਕਰਕੇ ਕੋਈ ਤੋੜ ਸਕਾਂਗੇ। ਆਪਾਂ ਅਵੇਅਰਨੈਸ ਤੇ ਐਜੂਕੇਸ਼ਨ ਦੇ ਯਤਨ ਨਾਲ ਅੱਜ ਗੱਲ ਕਰ ਰਹੇ ਆ। ਤੇ ਜਿਹੜੀ ਤੁਹਾਡੀ ਗੱਲ ਹੁਣ ਹੈਗੀ ਆ ਵੀ ਉਹ ਜਿਹੜੀ ਤੁਹਾਡੀ ਹੁਣ ਗੱਲ ਚੱਲਣ ਰਹੀ ਆ ਜੀ ਵੀ ਕੀ ਇਹਦੇ ਚੇਅਰ ਦੇ ਮਗਰ ਕੀ ਸੋਚ ਆ। ਸੋ ਪਹਿਲੋਂ ਨਾ ਆਪਾਂ ਇਹ ਸੋਚ ਨੂੰ ਸਮਝਣ ਨੂੰ ਆਪਾਂ ਤੁਹਾਨੂੰ ਲੈ ਕੇ ਜਾਂਦੇ ਆ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਹਾਂਜੀ ਜੀ। ਸੋ ਇਹ ਇੱਕ ਨਿਰਪੱਖ ਅਮਰੀਕਾ ਦਾ ਹੈਗੀ ਆ ਜਥੇਬੰਦੀ, ਜਿਹੜੀ ਹਰੇਕ ਪ੍ਰੈਜ਼ੀਡੈਂਟ ਨੂੰ
ਨਿੱਜੀ ਨਿਰਪੱਖ ਸਲਾਹ ਦਿੰਦੀ ਹੈ, ਚਾਹੇ ਉਹ ਰਿਪਬਲਿਕਨ ਹੋਵੇ ਚਾਹੇ ਉਹ ਡੈਮੋਕ੍ਰੈਟ ਹੋਵੇ। ਉਹਨਾਂ ਨੇ ਆਪਣੀ 2009 ਦੀ ਰਿਪੋਰਟ ਦੇ ਵਿੱਚ ਇਹ RSS ਜਿਹਨੂੰ ਸੰਘ ਪਰਿਵਾਰ ਕਹਿੰਦੇ ਆ, ਹਾਂਜੀ ਜੀ, ਇਹ ਸੰਘ ਪਰਿਵਾਰ ਦਾ ਇਸ ਤਰੀਕੇ ਨਾਲ ਸਮਝਾਇਆ ਵੀ ਆਲਮੋਸਟ ਇਹ 30 ਆਰਗੇਨਾਈਜੇਸ਼ਨ ਹੈਗੀਆਂ, ਜਿਹਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, ਰਾਸ਼ਟਰੀ ਸਵੈਮ ਸੇਵਕ ਸੰਘ, BJP, ਇਹ ਤਾਂ 30 ਆਰਗੇਨਾਈਜੇਸ਼ਨ ਹੈਗੀਆਂ। ਤੇ ਉਸ ਯੂਨਾਈਟਿਡ ਸਟੇਟਸ ਕਮਿਸ਼ਨ ਜਿਹੜਾ ਰਿਲੀਜੀਅਸ ਫਰੀडम ਉਹ ਕਹਿੰਦਾ ਵੀ ਇਹਨਾਂ ਦਾ ਏਜੰਡਾ ਹੈਗਾ ਟੂ ਪ੍ਰਮੋਟ ਹਿੰਦੂ ਨੈਸ਼ਨਲਿਸਟ ਏਜੰਡਾ। ਤੇ ਉਹਨਾਂ ਦੀ ਨਿੱਕੀ ਮੋਟੀ ਕੋਈ ਫਰਕ ਉਹ ਜ਼ਿਆਦਾ ਹਿੰਦੂਤਵਾਦੀ ਇੱਕ ਆਈਡੀਓਲੋਜੀ ਚੋਂ ਸਾਰੇ ਖੜੇ ਨੇ ਵੀ ਕੋਈ ਵੀ ਗੈਰ ਹਿੰਦੂ ਜਿਹੜਾ ਇੰਡੀਆ 'ਚ ਹੈਗਾ ਉਹ ਫੋਰਨਰ ਆ, ਇਹ ਰਿਪੋਰਟ ਕਹਿੰਦੀ ਹੈ। ਜਾਣੀ ਕਿ ਸਿੱਖ ਹੋਣ, ਆਪਣੇ ਬੋਧੀ ਹੋਣ, ਕ੍ਰਿਸਚਨ ਹੋਣ, ਇਸਲਾਮ ਹੋਵੇ, ਉਹ ਫੋਰਨ ਗਿਣੇ ਜਾਣਗੇ ਜੇ ਆਪਣੇ ਆਪ ਨੂੰ ਉਹ ਹਿੰਦੂਤਵਾ ਤੇ ਹਿੰਦੂ ਨਹੀਂ ਅਖਵਾਉਣਗੇ। ਸੋ ਇਹ ਜਿਹੜੀ ਹੈਗੀ ਆ ਜਿੱਦਾਂ ਹੁਣ ਜਿਹਨੇ ਇਹ ਸਾਰੀ ਹਿੰਦੂਤਵਾ ਦਾ ਏਜੰਡਾ ਕੋਇਨ ਕੀਤਾ ਉਹ ਹੈਗਾ VD ਸਾਵਰਕਰ 1923 'ਚ, ਹਾਂਜੀ ਜੀ। ਇਹ ਜਦੋਂ ਹਿਟਲਰ ਦੀ ਮੂਵਮੈਂਟ ਆਈ ਆ ਉਹਨੇ ਉਦੋਂ ਇਹ ਗੱਲ ਕਹੀ ਆ, India must be a Hindu land reserved for the Hindus. जी. Anji. So India meant being we are Indians because we are Hindus and vice versa. ਜੇ ਤੁਸੀਂ ਇੰਡੀਅਨ ਆ ਤੁਸੀਂ ਹਿੰਦੂ ਆ, ਜੇ ਤੁਸੀਂ ਜੇ ਤੁਸੀਂ ਹਿੰਦੂ ਆ ਤੇ ਤੁਸੀਂ ਇੰਡੀਅਨ ਆ, ਤੇ ਅਦਰਵਾਈਜ਼ ਯੂ ਆਰ ਫੋਰਨਰਸ, ਤੇ ਤੁਹਾਨੂੰ ਇਦਾਂ ਅਸੀਂ ਟ੍ਰੀਟ ਕਰਾਂਗੇ। ਸ਼ਾਇਦ ਇਸੇ ਦਾ ਹੀ ਚੱਕਰ ਹੋਵੇ ਜੀ ਵੀ ਭਾਰਤ ਦਾ ਨਾਮ ਹਿੰਦੁਸਤਾਨ ਕੀਤਾ ਗਿਆ। Well, we can, but ਕਿਉਂਕਿ ਇਹ ਵਿੱਚ ਵਿਚਾਲੇ ਨਿਕਲ ਆਣਾ ਜੀ। I want to caution, I want to stay on the topic because ਆਪਾਂ ਨੂੰ ਬਹੁਤ ਜ਼ਿਆਦਾ ਇਹਦਾ ਫਲਾਹ ਹੋ ਜਾਊਗਾ ਤੇ ਆਪਾਂ ਕਰੀ ਜਾਵਾਂਗੇ ਇਹਦੇ ਬਾਰੇ ਗੱਲ ਜੀ। ਤੇ I like to focus on ਵੀ ਜਿਹੜੀ ਚੇਅਰ ਆ ਤੇ ਉਹਦਾ ਮਤਲਬ ਕੀ, ਜਿਹੜੀ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਵੀ ਉਹਦਾ ਏਜੰਡਾ ਕੀ ਹੈ। ਹਾਂ, ਆਪਾਂ ਉਹਦੇ ਤੇ ਰਹੀਏ ਜੀ। ਇਹਦੀ ਮੈਂ ਜਿਹੜੀ ਬੈਕਗ੍ਰਾਉਂਡ ਦੇ ਰਿਹਾ ਵੀ ਇਹਨਾਂ ਦੀ ਇਹ ਹੈਗੀ ਆਈਡੀਓਲੋਜੀ ਸਾਰੀ, ਠੀਕ ਨਹੀਂ ਜੀ। ਸੋ ਜਿਨ੍ਹਾਂ ਨੇ ਉਹ ਚੇਅਰ ਬਣਾਈ ਆ, ਜਿਹੜੀ ਇਹ ਚੇਅਰ ਬਣਾਈ ਆ ਆਪਣੇ ਸਿੱਖ ਜੈਨੀ ਚੇਅਰ, ਹਾਂਜੀ ਜੀ, ਜਿਹੜੀ ਸਿੱਖ ਜੈਨੀ ਬਣਾਈ ਆ, ਇਹਦੇ ਜਿਹੜੇ ਬੀਬੀ ਨਿਰੰਜਨ ਕੌਰ ਨੂੰ ਜਿਹਨੇ ਪੈਸੇ ਦਿੱਤੇ, ਫੰਡ ਕੀਤਾ, ਉਹ ਜਥੇਬੰਦੀ ਦਾ ਨਾਂ ਹੈਗਾ ਵਾ ਓਬਰੋਏ ਫਾਊਂਡੇਸ਼ਨ। ਇਹ ਕੈਰੋਲਾਈਨਾ ਦੀ ਉੱਧਰ ਹੈਗੀ ਹੈ ਜਥੇਬੰਦੀ, ਇਹ ਨਾਨ ਪ੍ਰੋਫਿਟ, ਇਹਨਾਂ ਦਾ ਬਹੁਤ ਵੱਡੇ ਬਜਟ ਹੈ ਜੀ। ਇਹਨਾਂ ਨੇ 85,000 ਦੀ ਇੱਥੇ ਚੇਅਰ ਲਾਈ ਆ, ਉਹਦਾ ਨਾਂ ਰੱਖਿਆ ਸਿੱਖ ਜੈਨੀ ਚੇਅਰ। ਸੋ ਜਿਹੜੇ ਪੈਸਾ ਸਾਰਾ ਹਿੰਦੂ ਜਥੇਬੰਦੀ ਨੇ ਲਾਇਆ ਜੀ, ਕੋਈ ਵਿੱਚ ਸਿੱਖ ਜਥੇਬੰਦੀ ਵੀ ਹੈ ਨਾਲ ਕੋਈ ਉਹਨਾਂ ਦੇ? ਭਾਜੀ ਇੱਕ ਮਿੰਟ, ਮੇਰੀ ਗੱਲ ਮੁੱਕ ਲੈਣ ਦਿਓ ਜੀ। Right, we too many questions and we're not going to get anywhere. Thank you. Right? Yeah. So you have to be careful. You're putting my thoughts all over the place. जी. So ਜਿਹੜੀ ਹੈਗੀ ਆ ਇਹ ਜਿਹੜੀ ਓਬਰੋਏ ਫਾਊਂਡੇਸ਼ਨ ਆ, ਸੋ ਜਿਹੜੀ ਉਹ ਇਹ ਬਹੁਤ ਜ਼ਰੂਰੀ ਆ ਅਮਰੀਕਾ ਵਿੱਚ। ਹੁਣ ਆਪਾਂ ਅਮਰੀਕਾ ਦੀ ਗੱਲ ਕਰ ਰਹੇ ਹਾਂ, RSS ਦੀ। ਹੁਣ ਆਪਾਂ ਪੰਜਾਬ ਨੂੰ ਥੋੜਾ ਛੱਡੀਏ, ਹੁਣ ਆਪਾਂ ਅਮਰੀਕਾ ਜਾਈਏ ਵੀ ਇੱਥੇ ਜਿਹੜੇ ਬੰਦੇ ਖਾਸ ਕਰਕੇ ਰਿਫਿਊਜੀ ਸਟੇਟਸ ਲੈ ਕੇ ਇੱਥੋਂ ਭੱਜੇ ਆਏ ਨੇ ਕਿ ਅਸੀਂ ਉੱਥੋਂ ਦੁਖੀ ਨੇ, ਸਾਡੀ ਆਰਥਿਕਾ ਸਾਡੀ, ਉਹਨਾਂ ਲਈ ਖਾਸ ਕਰਕੇ ਆ ਵੀ ਜੇ ਇੱਥੋਂ ਵੀ ਅਸੀਂ ਮਾਰ ਖਾ ਗਏ ਆਪਾਂ ਕਿੱਥੇ ਜਾਵਾਂਗੇ। ਸੋ ਸਾਨੂੰ ਇਹਨਾਂ ਦੀ ਜਿਹੜੀ ਜੜ ਆ ਉਹ ਪਕੜਨੀ ਪੈਣੀ ਆ। ਸੋ ਜਿਹੜੀ ਓਬਰੋਏ ਫਾਊਂਡੇਸ਼ਨ ਆ, ਇਹਨੇ $85,000 ਦਿੱਤਾ ਸੀ ਬੀਬੀ ਨਿਰੰਜਨ ਕੌਰ ਨੂੰ। ਫਿਰ ਆਪਾਂ ਅਗਲੇ ਟੌਪਿਕ ਤੇ ਤੁਹਾਨੂੰ ਇਹਦੇ ਤੇ ਚਿਹਰਾਂ ਤੇ ਗੱਲ ਕਰਾਂਗੇ ਸਾਰੀ ਡਿਟੇਲ ਦੇ ਨਾਲ। ਹਾਂਜੀ, ਆਪਾਂ ਨੂੰ ਅੱਜ ਇਹਦੀ ਬੇਸ ਬਣ ਲਈ ਇਹ ਗੱਲ ਦੀ। ਸੋ ਤੁਸੀਂ ਜਦੋਂ ਕਹਿੰਦੇ ਆ ਵੀ ਇਹ ਚਿਹਰਾ ਦਾ ਮਤਲਬ ਕੀ ਆ, ਇਹ ਜਿਹੜੀ ਓਬਰੋਏ ਫਾਊਂਡੇਸ਼ਨ ਆ, ਇਹਦਾ ਕਰਤਾ ਧਰਤਾ ਹੈਗਾ ਪ੍ਰੋਫੈਸਰ ਵੇਦ ਨੰਦਾ। 1965 'ਚ ਇੱਥੇ ਆਇਆ ਤੇ RSS ਦਾ ਇੱਕ ਕੇਡਰ ਦਾ ਮੈਂਬਰ ਆ ਜੀ ਉੱਥੋਂ। ਉਹਨੇ ਆ ਕੇ ਇੱਥੇ ਬਣਾਈ ਹੈ ਹਿੰਦੂ ਸਵੈਮ ਸੇਵਕ ਸੰਘ। RSS ਤੇ ਹਿੰਦੂ ਸਵੈਮ ਸੇਵਕ ਸੰਘ ਇੱਕੋ ਚੀਜ਼ ਆ, ਪਰ ਜਦੋਂ ਭਾਰਤ ਦੀ ਧਰਤੀ ਦੇ ਹੈਗੇ ਉਦੋਂ RSS ਆ, ਜਦੋਂ ਉਹ ਧਰਤੀ ਨੂੰ ਤੁਸੀਂ ਛੱਡ ਜਾਂਦੇ ਉਦੋਂ ਤੁਸੀਂ ਹਿੰਦੂ ਸਵੈਮ ਸੇਵਕ ਸੰਘ ਬਣ ਜਾਂਦੇ। ਸੋ ਹਿੰਦੂ ਸਵੈਮ ਸੇਵਕ ਸੰਘ ਦੀ ਜਿਹੜੀ ਇਹ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਵੱਡੇ ਇਨਫਿਲਟ੍ਰੇਸ਼ਨ ਓਬਰੋਏ ਫਾਊਂਡੇਸ਼ਨ ਦੇ ਰਾਹੀਂ, ਜਿਹਦੇ ਕੋਲ 7.4 ਮਿਲੀਅਨ ਦਾ ਬਜਟ ਆ 2015 ਦੇ ਜਿਹੜੇ ਉਹਦੇ ਹੈਗੇ ਨੇ ਪਬਲਿਕ ਰੈਕਰਡਸ। ਸੋ ਉਹਦੇ ਵਿੱਚੋਂ ਇਹ ਚੀਜ਼ਾਂ ਸਾਰੀਆਂ ਆ ਰਹੀਆਂ। ਹੁਣ ਤੁਸੀਂ ਬੈਕਗ੍ਰਾਉਂਡ ਸਮਝ ਗਏ ਵੀ ਇਹ ਜਿਹੜੀ ਚੇਅਰ ਦਾ ਮਕਸਦ ਕੀ ਆ, ਕੌਣ ਵਿੱਚ ਕੀ ਕਰ ਰਿਹਾ, ਤੁਸੀਂ ਅੰਡਰਸਟੈਂਡ ਹੋ ਗਈ ਆਪਣਾ ਗੱਲ ਇਹ? ਹਾਂਜੀ, ਮੈਨੂੰ ਕਾਲ ਆ ਗਈ ਸੀ ਜੀ, ਤੇ ਪਰ ਸਰੋਤਿਆਂ ਨੇ ਤਾਂ ਅੰਡਰਸਟੈਂਡ ਕਰ ਹੀ ਲਈ ਹੋਣੀ ਆ, ਤੇ ਮੈਂ ਦੁਬਾਰਾ ਰਿਕਾਰਡਿੰਗ ਸੁਣ ਲੈਣੀ ਆ। ਕੋਈ ਗੱਲ ਨਹੀਂ, ਤੁਸੀਂ ਅੱਗੇ ਚੱਲ ਗਏ ਆਪਾਂ। ਹਾਂਜੀ।
ਸੋ ਇਹ ਹੈਗੀ ਆ ਜੀ ਉਹ ਚੇਅਰ ਦੀ ਤੇ ਇਹ ਸਾਰੀ ਕਹਾਣੀ, ਤੇ ਇਹ ਹੈਗਾ RSS ਦੀ ਜਿਹੜੀ ਬੈਕਗਰਾਉਂਡ ਆ। ਹਾਂਜੀ ਜੀ। ਹੁਣ ਜਿਹੜੀ RSS ਦੀ ਇੰਡੀਆ ਦੀ ਅਤੇ ਭਾਰਤ ਦੀ ਸੋਚ ਆ ਵੀ ਅਸੀਂ ਸਾਰਿਆਂ ਨੂੰ ਹਿੰਦੂ ਬਣਾਉਣਾ ਤੇ ਇੱਕ ਸਿਰੀਅਨ ਬਣਾਉਣੇ ਆ, ਉਹਦੇ ਜਿਹੜੇ ਵੱਡੇ ਪੱਧਰ ਦੇ ਉੱਤੇ ਜਿੱਦਾਂ ਓਬਰਾਏ ਫਾਊਂਡੇਸ਼ਨ ਆ, ਹੁਣ ਪ੍ਰੋਫੈਸਰ ਵੇਦ ਨੰਦਾ, ਹਿੰਦੂ ਸਵੈਮ ਸੇਵਕ ਸੰਘ, ਉਹਨਾਂ ਨੇ ਕਹਾ ਹਿੰਦੂ ਅਮਰੀਕਨ ਫਾਊਂਡੇਸ਼ਨ, ਇਹ ਸਾਰੀਆਂ ਜਥੇਬੰਦੀਆਂ ਬਣਾਈਆਂ ਤੇ ਉਹ ਅੰਡਰਮਾਈਨ ਕਰਦੀਆਂ ਨੇ ਸਿੱਖਾਂ ਨੂੰ ਇੱਥੇ। ਹਾਂਜੀ, ਉਹ ਸਿੱਖਾਂ ਨੂੰ ਇੱਥੇ ਅੰਡਰਮਾਈਨ ਕਰ ਰਹੀਆਂ ਨੇ। ਤੇ ਕਿਸ ਤਰੀਕੇ ਨਾਲ ਅੰਡਰਮਾਈਨ ਕਰ ਰਹੀਆਂ, ਮਿਸਾਲ ਦੇ ਤੌਰ ਤੇ ਮੈਂ ਇੱਕ ਸਿੱਖ ਜੈਨੀ ਚੇਅਰ ਦਾ ਤੁਹਾਨੂੰ ਹਵਾਲਾ ਦੇ ਦਿੱਤਾ ਸੀ ਜੀ, ਠੀਕ ਨਹੀਂ, ਤੇ ਉਹਦੇ ਵਿੱਚ ਇਹਨਾਂ ਦੇ ਗੋਲ ਹੈ, ਪਹਿਲੀ ਗੱਲ ਵੀ ਸਿੱਖ ਜੈਨੀ ਚੇਅਰ ਦਾ ਤੇ ਕੋਈ ਮਤਲਬ ਨਹੀਂ, ਕਿਉਂਕਿ ਇੰਡੀਆ ਦੇ ਵਿੱਚ ਉਹ ਜਿਹੜੀ RSS ਆ ਉਹ ਸਿੱਖਾਂ ਨੂੰ ਹਿੰਦੂ ਸਮਝਦੀ ਆ, ਜੈਨੀਆਂ ਨੂੰ ਹਿੰਦੂ ਸਮਝਦੀ ਆ, ਉਹੋ ਜਿਹੀ ਚੀਜ਼ ਇੱਥੇ ਲਾਗੂ ਕਰਨੀ ਆ। ਤੇ ਹੌਲੀ ਹੌਲੀ ਵੀ ਇੱਕ ਵਾਰੀ ਜੈਨੀ ਕਹਿਣਗੇ ਹੌਲੀ ਹੌਲੀ ਲਿਆਉਣਾ ਤਾਂ ਉੱਥੇ ਹੀ ਆ ਨਾ, ਹਿੰਦੂ ਤਬ ਦੇ ਥੱਲੇ ਲੈ ਕੇ ਆਉਣ ਦੀ ਕੋਸ਼ਿਸ਼ ਕਰਨੀ ਆ। ਉਹ ਡਿਕਲੇਅਰ ਪਾਲਿਸੀ ਹੈ ਜੀ, ਓਪਨ ਪਾਲਿਸੀ ਹੈ। ਹਾਂਜੀ, ਸਲੋ ਭੋਜਨ ਆ। ਹਾਂਜੀ ਹਾਂਜੀ। ਸੋ ਇਹਦੇ ਵਿੱਚ ਇੱਕ ਤੇ ਇਹ ਤੁਹਾਡੇ ਜਿਹੜਾ ਐਜੂਕੇਸ਼ਨ ਸਿਸਟਮ ਆ, ਇਹਦੇ ਵਿੱਚ ਆਪਾਂ ਫਿਰ ਡਿਟੇਲ ਨਾਲ ਗੱਲ ਕਰ ਸਕਦੇ ਵੀ ਇਹ ਕੀ ਕਰ ਰਹੇ ਨੇ ਤੇ ਕਿੱਦਾਂ ਕਰ ਰਹੇ ਆ। ਹਾਂਜੀ ਜੀ। ਸੋ ਦੂਜਾ ਪੱਖ ਆਪਾਂ ਇਹ ਗੱਲ ਕਰੀਏ ਵੀ ਮਿਸਾਲ ਦੀ ਤੌਰ ਤੇ ਤੁਹਾਨੂੰ ਯਾਦ ਹੋਣਾ ਵੀ ਫਰੈਜ਼ਨੋ ਦੇ ਵਿੱਚ ਜਦੋਂ ਆਪਾਂ ਇਹ 1984 ਦਾ ਘੱਲੂਘਾਰਾ ਦਿਵਸ ਤੇ ਸਿਟੀ ਵੱਲੋਂ ਕੋਈ ਰੈਜ਼ੋਲੂਸ਼ਨ ਪਾਸ ਕਰਾਉਣ ਲੱਗੇ ਸੀ, ਤੇ ਇੰਡੀਅਨ ਕੌਂਸਲ ਤੇ ਇੱਥੇ ਜਿਹੜਾ ਲੋਕਲ ਮਸ਼ਹੂਰ ਹੈਗਾ ਨੇ ਸੁਦਰਸ਼ਨ ਕਪੂਰ, ਜਿਹੜੇ ਫਰੈਜ਼ਨੋ ਦੇ ਵਿੱਚ ਕਾਫੀ ਫਰੈਜ਼ਨੋ ਸਟੇਟ 'ਚ ਪ੍ਰੋਫੈਸਰ ਲੱਗੇ ਨੇ, ਇਹਨਾਂ ਨੇ ਆਪੋਜੀਸ਼ਨ ਕਰਾ ਕੇ ਤੇ ਇੱਕ ਟਾਈਮ ਇੱਦਾਂ ਆਇਆ ਵੀ ਸਾਡਾ ਰੈਜ਼ੋਲੂਸ਼ਨ ਇਹਨਾਂ ਨੇ ਟੇਬਲ ਤੋਂ ਲਾ ਵੀ ਦਿੱਤਾ। ਫਿਰ ਦੁਬਾਰਾ ਸਿੱਖ ਕੌਮ ਇਕੱਠੀ ਹੋਈ ਤੇ ਫਿਰ ਇਹਨਾਂ ਨੇ ਉਹ ਰੈਜ਼ੋਲੂਸ਼ਨ ਫਿਰ ਦੁਬਾਰਾ ਲਿਆਂਦਾ। ਤੁਹਾਨੂੰ ਯਾਦ ਹੈ ਇਸ ਗੱਲ ਦਾ ਜੀ? ਜੀ, ਮੈਨੂੰ ਪਤਾ ਹੀ ਨਹੀਂ, ਯਾਦ ਤਾਂ ਬਾਅਦ ਦੀ ਗੱਲ ਆ ਜੀ, ਮੈਂ ਜੁੜਿਆ ਹੀ ਮੀਡੀਆ ਨਾਲ ਤੇ ਸਿਸਟਮ ਨਾਲ ਲੇਟ ਆ। ਤੁਹਾਡੇ ਲੋਕਲ ਸ਼ਹਿਰ ਦੀ ਗੱਲ ਆ ਜੀ, ਫਰੈਜ਼ਨੋ ਦੀ। ਇਹਦੇ ਬਾਰੇ ਜੀ, ਮੈਂ ਕਿਸੇ ਵੀ ਐਕਟੀਵਿਟੀ 'ਚ ਨਹੀਂ ਰਿਹਾ ਜੀ, ਇਸੇ ਕਰਕੇ ਮੈਨੂੰ ਪਬਲਿਕ ਇੱਥੇ ਰਹਿਣ ਦੇ ਬਾਵਜੂਦ ਸੇਮ ਗੁਰਦੁਆਰੇ ਜਿੱਥੇ ਮੈਂ ਜਾਂਦਾ ਜੀ ਉੱਥੋਂ ਦੀ ਵੀ ਸੰਗਤ ਕਹਿੰਦੀ ਆ ਤੂੰ ਹੁਣੀ ਆਇਆ। ਮੈਨੂੰ ਸਮਝ ਆ ਜਨਤਾ ਵੀ ਮੈਂ 4 ਸਾਲ ਪਹਿਲਾਂ ਹੀ ਇੱਥੇ ਆਇਆ, ਤੇ ਪਰ ਮੈਂ ਪਹਿਲਾਂ ਦਾ ਰਹਿਣਾ ਤੇ ਪਰ ਮੈਂ ਕਿਸੇ ਐਕਟੀਵਿਟੀ ਦੇ ਨਾਲ ਜੁੜਿਆ ਹੀ ਨਹੀਂ ਕਦੇ। ਠੀਕ ਆ, ਆਲਮੋਸਟ ਇਹ 2016 ਮੇਰੀ ਖਾਮੀ ਆ ਜੀ ਬਹੁਤ ਵੱਡੀ। ਜੀ, ਕੋਈ ਗੱਲ ਨਹੀਂ, ਵੀ ਆਲ ਲਰਨਿੰਗ ਟੁਗੇਦਰ, ਕੋਈ ਏਡੀ ਗੱਲ ਨਹੀਂ, ਸਿੱਖ ਦਾ ਕੰਮ ਹੈਗਾ ਸਿੱਖਣਾ ਇੱਕ ਦੂਜੇ ਤੋਂ। ਇਹ 2016 ਦੀ ਗੱਲ ਆ। ਸੋ ਜਿਹੜੀ ਤੁਹਾਡੀ ਇਹ ਉੱਥੇ ਹਿੰਦੂਤਵ ਦਾ ਏਜੰਡਾ ਸਿੱਖਾਂ ਨੂੰ ਅੰਡਰਮਾਈਨ ਕਰਨ ਦਾ, ਉਹ ਤੁਹਾਡੇ ਸ਼ਹਿਰ ਦੇ ਵਿੱਚ ਪਲੇ ਆਊਟ ਹੋਇਆ ਇੱਥੇ। ਜੀ, ਤੁਹਾਡੇ ਬੱਚਿਆਂ ਦੀ ਜਿਹੜੀ ਭਾਵਨਾ ਸੀ ਵੀ ਅਸੀਂ ਇਹਨੂੰ ਜਿਹੜਾ 84 ਦਾ ਰੈਜ਼ੋਲੂਸ਼ਨ ਪਾਸ ਕਰਾਈਏ, ਉਹ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਤੇ ਉਹ ਤੁਹਾਡਾ ਹੱਕ ਖੋਹਣ ਨੂੰ ਅਮਰੀਕਾ ਦੇ ਵਿੱਚ ਇੱਥੇ ਸਭ ਨੂੰ ਆਜ਼ਾਦੀ ਹੈ। ਇਹ ਸੁਦਰਸ਼ਨ ਕਪੂਰ ਤੇ ਇੰਡੀਅਨ ਕੌਂਸਲੇਟ ਨੇ ਆਪਣੇ ਐਮਬੈਸਡਰ ਦੀਆਂ ਧਮਕੀਆਂ ਦੇ ਕੇ ਤੇ ਉਹ ਇੱਕ ਟਾਈਮ ਤੇ ਇਹੋ ਜਿਹਾ ਆਇਆ ਵੀ ਉਹ ਰੈਜ਼ੋਲੂਸ਼ਨ ਵਾਪਸ ਲੈ ਲਿਆ ਸਿਟੀ ਨੇ, ਜਿਹੜੀ ਕਿ ਬਹੁਤ ਵੱਡੀ ਗੱਲ ਆ, ਕਿਉਂਕਿ ਮੈਜੋਰਟੀ ਪੋਪੂਲੇਸ਼ਨ ਤੁਹਾਡੀ ਇੱਥੇ ਸਿੱਖਾਂ ਦੀ ਹੈਗੀ ਆ ਇੱਥੇ ਤਾਂ ਸਭ ਤੋਂ ਜ਼ਿਆਦਾ ਜੀ ਆਪਣੇ। ਹਾਂਜੀ ਹਾਂਜੀ। ਸੋ ਜ਼ਿਆਦਾ ਅਵੇਅਰਨੈਸ ਚਾਹੀਦੀ ਹੈ, ਇਸੇ ਕਰਕੇ ਤੁਹਾਡਾ ਪ੍ਰੋਗਰਾਮ ਜਿਹੜਾ ਹੈ ਬਹੁਤ ਜ਼ਰੂਰੀ ਆ। ਆਈ ਹੋਪ ਇਹ ਚੀਜ਼ ਨੂੰ ਸਾਰੇ ਸੁਣਨਗੇ। ਸੋ ਇਸ ਤੋਂ ਇਲਾਵਾ ਦੱਸੀਏ ਵੀ ਤੁਹਾਡੇ ਇੱਕ ਤੇ ਦੱਸਿਆ ਤੁਹਾਨੂੰ ਯੂਨੀਵਰਸਿਟੀਆਂ 'ਚ ਇਹਦੀ ਇੰਪੈਕਟ ਹੈਗੀ ਆ। ਹਾਂਜੀ ਜੀ। ਤੇ ਦੂਜੇ ਪਾਸੇ ਇਹਦੀ ਇੰਪੈਕਟ ਕਿੱਦਾਂ ਵੀ ਤੁਸੀਂ ਵੇਖ ਲਓ ਵੀ ਪਿੱਛੇ ਜੇ ਤੁਲਸੀ ਗੈਬਟ, ਹਾਂਜੀ, ਤੁਲਸੀ ਗੈਬਟ ਦਾ ਤੁਸੀਂ ਨਾਂ ਸੁਣਿਆ ਹੋਣਾ ਵੀ ਅਮਰੀਕਾ ਦੀ ਜਿਹੜੇ ਵੋਟਾਂ 'ਚ ਖੜੀ ਸੀਗੀ ਜਿਹੜੀ। ਹਾਂਜੀ ਹਾਂਜੀ ਜੀ ਜੀ, ਹਾਂਜੀ। ਸੋ ਇਹਦੇ ਤੇ ਵੀ ਇੱਕ ਟੌਪਿਕ ਆਪਾਂ ਕਰ ਸਕਦੇ ਹਾਂ ਵੀ ਇਹਦੀ ਜਿਹੜੀ ਟੋਟਲ ਸਪੋਰਟ ਆ ਤੁਲਸੀ ਦੀ, ਇਹਨੂੰ ਇੱਕ ਕਹਿ ਲਓ ਵੀ ਇੱਕ ਹਰੇ ਰਾਮਾ ਜਿਹੜੇ ਹਰੇ ਕ੍ਰਿਸ਼ਨਾ ਦੀ ਗਰੁੱਪ ਆ ਹਵਾਈ ਦੇ ਵੀ ਜਿਹੜੇ ਗੋਰੇ ਬਣਦੇ ਨੇ ਹਿੰਦੂ, ਉਹਨਾਂ ਦੇ ਵਿੱਚੋਂ ਇਹ ਉੱਠ ਕੇ ਆਈ ਆ ਤੇ ਇਹਦੇ ਮਗਰ ਫਿਰ ਪੂਰਾ BJP ਨੇ RSS ਨੇ ਬਹੁਤ ਪੈਸਾ ਚਾੜਿਆ ਜੀ। ਤੇ ਇਹ ਜਿਉਂ ਵੇਖਿਆ ਵੀ ਇਹ ਹਿੰਦੂ ਆ, ਇਹਦਾ ਪੋਟੈਂਸ਼ੀਅਲ ਆ, ਇਹਨੂੰ ਵਾਈਟ ਹਾਊਸ ਦੇ ਵਿੱਚ ਪਹੁੰਚਾਓ ਤੇ ਸਾਡਾ ਰਾਜ ਅਮਰੀਕਾ ਦੇ ਉੱਤੇ ਆਪੇ ਹੋ ਜਾਣਾ। ਸੋ ਤੁਲਸੀ ਗੈਬਟ ਦੀ ਬਹੁਤ ਵੱਡੀ ਸਪੋਰਟ RSS ਨੇ ਆਪਣੇ ਜਿੰਨੇ ਵੀ ਇੱਥੇ ਇਹਨਾਂ ਦੀਆਂ ਆਰਗੇਨਾਈਜੇਸ਼ਨਾਂ ਉਹਨਾਂ ਦੇ ਥਰੂ ਕਰਾਈ। ਤੇ ਜਿਹੜਾ ਤੁਹਾਡਾ ਮਤਲਬ ਪਹਿਲਾਂ ਇਹ ਉਹਨਾਂ ਦੀ ਬੰਦੀ ਨਹੀਂ ਗੀ, ਇਹਨੂੰ ਉਹਨਾਂ ਨੇ ਬਾਅਦ ਚ ਕਵਰ ਕੀਤਾ ਵੀ ਇਹ ਸਾਨੂੰ ਸਪੋਰਟ ਕਰ ਸਕਦੀ ਆ ਤੇ ਅਸੀਂ ਇਹਨੂੰ ਸਪੋਰਟ ਕਰੀਏ। ਯੈਸ, ਜਿੱਦਾਂ ਇਹਨੂੰ ਕਹਿ ਲਓ ਵੀ ਉਹਨੂੰ ਉਹ ਇੱਕ ਹਿੰਦੂ ਸੀ, ਉਹਨੂੰ ਕਲਟੀਵੇਟ ਕੀਤਾ, ਉਹਨੂੰ ਬ੍ਰੇਨ ਵਾਸ਼ ਲਾ ਲਓ ਜਾਂ ਉਹਦੀ ਭੁੱਖ ਸੀ। ਉਹ ਇੱਕ ਆਪਾਂ ਇੱਕ ਉਹਦਾ ਬਹੁਤ ਵੱਡਾ ਟੌਪਿਕ ਆ, ਉੱਥੇ ਆਰਟੀਕਲ ਵੀ ਕਾਫੀ ਵੱਡਾ ਲਿਖਿਆ ਤੁਲਸੀ ਦੇ ਉੱਤੇ।
ਪਰ ਜਿੱਦਾਂ ਮੈਂ ਯੂਨੀਵਰਸਿਟੀ ਦੀ ਗੱਲ ਕਰਦਾ ਵੀ ਕਿੱਦਾਂ ਇਨਫਿਲਟ੍ਰੇਸ਼ਨ ਯੂਨੀਵਰਸਿਟੀ ਵਿੱਚ ਕਿੱਦਾਂ ਸਾਨੂੰ ਸਿੱਧੀ ਅਮਰੀਕਾ ਦੇ ਵਿੱਚ ਸਾਨੂੰ ਕਿੱਦਾਂ ਚੈਲੰਜ ਹੋ ਰਿਹਾ ਸਾਡੀ ਸਿੱਖੀ ਤੇ ਸਾਡੇ ਸਿੱਖਾਂ ਦੇ ਇਤਿਹਾਸ ਤੇ। ਹਾਂਜੀ, ਸੋ ਇਦਾਂ ਹੀ ਜਿਹੜਾ ਹੈਗਾ ਇੱਕ ਹੈਗਾ ਇੱਥੇ ਹਿੰਦੂ ਨਾਂ ਦਾ ਡਾਕਟਰ, ਉਹਦਾ ਨਾਂ ਹੈ ਮੇਹਰ ਮੇਘਾਨੀ। ਸੋ ਮੇਹਰ ਮੇਘਾਨੀ ਇਹ ਪੈਨਸਿਲਵੇਨੀਆ ਵਿੱਚ ਜੰਮਿਆ ਜੀ। ਹਾਂਜੀ, ਅੱਛਾ ਜੀ। ਪੈਨਸਿਲਵੇਨੀਆ ਦੇ ਵਿੱਚ ਜੰਮਿਆ ਤੇ ਇਹਦੇ ਪੇਰੈਂਟਸ ਦਾ ਉਹ ਇੰਡੀਆ ਤੋਂ ਆਏ ਨੇ ਤੇ ਉਹ ਸੰਘ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਆ। ਸੋ ਮੇਹਰ ਮੇਘਾਨੀ ਜਦੋਂ ਮੈਡੀਕਲ ਸਟੂਡੈਂਟ ਇੱਥੇ ਜੰਮਿਆ, ਮੈਡੀਕਲ ਸਟੂਡੈਂਟ ਬਣਿਆ ਤੇ ਇਹ ਗਿਆ ਪਿੱਛੇ ਇੰਡੀਆ ਨੂੰ ਗਿਆ ਤੇ ਉੱਥੇ ਇਹਨੇ ਜਿਹੜੇ ਸ਼ਾਖਾ ਨੇ RS ਦੀਆਂ ਉਹਨਾਂ ਵਿੱਚ ਇਹਨੇ ਭਾਗ ਲਿਆ ਜੀ। ਤੇ ਜਦੋਂ ਇਹ ਇੱਥੇ ਆਇਆ ਤੇ ਇਹਨੇ ਜਿਹੜੀ HSS ਹਿੰਦੂ ਸਵੈਮ ਸੇਵਕ ਸੰਘ ਉਹ ਜੁਆਇਨ ਕੀਤੀ ਤੇ ਇਹਨੇ ਹਿੰਦੂ ਅਮਰੀਕਨ ਫਾਊਂਡੇਸ਼ਨ ਉਹ ਬਣਾਈ ਤੇ ਇਹਦੀ ਜਿਹੜੀ ਕਲੀਨਿਕਲ ਰੋਟੇਸ਼ਨ ਆ ਇੱਥੋਂ ਪੜ੍ਹਿਆ, ਪਰ ਇਹਦੀ ਕਲੀਨਿਕਲ ਰੋਟੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਇੰਡੀਆ ਗਿਆ, ਨਾਲੇ ਇਹਨੇ ਆਪਣੀ ਡਾਕਟਰੀ ਉੱਥੇ ਕੀਤੀ ਤੇ ਇਹਦੀ ਜਿਹੜੀ ਕਲੀਨਿਕਲ ਰੋਟੇਸ਼ਨ ਦੇ ਵਿੱਚ ਜਿਹੜੇ ਬੰਦੇ ਸਹਾਇਕ ਸਨ ਉਹ ਹੈਗੇ ਨੇ ਸੁਨੀਲ ਦਿਓਦਰ, ਜਿਹੜਾ BJP ਦਾ ਨੈਸ਼ਨਲ ਸੈਕਟਰੀ ਹੈ ਜੀ। ਹਾਂਜੀ, ਸੋ ਤੁਸੀਂ ਵੇਖ ਸਕਦੇ ਵੀ ਭਾਵੇਂ ਡਾਕਟਰ ਮੇਘਾਨੀ ਇੱਥੇ ਜੰਮਿਆ ਪਲਿਆ, ਉਹਦੇ ਪੇਰੈਂਟਸ ਅਟੈਚ ਨੇ ਸੰਘ ਦੇ ਨਾਲ, ਕਿੱਦਾਂ ਸੰਘ ਨੇ ਉਹਨੂੰ ਲਿਜਾ ਕੇ ਉੱਥੇ ਇੱਕ ਅਮਰੀਕਨ ਬੌਰਨ ਡਾਕਟਰ ਨੂੰ ਕਿੱਦਾਂ ਐਸ RSS ਦਾ ਮੇਨ ਇੱਕ ਫਰੰਟ ਇੱਥੇ ਖੜਾ ਕੀਤਾ ਤੇ ਉਹ ਓਪਨਲੀ ਕਹਿੰਦਾ ਵੀ ਮੈਂ RSS ਵਿਸ਼ਵ ਹਿੰਦੂ ਪ੍ਰਸਾਦ BJP ਤੇ ਇਹ ਮੇਰੀ ਪ੍ਰਾਈਡ ਆ, ਇਹ ਚੀਜ਼ਾਂ ਮੇਰੀਆਂ ਪ੍ਰਾਈਡ ਆ। ਸੋ ਇਸ ਮੇਹਰ ਮੇਘਾਨੀ ਨੇ ਪੂਰਾ ਆਪਣਾ ਪੈਸਾ ਤੇ ਪੂਰਾ ਜ਼ੋਰ ਲਾ ਕੇ ਇਹ ਜਿਹੜੀ ਤੁਲਸੀ ਨੂੰ ਐਸ ਨੈਸ਼ਨਲ ਕੈਂਡੀਡੇਟ ਖੜਾ ਕਰਨਾ ਅਮਰੀਕਾ ਵਿੱਚ, ਅਮਰੀਕਾ ਦੀ ਪ੍ਰੈਜ਼ੀਡੈਂਸੀ ਲਈ, ਉਹ ਇਹ RSS ਐਦਾਂ ਪਿੱਛੇ ਕੰਮ ਕਰਦੀ ਆ। ਸੋ ਤੁਸੀਂ ਆਹ ਵੀ ਆਈਡੀਆ ਲਾ ਲਓ ਵੀ ਜਿਹੜੇ ਦੁੱਖਾਂ ਤੋਂ ਅਸੀਂ ਉੱਥੋਂ ਭੱਜ ਕੇ ਆਏ ਆ, ਠੀਕ ਨਹੀਂ, ਉਹ ਕਿਸ ਤਰੀਕੇ ਨਾਲ ਡੂੰਘੇ ਤਰੀਕੇ ਦੇ ਨਾਲ ਇੱਥੇ ਸਾਨੂੰ ਉਹ ਚੀਜ਼ਾਂ ਇੱਥੇ ਫੋਲੋ ਕਰ ਰਹੀਆਂ ਤੇ ਇਹ ਤਾਂ ਕਰਕੇ ਸਾਨੂੰ ਇਹ ਜਿਹੜੀ RSS ਆ ਇੱਕ ਇੰਡੀਆ ਵੀ ਚੱਲ ਰਹੀ ਆ, ਸਾਡੇ ਮਨ 'ਚ ਉਹਨਾਂ ਦੀ ਖਾਕੀ ਅਜੇ ਨਿਕਲਾਂ ਹੀ ਦੀਦੀਆਂ, ਪਰ ਅੱਜ ਦੇ ਦਿਨ ਦੇ ਵਿੱਚ ਪ੍ਰੋਫੈਸਰਾਂ ਤੋਂ ਲੈ ਕੇ ਤੇ ਡਾਕਟਰਾਂ ਤੋਂ ਲੈ ਕੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੋਂ ਲੈ ਕੇ RSS ਇੱਕ ਫੁੱਲ ਫਲੈਜ ਗਲੋਬਲ ਤੇ ਹੈਗੀ ਆ, ਪਰ ਅਮਰੀਕਾ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਹੈੱਡਕੁਆਟਰ ਸੋਚ ਦਾ ਔਰ ਇਹਨਾਂ ਦੀ ਪਕੜ ਬਹੁਤ ਜ਼ਿਆਦਾ ਇੱਥੇ ਵੱਧ ਗਈ ਹੈ। ਅਮਰੀਕਾ ਦੀ ਸਿਆਸਤ ਤੇ, ਅਮਰੀਕਾ ਦੀਆਂ ਹਾਲੀਵੁੱਡ ਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ। ਠੀਕ ਹੈ ਜੀ, ਹੁਣ ਤੁਸੀਂ ਦੱਸੋ, ਮੈਂ ਬੈਕਗ੍ਰਾਉਂਡ ਇਹ ਤਾਂ ਹੋ ਸਕਦਾ ਜੀ ਵੀ ਗੋਰਿਆਂ ਦੇ ਇਹ ਅੰਡਰ ਰਹਿ ਕੇ ਕੰਮ ਕਰਨਾ ਪਊਗਾ ਇਹਨਾਂ ਨੂੰ, ਜਾਂ ਗੋਰਿਆਂ ਨੂੰ ਇਹ ਅੰਡਰ ਕਰ ਸਕਦੇ ਆ? ਇੰਨੀ ਹਿੰਮਤ ਇਹ ਕਰ ਸਕਦੇ ਆ ਵੀ ਇਹ ਗੋਰਿਆਂ ਨੂੰ ਕਵਰ ਕਰ ਜਾਣ? ਦੇਖੋ, ਸਭ ਤੋਂ ਗੱਲ ਪਹਿਲੀ ਇਹ ਆ ਜੀ ਵੀ ਜਿੰਨਾ ਜ਼ੁਲਮ RSS ਨੇ, BJP ਨੇ ਕ੍ਰਿਸਚੈਨਿਟੀ ਤੇ ਕੀਤਾ ਤੁਹਾਡੇ ਸਾਹਮਣੇ ਹੀ ਆ, ਉੜੀਸਾ ਤੋਂ ਲੈ ਕੇ ਤੇ ਜਿੱਥੇ ਇਹਨਾਂ ਨੇ ਸਾਰਿਆਂ ਨੂੰ ਫੌਰਨ ਗਿਣਦੇ ਨੇ, ਮੁਸਲਮਾਨਾਂ ਨੂੰ ਫੌਰਨ ਗਿਣਦੇ ਨੇ, ਸਿੱਖਾਂ ਨੂੰ ਕਹਿੰਦੇ ਚਾਹੇ ਹਿੰਦੂ ਬਣ ਜਾਓ ਨਹੀਂ ਤੇ ਤੁਹਾਨੂੰ ਵੀ ਉਸੇ ਲੜੀ 'ਚ ਪਰੋਵਾਂਗੇ। ਜੀ ਜੀ, ਉਹ ਕਹਿੰਦੇ ਨੇ ਇੱਕ ਰਾਸ਼ਟਰ ਬਣਾਉਣਾ ਸੀ। ਹਾਂਜੀ, ਤੇ ਤੁਸੀਂ ਆਪ ਹੀ ਵੇਖ ਲਓ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਕ੍ਰਿਸਚੈਨਿਟੀ ਨੂੰ ਵੀ ਇਹ ਫੌਰਨ ਗਿਣਦੇ ਨੇ, ਕਿੱਦਾਂ ਉੱਥੇ ਪਾਦਰੀਆਂ ਨੂੰ ਮਾਰਦੇ ਨੇ, ਕਿੱਦਾਂ ਚਰਚਾਂ ਢਾਉਂਦੇ ਨੇ ਤੇ ਕਿਸ ਬੇਰਹਿਮੀ ਦੇ ਨਾਲ ਉੱਥੇ ਇਹਨਾਂ ਦਾ ਮੈਸੇਕਰ ਹੋ ਰਿਹਾ। ਫਿਰ ਵੀ ਇਸੇ ਕਰਕੇ ਜਿਹੜੀ ਇਹਨਾਂ ਦੀ ਜਿਹੜੀ ਕਾਮਯਾਬੀ ਆ, ਇਹਨਾਂ ਦੀ ਕਾਮਯਾਬੀ ਉਹੀ ਰੋਕ ਸਕਦਾ ਜਿਹੜਾ ਇਹਨਾਂ ਨੂੰ ਸਮਝੇ ਤੇ ਜਿਹੜਾ ਲੋਕਾਂ ਨੂੰ ਸਮਝਾਵੇ। ਆਪ ਵਿਦੇਸ਼ੇ ਅਪਰਾ ਉਪਦੇਸ਼ ਕਰਾਵੇ ਵਾਲੀ ਗੱਲ ਤੇ ਸਾਨੂੰ ਜਾਣਕਾਰੀ ਦੇਣੀ ਪੈਣੀ ਅਮਰੀਕਾ ਦੇ ਲੋਕਾਂ ਨੂੰ, ਨਹੀਂ ਅਮਰੀਕਾ ਦੀ ਜਿਹੜੀ ਫਿਊਚਰ ਆ ਇਹਦੇ ਤੇ ਵੀ ਡੇਂਜਰ ਹੋ ਸਕਦਾ। ਤੇ ਇਹ ਕੋਈ ਛੋਟੀ ਗੱਲ ਨਹੀਂ ਵੀ ਇੱਕ ਅਮਰੀਕਾ ਦੀ RSS ਦੀ ਜਿਹੜੀ ਹੈਗੀ ਆ ਸੋਚ ਵਾਲੀ ਜਨਾਨੀ, ਜਿਹਨੇ ਮੋਦੀ ਦਾ ਵੀਜ਼ਾ ਬਹਾਲ ਕਰਨ ਲਈ ਪੂਰੀ ਮੁਹਿੰਮ ਚਲਾਈ, ਜਿਹਨੇ ਇਹ ਗੱਲ ਕਹੀ ਆ ਵੀ ਮੈਂ ਪਾਕਿਸਤਾਨ ਦੇ ਮੈਂ ਅਗੇਂਸਟ ਐਵਰੀ ਕਦਮ ਤੇ ਮੈਂ ਬੋਲੂਗੀ। ਜੋ ਵੀ ਇੰਡੀਆ ਦੀ ਪਾਲਿਸੀ ਇਹ ਤੁਲਸੀ ਗੈਬਟ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਇਹਨੇ ਆਪਣੇ ਵਿਆਹ ਦੇ ਉੱਤੇ RSS ਦਾ ਜਿਹੜਾ ਹੈਗਾ ਵਾ ਸਪੋਕਸ ਪਰਸਨ ਤੇ ਅੱਜ ਕੱਲ੍ਹ BJP ਦਾ ਜਿਹੜਾ ਸਪੋਕਸ ਪਰਸਨ ਆ
ਤੇ ਉਹਦਾ ਨਾਂ ਹੈਗਾ ਰਾਮ ਮਾਧਵ, ਉਹ ਇਹਦੇ ਵਿਆਹ ਤੇ ਆਇਆ ਸੀ ਆਫੀਸ਼ੀਅਲ ਤੌਰ ਤੇ। ਤੁਸੀਂ ਲਾ ਲਓ ਇਹ ਉਸ ਵੇਲੇ ਆਫਿਸ ਤੌਰ ਤੇ, ਜਾਨੀ ਕਿ ਗਵਰਨਮੈਂਟ ਦੇ ਸਰ ਜੀ, ਜਾਨੀ ਕਿ ਗਵਰਨਮੈਂਟ ਦੇ ਖਰਚੇ ਤੇ ਮੇਰੇ ਖਿਆਲ ਦੇ ਵਿੱਚ ਆ ਵੀ ਇਹ ਤੇ ਸੈਕੰਡਰੀ ਗੱਲ ਹੈ, ਤੇ ਬਹੁਤ ਮਾਮੂਲੀ ਗੱਲ ਆ ਵੀ ਕਿਹਦੇ ਖਰਚੇ ਤੇ ਆਵੇ, ਹਨਾ। ਮੇਰੇ ਖਿਆਲ ਨਹੀਂ ਗਵਰਨਮੈਂਟ ਦੇ ਖਰਚੇ ਤੇ ਆਇਆ ਹੋਵੇ, ਪਰ ਫੈਕਟ ਇਜ਼ ਇੱਕ ਯੂਐਸ ਕਾਂਗਰਸ ਵੂਮਨ, ਜਿਹੜੀ ਸਿਟਿੰਗ ਯੂਐਸ ਕਾਂਗਰਸ ਵੂਮਨ ਆ, ਉਹਦੇ ਵਿਆਹ ਦੇ ਉੱਤੇ ਉਹ RSS ਦੇ ਸਪੋਕਸਮੈਨ ਆਉਣ, ਤੇ ਇੱਕ ਸਭ ਤੋਂ ਵੱਡੀ ਫ੍ਰੀ ਕੰਟਰੀ ਆ ਜਿਹੜੀ ਸੁਪਰ ਵਰਲਡ ਪਾਵਰ ਆ ਦੁਨੀਆ ਦੀ, ਤੇ ਦੂਜੇ ਪਾਸੇ ਉਹ ਸੋਚ ਆ ਜਿਹੜੀ ਸਾਰੀ ਦੁਨੀਆ, ਸਾਰੇ ਲੋਕਾਂ ਦੇ ਧਰਮਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਸੋ ਇਹ ਕਿੱਡੀ ਵੱਡੀ ਇੱਕ ਕਹਿ ਲਓ ਵੀ ਖਤਰੇ ਵਾਲੀ ਗੱਲ ਆ। ਜੇ ਤੁਹਾਡੇ ਸਵਾਲ ਦਾ ਮੈਂ ਅੱਗੇ ਜਵਾਬ ਦੇ ਰਿਹਾ ਵੀ ਇਹ ਗੋਰਿਆਂ ਨੂੰ ਕਿੱਦਾਂ ਬੇਵਕੂਫ ਬਣਾ ਲੈਣਗੇ, ਸੋ ਜਿਹੜੀ ਇਹ ਸੋਚ ਆ ਇਹ ਜਿਹੜੀ ਕਾਮਯਾਬ ਕਾਫੀ, ਇਹਨੇ ਸਿੱਖਾਂ ਨੂੰ ਵੀ ਬੇਵਕੂਫ ਬਣਾ ਲਿਆ, ਮੁਸਲਮਾਨਾਂ ਨੂੰ ਵੀ ਬਣਾ ਲਿਆ, ਉੱਥੇ ਦੇ ਕ੍ਰਿਸਚੀਅਨ ਆ ਉਹਨਾਂ ਨੂੰ ਵੀ ਇਹਨੇ ਠੱਪ ਕੀਤਾ ਹੋਇਆ। ਸੋ ਜਿਸ ਤੇਜ਼ੀ ਦੇ ਨਾਲ ਇਹ ਰਫ਼ਤਾਰ ਦੇ ਨਾਲ ਇਹ ਚੱਲ ਰਹੀ ਹੈ, ਤੇ ਜਿਸ ਤਰੀਕੇ ਦੇ ਨਾਲ ਇੱਥੇ ਤੁਲਸੀ ਗੈਬਰਟ ਇਹਨੇ ਖੜੀ ਕਰਨ ਦੀ ਕੋਸ਼ਿਸ਼ ਕੀਤੀ, ਉਸ ਤੋਂ ਬਾਅਦ ਕ੍ਰਿਸ਼ਨਾ ਮੂਰਤੀ ਜਿਹੜਾ ਕਾਂਗਰਸਮੈਨ ਆ, ਉਹ ਏਦਾਂ ਇਹਨਾਂ ਦੇ ਲੈਣਾ ਲੱਗੀਆਂ ਪਈਆਂ, ਸਿਟੀ ਕੌਂਸਲ ਤੋਂ ਲੈ ਕੇ ਕਾਂਗਰਸਮੈਨ ਤਾਈਂ, ਵਾਈਟ ਹਾਊਸ ਤਾਈਂ, ਕਾਂਗਰਸਮੈਨ ਐਮੀ ਬੈਰਾ। ਸੋ ਜੇ ਇਹਨਾਂ ਦੇ ਤੁਸੀਂ ਇਹਨਾਂ ਦੀ ਜਿਹੜੀ ਜਿਸ ਰਫ਼ਤਾਰ ਦੇ ਨਾਲ ਇਹ ਆ ਰਹੇ ਨੇ, ਜਿੱਦਾਂ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਥਾਵਾਂ ਤੇ ਜਿਹੜੀ ਐਜੂਕੇਸ਼ਨ ਸਿਸਟਮ ਦੇ ਉੱਤੇ ਇਹਨਾਂ ਨੇ ਕਬਜ਼ਾ ਕੀਤਾ ਹੋਇਆ, ਤੇ ਜੇ ਅਮਰੀਕਨ ਲੋਕਾਂ ਨੂੰ ਨਾ ਪਤਾ ਲੱਗਾ ਜਾਂ ਜਿਹੜੇ ਬੰਦੇ ਇਹ ਚੀਜ਼ਾਂ ਨੂੰ ਸਮਝਣਾ ਚਾਹੁੰਦੇ ਜਾਂ ਸਮਝਾਉਣਾ ਚਾਹੁੰਦੇ ਨੇ, ਜੇ ਉਹਨਾਂ ਨੇ ਨਾ ਆਪਣਾ ਪਹਿਰਾ ਦਿੱਤਾ, ਤੇ ਫਿਰ ਦੁਨੀਆ ਦੇ ਸਾਰਿਆਂ ਦੀ ਬਰਾਬਰ ਹੀ ਹੈ ਜੀ। ਹਾਂਜੀ, RSS ਨੂੰ ਸਿੰਘ ਨਹੀਂ ਲੱਗੇ, ਉਹ ਵੀ ਦਿਮਾਗ ਨਾਲ ਆਪਣੇ ਨਾਲ ਚੱਲਦੇ ਨੇ, ਤੇ ਸਾਨੂੰ ਵੀ ਬਾਬੇ ਨੇ ਉਹ ਚੀਜ਼ਾਂ, ਧੁੱਪ ਛਾਂ, ਰੋਟੀ ਪਾਣੀ ਸਭ ਬਰਾਬਰ ਦਿੱਤਾ। ਸੋ ਇਹ ਤੇ ਇੱਥੇ ਵੇਖਣਾ ਵੀ ਤੁਸੀਂ ਗੁਰੂਆਂ ਦੀ ਸੋਚ ਨੂੰ ਗਾਂਹ ਵਧਾਉਣਾ, ਜਿਹੜੀ ਸਰਕਾਰੇ ਖਾਲਸਾ ਜੀ, ਜੋ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੇ ਵਿੱਚ ਸਰਕਾਰੇ ਖਾਲਸਾ ਜੀ ਜੋ ਅਫੀਸ਼ੀਅਲ ਨਾਂ ਸੀ ਉਹਦਾ, ਉਹ ਸੋਚ ਨੂੰ ਬਰਾਬਰਤਾ, ਜਾਂ ਇਹ ਜਿਹੜੇ ਕਹਿੰਦੇ ਵੀ ਸਾਡੀ ਹੀ ਸੋਚ ਚੱਲੂ ਦੁਨੀਆ ਦੇ ਉੱਤੇ। ਜੇ ਕੱਲ੍ਹ ਨੂੰ ਇਹ ਉੱਥੇ ਹਾਵੀ ਹੋ ਗਏ ਪਾਕਿਸਤਾਨ ਤੇ, ਅਫਗਾਨਿਸਤਾਨ ਤੇ, ਬੰਗਲਾਦੇਸ਼ ਦੇ ਵਿੱਚ, ਸ੍ਰੀਲੰਕਾ ਦੇ ਵਿੱਚ, ਨੈਚੁਰਲੀ ਇੱਥੇ ਇਹਨਾਂ ਦਾ ਇੰਨਾ ਕੇਡਰ ਵੱਧ ਫੁੱਲ ਰਿਹਾ, ਤੇ ਉਹ ਕੋਈ ਦਿਨ ਦੂਰ ਨਹੀਂ ਜਦੋਂ RSS ਦੇ ਝੰਡੇ ਵਾਈਟ ਹਾਊਸ ਤੇ ਝੁੱਲਣਗੇ। ਅੱਛਾ ਜੀ, ਇੱਥੋਂ ਤੱਕ ਆਸ ਹੈਗੀ ਆ ਵੀ ਵਾਈਟ ਹਾਊਸ ਦੇ ਉੱਤੇ ਇਹ ਆਪਦਾ ਝੰਡਾ ਚਲਾ ਸਕਦੇ। ਵੈਸੇ ਮੈਂ ਤਾਂ ਇਹ ਸੋਚਦਾ ਸੀਗਾ ਵੀ ਜਿਹੜੇ ਗੋਰੇ ਲੋਕ ਨੇ ਇਹ ਤਾਂ ਸਾਰੀ ਦੁਨੀਆ ਨੂੰ ਉਹ ਕਰਦੇ ਆ, ਕੰਟਰੋਲ ਕਰ ਹਟੇ ਆ, ਇਹ ਬਹੁਤ ਸ਼ਾਤਰ ਨੇ, ਤੇਜ਼ ਨੇ, ਤੇ ਮੈਨੂੰ ਇੱਥੋਂ ਤੱਕ ਆਸ ਨਹੀਂ ਗੀ ਵੀ ਇਹ ਉਹਨਾਂ ਨੂੰ ਕਰ ਜਾਣ, ਤੇ ਉਹਨਾਂ ਦੇ ਨਾਲ ਕੋਈ ਡੀਲਿੰਗ ਚੱਲਦੀ ਹੋਵੇ, ਉਹ ਇੱਕ ਵੱਖਰੀ ਗੱਲ ਆ। ਮੈਂ ਤਾਂ ਇਹ ਸਮਝਦਾ ਸੀ, ਪਰ ਜੇ ਤੁਸੀਂ ਕਹਿੰਦੇ ਹੋ ਤੇ ਹੋ ਸਕਦਾ, ਕਿਉਂਕਿ ਤੁਸੀਂ ਉਹਦੇ 'ਤੇ ਵਰਕ ਕਰ ਚੁੱਕੇ ਹੋ। ਮੇਰਾ ਸਿਰਫ ਕਾਮਨ ਸੈਂਸ 'ਤੇ ਹੀ ਗੱਲ ਕਰ ਰਿਹਾ ਜੀ ਮੈਂ। ਨਹੀਂ ਭਾਈ, ਮੇਰਾ ਮਤਲਬ ਜੇ ਤੁਸੀਂ ਤੁਲਸੀ ਵਾਈਟ ਹਾਊਸ ਤਾਈਂ ਜਾਣ ਦੀ ਕੋਸ਼ਿਸ਼ ਕਰ ਰਹੀ ਹੈ, ਚਲੋ ਉਹਦੀ ਆਪੋਜੀਸ਼ਨ ਹੋਈ, ਬਹੁਤ ਜ਼ਿਆਦਾ ਐਜੂਕੇਸ਼ਨ ਹੋਈ, ਉਹਦੇ ਇੱਕ ਹੋਰ ਆਪਾਂ ਗੱਲ ਕਰਾਂ ਵੀ ਕਿੱਦਾਂ ਉਹਦਾ ਅਸੀਂ ਉਹਨੂੰ ਥੱਲੇ ਕਿੱਦਾਂ ਲਾਇਆ। ਜੇ ਤੁਸੀਂ ਨਾ ਉਦਮ ਕਰੋਗੇ, ਨਾ ਇਹ ਚੀਜ਼ਾਂ ਨੂੰ ਚੈਲੰਜ ਕਰੋਗੇ, ਜੇ ਅੱਜ 4 ਕਾਂਗਰਸਮੈਨ ਕੱਲ੍ਹ ਨੂੰ 40 ਹੋ ਜਾਣਗੇ, ਤੇ ਗੋਰੇ ਕੀ ਕਰਨਗੇ ਉੱਥੇ? ਜੀ ਠੀਕ ਨਹੀਂ। ਗੱਲ ਇਹ ਆ ਵੀ ਇਹ ਗੱਲਾਂ ਜਿਹੜੀਆਂ ਹੈਗੀਆਂ ਵੀ ਆਈ ਡੋਂਟ ਵਾਂਟ ਟੂ ਵੇਟ, ਵੀ ਮੈਂ ਵੇਟ ਕਰਾਂ ਵੀ ਨਹੀਂ ਹੋਣਾ, ਮੈਂ ਆਪਣੀ ਅੱਖਾਂ ਬੰਦ, ਮੈਂ ਚਾਹੁੰਦਾ ਵੀ ਇਹ ਨਾਬਤ ਆਵੇ ਹੀ ਨਾ, ਇਹ ਕੋਈ ਸੁਪਨਾ ਵੀ ਨਾ ਲੈ ਸਕੇ ਇਸ ਚੀਜ਼ ਦਾ ਵੀ ਜਿਹੜਾ ਸਭ ਤੋਂ ਫ੍ਰੀ ਕੰਟਰੀ ਆ ਉਹਦੇ ਵਿੱਚ ਇਹੋ ਜਿਹੀ ਸੋਚ ਵਾਲੇ ਬੰਦੇ ਆਉਣ। ਉਹ ਤਾਂ ਆ ਰਹੇ ਨੇ ਕਿਉਂਕਿ ਆਮ ਸਿੱਖ, ਹੁਣ ਐਮੀ ਬੈਰੇ ਦੇ ਡਿਸਟ੍ਰਿਕਟ ਦੇ ਵਿੱਚ 6000 ਸਿੱਖ ਦੀਆਂ ਵੋਟਾਂ, 6000 ਸਿੱਖਾਂ ਦੀਆਂ, ਠੀਕ ਨਹੀਂ? ਉਹ ਆਪਣਾ ਹਿੱਸਾ ਪਾ ਸਕਦੇ ਨੇ, ਜਿਹੜੇ ਬੰਦੇ ਸੋਚਦੇ, ਜਿਹੜੇ ਅਮਰੀਕਨ ਸਪਿਰਿਟ ਦੇ ਸੋਚ ਦੇ ਖਿਲਾਫ ਨੇ, ਜਿਨ੍ਹਾਂ ਦੀ ਸੋਚ ਨੇ ਸਾਨੂੰ ਇੱਥੇ ਖੁਸ਼ਹਾਲਤਾ ਦਿੱਤੀ, ਜਿਹੜੇ ਸਾਡੇ ਬੱਚੇ ਉੱਥੇ ਡੱਗਾਂ ਖਾ ਕੇ ਮਾਰੇ ਸੀ, ਇੱਥੇ ਟਰੱਕ ਚਲਾ ਕੇ ਆਪਣਾ ਘਰ ਪਾ ਰਹੇ ਨੇ। ਅਸੀਂ ਉਹ ਧਰਤੀ ਦਾ ਕਿਉਂ ਮੰਦਾ ਸੋਚੀਏ, ਕਿਉਂ ਮੰਦਾ ਹੋਣ ਦਈਏ? ਕਿਉਂ ਨਾ ਅਸੀਂ ਜਾਗਰਤੀ ਰੱਖੀਏ, ਤੇ ਜਿੱਥੇ ਅਸੀਂ ਕੁਝ ਕਰ ਸਕਦੇ ਉੱਥੇ ਤੇ ਜ਼ਰੂਰ ਕਰੀਏ। ਬਿਲਕੁਲ ਜੀ। ਪਹਿਲੀ ਗੱਲ ਤਾਂ ਜੀ ਸਿੱਖੀ ਤਾਂ ਹੈ ਹੀ ਇਹ ਚੀਜ਼ ਆ ਨਾ ਵੀ ਆਪਾਂ ਸਭ ਦਾ ਚੰਗਾ ਸੋਚਣਾ, ਮਾੜਾ ਨਹੀਂ ਸੋਚਣਾ। ਅਤੇ ਦੂਸਰੀ ਗੱਲ ਜਿਹੜੀ ਤੁਸੀਂ ਕਹਿ ਰਹੇ ਜੇ ਵੀ ਅਸੀਂ ਕਿਉਂ ਨਾ ਉਹਦੇ ਬਾਰੇ ਸੋਚੀਏ ਜਿਹੜਾ ਬੰਦਾ ਪੈਰ ਜਮਾ ਰਿਹਾ। ਅਤੇ ਪਹਿਲੀ ਗੱਲ ਤਾਂ ਜੀ ਦੁਸ਼ਮਣ ਨੂੰ ਕਦੇ ਮਾੜਾ ਨਹੀਂ ਕਹਿੰਦੇ ਹੁੰਦੇ, ਸਮਝਣਾ ਚਾਹੀਦਾ, ਇਹ ਨਹੀਂ ਸੋਚਣਾ ਚਾਹੀਦਾ ਵੀ ਉਹ ਪਾਵਰ 'ਚ ਨਹੀਂ ਆ ਸਕਦਾ ਕਦੇ। ਅਤੇ ਦੁਸ਼ਮਣ ਦਾ ਹਮੇਸ਼ਾ ਧਿਆਨ ਵੀ ਰੱਖਣਾ ਹੀ ਪੈਣਾ ਵੀ ਉਹਦੇ ਤੋਂ ਆਪਾਂ ਵਿਸਲੇ ਨਹੀਂ ਹੋ ਸਕਦੇ। ਅਤੇ ਤੁਸੀਂ ਫਿਰ ਕੀ ਕੀਤਾ ਜੀ ਇਹਦੀ ਜਿਹੜੀ ਇਹ ਮੁਹਿੰਮ ਆ,
ਜਿਹੜੀ ਚੱਲ ਰਹੀ ਆ ਤੇ ਆਪਣੀ ਆਊਟ ਆਫ ਦਾ 에ਅਰ ਗੱਲ ਹੋਈ ਸੀ ਕਿ ਤੁਸੀਂ ਉਹਦੇ ਤੇ ਵੀ ਯੋਗਦਾਨ ਪਾਇਆ ਵੀ ਇਹਨੂੰ ਰੋਕਣ ਵਾਸਤੇ। ਵੈਸੇ ਤਾਂ ਚਲੋ ਬਾਕੀਆਂ ਨੇ ਵੀ ਪਾਇਆ ਹੋਊਗਾ ਪਰ ਵੀ ਤੁਸੀਂ ਵੀ ਕੁਝ ਉਹਦੇ 'ਚ ਪਾਰਟਿਸਿਪੇਟ ਕੀਤਾ। ਸੋ ਇੱਕ ਤੁਹਾਨੂੰ ਹੋਰ ਮੈਂ ਟੌਪਿਕ ਇੰਟਰੋਡਿਊਸ ਕਰਨੀ ਚਾਹੁੰਦਾ ਜੀ। ਜਿਹੜੇ ਤੁਹਾਡਾ ਕੁਐਸਚਨ ਆਇਆ ਕਿ ਇਹ ਗੋਰਿਆਂ ਨੂੰ ਇਹ ਇੱਦਾਂ ਵੀ ਉਹਨਾਂ ਤੇ ਹਾਵੀ ਹੋ ਜਾਣਗੇ, ਹਨਾ ਜੀ। ਸੋ ਤੁਸੀਂ ਹੈਰਾਨ ਹੋਗੇ ਜਾਂ ਵੀ ਜਿੰਨੇ ਵੀ ਗੋਰੇ ਨੇ, ਜਿੰਨੇ ਖਾਸ ਕਰਕੇ ਲਾ ਲਓ ਵੀ ਨਾਰਵੇ ਦੇ ਵਿੱਚ ਇੱਕ ਵਾਈਟ ਨੈਸ਼ਨਲਿਸਟ ਗੋਰਾ ਉੱਠਿਆ ਸੀ ਜਿਹਦਾ ਨਾਂ ਸੀ ਐਂਡਰਸ ਬ੍ਰੇਵਿਕ। ਉਹਨੇ 70 ਨਿਆਣੇ ਮਾਰੇ ਸੀ, 69 ਚਿਲਡਰਨ। ਹਾਂਜੀ, ਉਹ ਕਹਿੰਦਾ ਵੀ ਯੂਰਪ ਦੇ ਵਿੱਚ ਸਿਰਫ ਗੋਰੇ ਹੀ ਚਾਹੀਦੇ ਆ, ਹੋਰ ਕੋਈ ਨਹੀਂ ਚਾਹੀਦਾ ਜੀ। ਏਦਾਂ ਹੀ ਇੱਕ ਹੈਗਾ ਸੀ ਡਾਇਲੈਂਡ ਰੂਫ। ਸੋ ਜਿਹੜਾ ਡਾਇਲੈਂਡ ਰੂਫ ਆ, ਇਹਨੇ 9 ਕਾਲੇ ਮਾਰੇ ਸੀ ਕ੍ਰਿਸਚੀਅਨਸ ਸਾਊਥ ਕੈਰੋਲਾਈਨਾ ਵਿੱਚ 2015 'ਚ। ਤੇ ਪਿੱਛੇ ਜੇ ਬ੍ਰੈਂਟਨ ਟੈਰੈਂਟ ਜੋ 28 ਸਾਲ ਦਾ ਵਾਈਟ ਆਸਟ੍ਰੇਲੀਅਨ ਆ, ਜਿਹਨੇ 50 ਮੁਸਲਮਾਨ ਨਿਊਜ਼ੀਲੈਂਡ ਮਸਜਿਦ 'ਚ ਮਾਰੇ ਆ 2019 'ਚ। ਇਹ ਸਾਰੀਆਂ ਤਾਜ਼ੀਆਂ ਖਬਰਾਂ ਨੇ। ਹਾਂਜੀ ਜੀ। ਸੋ ਇਹ ਜਿੰਨੀ ਵਾਈਟ ਇੱਕ ਦੀ ਵਾਈਟ ਹੋਣਾ ਵੀ ਜੋ ਵਾਈਟ ਆਪਣੀ ਪ੍ਰਾਈਡ ਕਰਨੀ ਵੀ ਚਲੋ ਉਹ ਇੱਕ ਵਾਈਟ ਨੈਸ਼ਨਲਿਜ਼ਮ, ਇੱਕ ਹੈਗੀ ਆ ਵਾਇਲੈਂਟ ਵਾਈਟ ਨੈਸ਼ਨਲਿਜ਼ਮ ਜਿਹੜੀ ਕਹਿੰਦੀ ਵੀ ਦੂਜਿਆਂ ਨੂੰ ਅਸੀਂ ਮੰਨਦੇ ਹੀ ਨਹੀਂ। ਇੱਕ ਤੇ ਆਪਣੇ ਆਪ ਤੇ ਮਾਣ ਕਰਨਾ ਵੀ ਸਾਡੀ ਕੌਮ ਹੈਗੀ, ਸਾਡੀ ਕੌਮ ਨੇ ਆਹ ਤਰੱਕੀ ਕੀਤੀ, ਉਹ ਕੋਈ ਗੱਲ ਨਹੀਂ, ਹਰੇਕ ਕੌਮ ਨੂੰ ਹੱਕ ਆਪਣਾ ਮਾਣ ਕਰਨ ਦਾ। ਉਹ ਤਾਂ ਚਾਹੀਦਾ ਜੀ, ਬਿਲਕੁਲ ਹੀ। ਇੱਕ ਉਹ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਦੂਜਿਆਂ ਨੂੰ ਬਰਦਾਸ਼ਤ ਕਰਦੇ ਹੀ ਨਹੀਂ। ਹੁਣ ਜਦੋਂ ਤੁਸੀਂ ਇਹਨਾਂ ਦੀ ਗੱਲ ਕਰਦੇ ਆ, ਜਿੰਨੇ ਆ ਵਾਈਟ ਨੈਸ਼ਨਲਿਸਟ ਨੇ ਜਿਹੜੇ ਵਾਇਲੈਂਟ ਤਰੀਕੇ ਨਾਲ ਦੂਜਿਆਂ ਤੇ ਪੇਸ਼ ਆਉਣਾ ਚਾਹੁੰਦੇ ਨੇ, ਸੋ ਇਹ ਸਾਰੇ ਬੰਦੇ ਜਿਹੜੇ ਹੈਗੇ ਨੇ, ਇਹਨਾਂ ਦੀ ਜਿਹੜੀ ਸੋਚ ਆ, ਜਿਹੜੀਆਂ ਇਹਨਾਂ ਦੀਆਂ ਕਿਤਾਬਾਂ ਨੇ, ਜਿਹੜੇ ਪੜ੍ਹ ਰਹੇ ਨੇ, ਜੋ ਪ੍ਰਚਾਰ ਹੋ ਰਿਹਾ, ਉਹ ਸਾਰੇ ਬੰਦੇ ਹਿੰਦੂਤਵ ਦੀ ਸਪੋਰਟ ਕਰ ਰਹੇ ਆ ਜੀ। ਇਹ ਸਾਰੇ RSS ਦੀ ਸਪੋਰਟ ਕਰ ਰਹੇ ਓਪਨਲੀ। ਉਹ ਕਹਿੰਦੇ ਜੋ ਇਹ ਹਿੰਦੂਤਵ ਸੋਚ ਰਹੀ ਹੈ ਤੇ ਇਹ ਬਿਲਕੁਲ ਸਹੀ ਸੋਚ ਰਹੀ ਹੈ ਤੇ ਸਾਨੂੰ ਹਿੰਦੂਤਵ ਤੋਂ ਸਿੱਖਣਾ ਚਾਹੀਦਾ। ਜਿੰਨੇ ਮੈਂ ਤੁਹਾਨੂੰ ਵੱਡੇ ਹਾਦਸੇ ਹੋਏ ਨੇ ਦੁਨੀਆ ਵਿੱਚ ਜਿਨ੍ਹਾਂ ਨੇ ਕੀਤੇ ਨੇ, ਤੇ ਇਹ ਰੌਂਟੇ ਖੜੇ ਕਰਨ ਵਾਲੀ ਗੱਲ ਆ ਵੀ ਇਹ ਕਿਉਂਕਿ ਦੋਨਾਂ ਦੀ ਸੋਚ ਰਲਦੀ ਹੈ ਇੱਕ ਦੂਜੇ ਨਾਲ, ਤਾਂ ਕਰਕੇ ਹੈ ਜੀ। ਸੋਚ ਰਲਦੀ ਹੋਵੇ ਜਾਂ ਕਹਿ ਲਓ ਵੀ ਉਹ ਵੀ ਆਪਦੀ ਕਮਿਊਨਿਟੀ ਨੂੰ ਚਾਹੁੰਦੇ ਆ, ਦੂਜੇ ਨੂੰ ਨਹੀਂ ਚਾਹੁੰਦੇ, ਤੇ ਉਹ ਵੀ ਆਪਦੀ ਕਮਿਊਨਿਟੀ ਨਹੀਂ ਚਾਹੁੰਦੇ ਆ, ਦੂਜੇ ਨੂੰ ਕਹਿੰਦੇ ਖਤਮ ਕਰ ਦਿਓ। ਉਹ ਵੀ ਜਾਤਵਾਦ ਦੇ ਆਧਾਰ ਤੇ ਚੱਲਦੇ ਆ, ਧਰਮ ਦੇ ਆਧਾਰ ਤੇ ਚੱਲਦੇ ਆ, ਸਾਰਿਆਂ ਨੂੰ ਬਰਾਬਰ ਨਹੀਂ ਲੈ ਰਹੇ। ਸੋ ਇਹ ਦੋ ਗੱਲਾਂ ਜੀ ਇਹਦੇ ਵਿੱਚ ਆਪਾਂ ਨੂੰ ਸੋਚਣ ਵਾਲੀਆਂ। ਪਹਿਲੀ ਗੱਲ ਆ ਵੀ ਇਹ ਜਿਹੜੇ ਮੈਂ ਤੁਹਾਨੂੰ ਵੱਡੇ ਜਿਨ੍ਹਾਂ ਨੇ ਕਾਰਨਾਮੇ ਕੀਤੇ ਆ, ਤੇ ਇਹਨਾਂ ਨੇ ਜਿੱਦਾਂ ਹੁਣ ਐਂਡਰਸ ਬ੍ਰੇਵਿਕ ਜਿਹਨੇ 69 ਨਿਆਣੇ ਮਾਰੇ ਸੀ, ਤੇ ਜੇ ਤੁਸੀਂ ਉਹਦਾ ਮੈਨੀਫੈਸਟੋ ਜਿਹਦਾ ਨਾਂ ਹੈਗਾ 2012 ਤੁਸੀਂ ਪੜ੍ਹੋ, ਉਹਦੇ ਵਿੱਚ ਮਣ ਉਹਨੇ RSS ਦੀ ਸਿਫਤ, ਹਿੰਦੂਤਵ ਦੀ ਸਿਫਤ, ਵੀ ਆਰੀਅਨ ਆਈਡੀਓਲੋਜੀ ਦੀ ਸਿਫਤ। ਹਾਂਜੀ, ਉਹਨੇ ਯਾਨੀ ਕਿ ਉਹਨਾਂ ਨੂੰ ਕੋਈ ਨਹੀਂ ਵੀ ਇਹ ਕ੍ਰਿਸਚਨ ਮਾਰ ਰਹੇ ਨੇ ਜਾਂ ਕੀ ਕਰ ਰਹੇ ਨੇ। ਹਾਂਜੀ, ਸੋ ਤੁਹਾਡੀ ਇੱਥੇ ਦੋ ਗੱਲਾਂ ਜੀ ਆਪਣੇ ਸੋਚਣ ਵਾਲੀ। ਇੱਕ ਤੇ ਪਹਿਲਾਂ ਤੁਹਾਡਾ ਕੁਐਸਚਨ ਆ ਕੀ ਇਹ ਗੋਰਿਆਂ ਨੂੰ ਬੇਵਕੂਫ ਬਣਾ ਜਾਣਗੇ। ਇੱਕ ਹਿੱਸਾ ਗੋਰਿਆਂ ਦਾ ਇਹਨਾਂ ਨਾਲ ਚੱਲ ਪਿਆ, ਜਿਹੜੇ ਬੰਦੇ ਹਥਿਆਰ ਜੰਗ ਕਰਨ ਨੂੰ ਤਿਆਰ ਨੇ, ਉਹਦੇ ਇਹਨਾਂ ਨੇ ਤੁਰ ਪਿਆ। ਠੀਕ ਨਹੀਂ? ਸੋ ਦੂਜੇ ਪਾਸੇ ਇਹ ਆ ਵੀ ਕੀ ਇਹਨਾਂ ਦੀ ਸੋਚ ਮੇਲ ਖਾਂਦੀ ਆ, ਕਿਉਂ ਇਹ ਇਕੱਠੇ ਤੁਰਦੇ ਨੇ? ਇਹ ਇੱਕ ਸਾਨੂੰ ਵਿਸ਼ਾ ਸਟੱਡੀ ਕਰਨਾ ਚਾਹੀਦਾ ਡੂੰਘਾਈ ਦੇ ਨਾਲ। ਤੀਜੀ ਗੱਲ ਇਹ ਆ ਵੀ ਤੁਸੀਂ ਵੇਖੋ ਵੀ ਇਹ ਨਹੀਂ ਵੀ ਇਹ ਗੋਰੇ ਜਿਹੜੇ ਨੈਸ਼ਨਲਿਸਟ ਨੇ, ਵਾਇਲੈਂਟ ਨੇ, ਇਹ ਚੱਲੇ ਨੇ ਹਿੰਦੂ, ਉਹਨਾਂ ਨੇ RSS ਨੇ ਆਪਣੇ ਪ੍ਰੋਪਾਗੈਂਡੇ ਰਾਹੀਂ ਇਹ ਬੰਦਿਆਂ ਨੂੰ ਕੀ ਲਿਆ ਹੋਵੇ। ਵੈਗਰੂ ਜੀ, ਆਪਣੇ ਕੋਲ ਨਾ 1-2 ਮਿੰਟ ਆ, ਫਿਰ 5 ਮਿੰਟ ਦੀ ਬ੍ਰੇਕ ਆਉਣੀ ਆ, ਫਿਰ ਆਪਾਂ ਕੰਟੀਨਿਊ ਰੱਖਣਾ। ਹਾਂਜੀ, ਤੁਸੀਂ ਗੱਲ ਕਰੋ ਕੰਟੀਨਿਊ। ਸੋ ਮੇਰਾ ਮਤਲਬ ਇਹ ਆ ਵੀ ਚਾਹੇ ਉਹ ਯੂਨੀਵਰਸਿਟੀਆਂ ਹੋਣ, ਫਿਰ ਇਹਦੇ ਵਿੱਚ ਸਾਡਾ ਹੋਰ ਵੀ, ਕਿਉਂਕਿ ਹੁਣ ਸਾਡੇ ਬੱਚਿਆਂ ਦਾ ਭਵਿੱਖ ਦਾ ਸਵਾਲ ਆ ਗਿਆ। ਜਿਹੜੇ ਇਹ ਖਤਮ ਐਂਟੀ ਨੈਸ਼ਨਲਿਸਟ, ਐਂਟੀ ਹਿਊਮੈਨਿਟੀ ਜਿਹੜੇ ਵਾਇਲੈਂਟ ਗਰੁੱਪਸ ਨੇ, ਇਹ ਇੰਡੀਆ ਜਾਂਦੇ ਨੇ, ਉੱਥੇ ਜਾ ਕੇ ਟ੍ਰੇਨਿੰਗ ਲੈ ਕੇ ਆਉਂਦੇ ਆ। ਇਹ ਕੱਢ ਰਿਪੋਰਟ ਅਸੀਂ ਛਪਾਈ ਹੋਈ ਆ, ਪਹਿਲੋਂ ਕੱਢੀ ਹੋਈ ਆ, ਮੈਂ ਤੁਹਾਨੂੰ ਭੇਜ ਦੂੰ। ਉਹਦੇ ਵਿੱਚ ਸਾਰੇ ਹੀ ਅੰਕੜੇ ਦਿੱਤੇ ਹੋਏ ਪਹਿਲੋਂ। ਹਾਂਜੀ, ਤੁਸੀਂ ਉਹ ਰਿਪੋਰਟ ਭੇਜ ਦਿਓ ਜੀ, ਕਿਉਂਕਿ ਆਪਾਂ ਨਾ ਉਹਨੂੰ ਰਿਪੋਰਟ ਨੂੰ ਫੇਸਬੁੱਕ ਦੇ ਉੱਤੇ ਲਿੰਕ ਕਰ ਦਿਆਂਗੇ। ਜਿਹੜੇ ਫੇਸਬੁੱਕ ਵਾਲੇ ਵੀਰ ਭੈਣਾਂ ਸੁਣ ਰਹੇ ਆ, ਤੇ ਜੇ ਕਿਸੇ ਨੇ ਉਹ ਪੜ੍ਹਨੀ ਹੋਈ ਫਿਰ ਉਹ ਪੜ੍ਹ ਸਕਦੇ ਆ। ਹਾਂ, ਪੜ੍ਹਨੀ ਨਹੀਂ ਹੋਈ, ਜਿਸ ਬੰਦੇ ਨੂੰ ਯਾਨੀ ਕਿ ਆਪਣੇ ਫਿਊਚਰ ਦਾ ਹੈਗਾ ਵੀ ਸਾਨੂੰ ਆਪਣੇ ਬੱਚਿਆਂ ਨੂੰ ਕੋਠੀਆਂ ਦੇ ਕੇ
ਜਿੱਦਾਂ ਅਸੀਂ ਦਿੱਲੀ 'ਚ ਕੋਠੀਆਂ ਦਿੱਤੀਆਂ, ਜਿੱਦਾਂ ਪੰਜਾਬ 'ਚ ਕੋਠੀਆਂ ਦਿੱਤੀਆਂ, ਤੇ ਸਾਨੂੰ ਆਪਣੀਆਂ ਸਭ ਕੁਝ ਛੱਡਣਾ ਪਿਆ। ਕੀ ਅਗਲੀ ਅਸਾਈਲਮ ਜਿਹੜੇ ਸਾਡੇ ਦੋਤੇ ਪੋਤੇ ਪੜਪੋਤੇ ਪੋਤੀਆਂ, ਕੀ ਇਹ ਮਾਰਸ ਦੇ ਵਿੱਚ ਜਾ ਕੇ ਚੰਦਰਮਾ ਤੇ ਜਾ ਕੇ ਅਸਾਈਲਮ ਲੈਣਗੇ? ਮਹਾਰਾਜ ਨੇ ਬਾਣੀ 'ਚ ਲਿਖਿਆ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹ ਮੈਂ ਸਮਝਦਾ ਵੀ ਜਿਹੜੇ ਬੰਦੇ ਦੱਬੇ ਹੋਏ ਨੇ ਜ਼ੁਲਮ ਥੱਲੇ, ਜਿਹੜੇ ਕੈਦੀ ਨੇ, ਜਿਹੜੇ ਭੁੱਖ ਤੋਂ ਡਰੱਗਾਂ ਤੋਂ, ਜਿਨ੍ਹਾਂ ਨੂੰ ਉੱਥੇ ਪੁਲਿਸ ਦੇ ਜ਼ੁਲਮ ਤੇ ਤਸ਼ੱਦਦ ਤੇ, ਉਹਨਾਂ ਨੂੰ ਆਪਾਂ ਬਾਣੀ ਪੜ੍ਹ ਕੇ ਸੁਣਾਈਏ। ਉਹ ਤੇ ਵਿਚਾਰੇ ਬੇੜੀਆਂ ਦੇ ਵਿੱਚ ਜਿਹੜੀ ਵੱਜੇ ਹੋਏ ਨੇ। ਇਹ ਸਾਡੇ ਲਈ ਹੈ ਜਿਹੜੇ ਬਾਹਰ ਅਸੀਂ ਸਾਡੀ ਡਿਊਟੀ ਹੈ ਵੀ ਅਸੀਂ ਉਹ ਭਰਾਵਾਂ ਦੀ ਉੱਥੇ ਮਦਦ ਕਰੀਏ। We can also help sell or buy your foreclosure properties and investment properties. ਅਸੀਂ ਤੁਹਾਡੀ ਲੋਨ ਲੈਣ ਵਿੱਚ ਵੀ ਮਦਦ ਕਰ ਸਕਦੇ ਹਾਂ। ਹੋਰ ਜਾਣਕਾਰੀ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 5593491481 559-349-1481 ਜਾਂ ਫਿਰ ਸਾਡੀ ਵੈਬਸਾਈਟ ਤੇ ਲੌਗ ਆਨ ਕਰੋ www.gurdeepshergill.com and that is www.gurdeepshergill.com। ਜੇਕਰ ਤੁਸੀਂ Exit Realty ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। Also listen to your own ਸ਼ਾਂਤ ਪੰਜਾਬ ਦੀ ਰੇਡੀਓ ਸ਼ੋਜ਼ ਹਰ ਸ਼ਨੀਵਾਰ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਅਤੇ ਹਰ ਐਤਵਾਰ ਦੁਪਹਿਰੇ 2 ਵਜੇ ਤੋਂ ਲੈ ਕੇ 3 ਵਜੇ ਤੱਕ with ਗੁਰਦੀਪ ਅਤੇ ਸੋਨੀਆ ਸ਼ੇਰਗਿੱਲ। Thinking big and thinking positive। BI number 0188739। ਮਿਡਲੈਂਡ ਟਰੈਕਟਰ ਮਡੇਰੇ ਵਾਲਿਆਂ ਨੂੰ ਉਹਨਾਂ ਦੇ ਗਾਹਕ ਆਪਣੇ ਸਾਰੇ ਆਪਰੇਸ਼ਨ ਦੇ ਹੱਲ ਕਹਿੰਦੇ ਹਨ। ਇਹਨਾਂ ਦੇ ਤਜਰਬੇਕਾਰ ਸੂਝਵਾਨ ਸਟਾਫ ਤੁਹਾਡੀ ਲੋੜ ਮੁਤਾਬਕ ਤੁਹਾਨੂੰ ਸਹੀ ਜੌਨ ਡੀਅਰ ਦਾ ਸਮਾਨ ਵਧੀਆ ਦਾਮ ਤੇ ਖਰੀਦਣ ਵਿੱਚ ਮਦਦ ਕਰਦੇ ਹਨ। ਇਸ ਮੌਕੇ 0% ਫਾਈਨੈਂਸਿੰਗ, ਕੈਸ਼ ਇੰਪਲੀਮੈਂਟ ਬੋਨਸਿਸ ਅਤੇ 6 ਸਾਲ ਪਾਵਰ ਟ੍ਰੇਨ ਦੀ ਵਾਰੰਟੀ ਸਾਰੇ ਨਵੇਂ ਜੌਨ ਡੀਅਰ ਦੇ ਕੰਪੈਕਟ ਟਰੈਕਟਰਸ ਤੇ ਮੌਜੂਦ ਹੈ। ਕੋਡ ਦੇ ਲਈ ਕਾਲ ਜਾਂ ਵਿਜ਼ਿਟ ਕਰੋ midlandtractor.com। Offer ends 31 October 2020। Some restrictions apply. See Midland Tractor for details and terms and conditions as exclusion and limitations apply. As COVID-19 continues, it's important for us to remember some simple guidelines when keeping families, neighbors, community, and ourselves safe. If you're experiencing a fever, chills, and a cough, contact your medical provider by telephone if possible and seek specific instructions about how to obtain care. And whatever you do, make sure to isolate yourself from others so you don't spread the illness. If you're sick, stay home. The only way we are going to combat COVID-19 is to ensure we don't spread it. Practice simple but important hygiene. Wash your hands with soap for 20 seconds. Avoid touching your face with your hands. And remember to always cough or sneeze into your elbow. Remember, whenever possible, stay home with your family. Avoid public gatherings and social events during this time. Practice social distancing when you must go out. Social distancing means keeping a good distance between you and others, ideally about 6 feet, for the sake of everyone's health. We all have a role to play and to keep ourselves and those we love safe. Let's all do our part to slow down the spread of coronavirus. For more information, you can visit fcdph.org/COVID-19. ਹੈਲੋ ਐਨਾ, ਮੈਂ ਹੁਣੇ ਹੀ ਜੈਨੀ ਦੀ ਹੈਡ ਸਟਾਰਟ ਕਲਾਸ ਲਈ 100 ਕਪਕੇਕ ਬਣਾਉਣ ਦਾ ਕੰਮ ਖਤਮ ਕਰਕੇ ਹਟੀ ਹਾਂ। ਉਹ ਤਾਂ ਹੋਰ ਬੇਕ ਸੇਲ ਕਰ ਰਹੇ ਹਨ, ਪੈਸਾ ਇਕੱਠਾ ਕਰਨ ਲਈ, ਕਲਾਸਰੂਮ ਸਪਲਾਈਜ਼ ਖਰੀਦਣ ਲਈ। ਕੀ ਤੁਸੀਂ ਤੀਜੇ ਫੰਡਰੇਜ਼ਰ ਦੀ ਤਰ੍ਹਾਂ ਇਸ ਸਾਲ ਵੀ ਕਰ ਰਹੇ ਹੋ? ਹਾਂ, ਇਹ ਤਾਂ ਬਹੁਤ ਔਖਾ ਕੰਮ ਹੈ। ਬਸ ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਸਕੂਲ ਫੰਡ ਇਕੱਠਾ ਕਰਨ ਵਿੱਚ ਕਾਮਯਾਬ ਹੋ ਜਾਈਏ। ਪਤਾ ਨਹੀਂ, ਮੈਨੂੰ ਏਦਾਂ ਲੱਗ ਰਿਹਾ ਹੈ ਕਿ ਹਮਾਰਾ ਸਹੀ ਹਿੱਸਾ ਹਮੇ ਨਹੀਂ ਮਿਲਦਾ ਪਿਆ। ਸ਼ਾਇਦ ਇਸ ਲਈ ਕਿਉਂਕਿ ਅਸੀਂ ਘੱਟ ਗਿਣਤੀ ਵਿੱਚ ਹਾਂ। ਕੀ ਤੁਹਾਨੂੰ ਪਤਾ ਹੈ ਕਿ ਪਿਛਲੀ ਮਰਦਮਸ਼ੁਮਾਰੀ ਵਿੱਚ ਸਾਡੇ ਖੇਤਰ ਦੀ ਇੱਕ ਵੱਡੀ ਗਿਣਤੀ ਸੀ? ਇਸ ਦਾ ਅਰਥ ਹੈ ਕਿ ਸਾਡਾ ਸਕੂਲ ਜ਼ਿਲ੍ਹਾ ਸ਼ਾਇਦ ਹਜ਼ਾਰਾਂ ਡਾਲਰ ਤੇ ਗਵਾਚ ਗਿਆ ਹੈ। ਠਹਿਰੋ, ਤੁਸੀਂ ਮੈਨੂੰ ਇਹ ਦੱਸ ਰਹੇ ਹੈ ਕਿ ਮੇਰੇ ਸਕੂਲ ਇਸ ਤੋਂ ਵੀ ਜ਼ਿਆਦਾ ਪੈਸੇ ਦਾ ਹਿੱਸਾ ਮਿਲ ਸਕਦਾ ਸੀ? ਹਾਂ, ਹਰ 10 ਸਾਲਾਂ ਬਾਅਦ ਸਾਨੂੰ ਇਹ ਸੁਨਿਸ਼ਚਿਤ ਕਰਨ ਦਾ ਮੌਕਾ ਮਿਲਦਾ ਹੈ ਕਿ ਸਾਡੇ ਭਾਈਚਾਰਿਆਂ ਨੂੰ ਇਸ ਦਾ ਸਹੀ ਹਿੱਸਾ ਮਿਲੇਗਾ ਅਤੇ ਅਗਲੀ ਜਨਗਣਨਾ ਦੀ ਗਿਣਤੀ ਅਪ੍ਰੈਲ 2020 ਵਿੱਚ ਆ ਰਹੀ ਹੈ। ਨਾਲ ਹੀ ਇਹ ਸੁਨਿਸ਼ਚਿਤ ਕਰਨਾ ਕਿ ਤੁਹਾਡੇ ਪਰਿਵਾਰ ਵਿੱਚ ਹਰੇਕ ਵਿਅਕਤੀ ਦੀ ਗਿਣਤੀ ਸਿਰਫ 10 ਮਿੰਟ ਲੈਂਦੀ ਹੈ। ਤੁਸੀਂ ਮੈਨੂੰ ਮਖੌਲ ਕਰ ਰਹੇ ਹੋ? ਮੈਂ 2 ਘੰਟੇ ਲੱਗੀ ਹਾਂ ਕਪਕੇਕ ਬਣਾਉਣ ਲਈ। ਜੇ ਇਸ ਨੂੰ ਭਰਨ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੋਵੇ ਤਾਂ ਤੁਸੀਂ ਸਾਰੀ ਜਾਣਕਾਰੀ ਵੈਬਸਾਈਟ www.everyonecounts2020.com ਤੋਂ ਹਾਸਲ ਕਰ ਸਕਦੇ ਹੋ। ਇਹ ਸੁਨੇਹਾ ਤੁਹਾਡੇ ਤੱਕ ਪਹੁੰਚਦਾ ਕੀਤਾ ਗਿਆ ਹੈ ਕੈਲੀਫੋਰਨੀਆ ਐਂਡਾਮੈਂਟ ਵੱਲੋਂ।
ਮਰਦਮਸ਼ੁਮਾਰੀ ਚੱਲ ਰਹੀ ਹੈ ਤੇ ਤੁਹਾਡਾ ਗਿਣਿਆ ਜਾਣਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ। ਮਰਦਮਸ਼ੁਮਾਰੀ ਅੰਕੜਾ ਸਾਡੀਆਂ ਕਮਿਊਨਿਟੀਆਂ ਦੀ ਪੁਨਰ ਖੁਸ਼ਹਾਲੀ ਲਈ ਅਤ ਆਵਸ਼ਕ ਹੈ ਅਤੇ ਐਮਰਜੈਂਸੀ ਫੰਡਾਂ ਲਈ ਕੁੰਜੀ ਹੈ। 9 ਸਧਾਰਨ ਸਵਾਲਾਂ ਵਾਲਾ ਫਾਰਮ ਹੈ, ਸੋ ਯਾਦ ਰਹੇ ਕਿ ਤੁਹਾਡੇ ਘਰ ਦੇ ਹਰ ਜੀਅ ਦੀ ਗਿਣਤੀ ਹੋਵੇ। ਹੋਰ ਜਾਣਕਾਰੀ ਲਈ ਦੇਖੋ californiacensus.org ਜਾਂ ਕਾਲ ਕਰੋ 844 330 2020। You're listening to the Central Valley's #1 weekend Punjabi radio from Bakersfield to Modesto. This is AM 900 KBIF Fresno. ਹਾਂਜੀ, ਸੰਗਤਾਂ ਦੇ ਚਰਨਾਂ ਦੇ ਵਿੱਚ ਦੁਬਾਰਾ ਤੋਂ ਹਾਜ਼ਰ ਹਾਂ ਜੀ। ਮੈਂ ਹਰਜਿੰਦਰ ਤੇ ਨਾਲ ਆਪਣੇ ਜੁੜੇ ਹੋਏ ਨੇ ਜੀ ਆਪਣੇ ਗੈਸਟ ਨੇ ਸਰਦਾਰ ਭਜਨ ਸਿੰਘ ਜੀ ਪਿੰਡਰ, ਜਿਹੜੇ ਆਪਣੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ, ਆਪਣੀ ਨੌਲੇਜ ਸਾਂਝੀ ਕਰ ਰਹੇ ਨੇ। ਵੈਸੇ ਜੀ ਸਰ ਜੀ ਅਤੇ ਸਰੋਤਿਆਂ ਦੇ ਨੌਲੇਜ ਵਾਸਤੇ ਮੈਂ ਆਪਣੀ ਨੌਲੇਜ ਸਾਂਝੀ ਕਰਦਿਆਂ ਵੀ ਅੱਜ ਜਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਜ਼ਿਆਦੀਆਂ ਮੇਰੇ ਉੱਪਰ ਦੀ ਲੰਘ ਰਹੀਆਂ ਨੇ। ਵੈਸੇ ਵੀ ਮੈਂ ਜਿਹੜੀ ਗੱਲ ਕਰਦਾ ਜੀ ਮੈਂ ਉਹ ਸਾਰੀ ਕਾਮਨ ਸੈਂਸ ਦੇ ਉੱਤੇ ਹੀ ਕਰਦਾ ਹੁੰਦਾ ਗੱਲਬਾਤ ਜੀ। ਅਤੇ ਐਟ ਏ ਟਾਈਮ ਜੋ ਕੁਛ ਵੀਰ ਜੀ ਦੱਸ ਰਹੇ ਆ, ਨੌਲੇਜ ਦੇ ਰਹੇ ਆ, ਮੇਰੇ ਵਾਸਤੇ ਬਹੁਤ ਵਧੀਆ। ਅਤੇ ਮੈਨੂੰ ਲੱਗਦਾ ਇਹ ਪ੍ਰੋਗਰਾਮ ਮੈਨੂੰ ਇੱਕ ਵਾਰੀ ਨਹੀਂ 2 ਵਾਰੀ 3 ਵਾਰੀ ਸੁਣਨਾ ਪੈਣਾ ਦੁਬਾਰਾ ਫੇਸਬੁੱਕ ਤੋਂ ਜਾਂ ਰਿਕਾਰਡਿੰਗ ਜਦੋਂ ਚੱਲਦੀ ਹੁੰਦੀ ਆ। ਆਪਣੇ ਰੇਡੀਓ ਦੇ ਉੱਤੇ 2-3 ਵਾਰੀ ਵੀਕ ਦੇ ਵਿੱਚ ਇਹ ਸੇਮ ਪ੍ਰੋਗਰਾਮ ਸਾਰੇ ਦੇ ਸਾਰੇ ਜਿੰਨੇ ਵੀ ਭਰਾ ਕਰਦੇ ਆ ਉਹ ਰਿਕਾਰਡਿੰਗ ਚੱਲਦੀ ਹੁੰਦੀ ਆ ਅਤੇ ਉਹਦੇ ਵਾਸਤੇ ਤੁਸੀਂ ਰਿਕਾਰਡਿੰਗ ਕਾਲ ਕਰਕੇ ਸੁਣ ਸਕਦੇ ਹੋ। ਅਤੇ ਤੁਸੀਂ ਐਟ ਏ ਟਾਈਮ ਆਪਾਂ ਕਾਲਾਂ ਓਪਨ ਕਰ ਦਿੱਤੀਆਂ ਨੇ, ਕੋਈ ਵੀ ਵੀਰ ਭੈਣ ਕਾਲ ਕਰਕੇ ਗੱਲ ਕਰ ਸਕਦਾ ਜੀ। ਅਤੇ ਆਪਣੇ ਨੰਬਰ ਹੈਗਾ ਜੀ ਵੀਰ ਜੀ ਦੇ ਨਾਲ ਗੱਲਬਾਤ ਕਰਨ ਵਾਸਤੇ, ਜਾਂ ਕੋਈ ਜ਼ਰੂਰੀ ਮੈਸੇਜ ਹੋਵੇ ਤਾਂ ਉਹ ਕਾਲ ਕਰਕੇ ਤੁਸੀਂ ਦੇ ਸਕਦੇ ਹੋ। ਪਰ ਨੋਰਮਲ ਕੋਈ ਗੱਲਬਾਤ ਹੋਵੇ ਤਾਂ ਪਲੀਜ਼ ਨਾ ਕਰਿਓ, ਕਿਉਂਕਿ ਅੱਜ ਜਿਹੜਾ ਟੌਪਿਕ ਚੱਲ ਰਿਹਾ ਵੀਰ ਜੀ ਦਾ ਜਿਹੜੀ ਉਹ ਨੌਲੇਜ ਦੇ ਰਿਹਾ ਉਹ ਬਹੁਤ ਜ਼ਰੂਰੀ ਆ ਅਤੇ ਆਪਾਂ ਵੱਧ ਤੋਂ ਵੱਧ ਲਾਹਾ ਲੈ ਸਕੀਏ ਇਹਨਾਂ ਦੇ ਟਾਈਮ ਦਾ। ਅਤੇ ਨੰਬਰ ਹੈਗਾ ਜੀ 559 230 0900। ਅਤੇ ਆਪਾਂ ਜੁੜੇ ਹੋਏ ਹਾਂ ਜੀ KBIF 900 ਪੰਜਾਬੀ ਰੇਡੀਓ ਦੇ ਉੱਤੇ। ਹਾਂਜੀ ਸਰ ਜੀ, ਤੁਸੀਂ ਕੰਟੀਨਿਊ ਜੀ ਕਰੋ ਗੱਲ, ਅਤੇ ਨਾਲ ਸਰੋਤਿਆਂ ਦੇ ਅੱਗੇ ਰਿਕੁਐਸਟ ਹੈ ਜੀ ਕਿ ਹੁਣ ਤੁਸੀਂ ਆਪਣੇ ਸਵਾਲ ਜਵਾਬ ਕੋਈ ਵੀ ਗੱਲਬਾਤ ਕਰਨੀ ਹੋਵੇ, ਕੋਈ ਨੌਲੇਜ ਸ਼ੇਅਰ ਕਰਨੀ ਹੋਵੇ ਜਿਹੜੀ ਸਾਡੇ ਤੋਂ ਰਹਿੰਦੀ ਹੋਵੇ, ਜਾਣੀ ਕਿ ਭਾਈ ਸਾਹਿਬ ਜੀ ਤੋਂ ਜਿਹੜੀ ਰਹਿੰਦੀ ਹੋਵੇ, ਉਹ ਤੁਸੀਂ ਸ਼ੇਅਰ ਕਰ ਸਕਦੇ ਹੋ। ਅਤੇ ਸਰ ਜੀ ਤੁਸੀਂ ਕੰਟੀਨਿਊ ਕਰਦੇ ਹੋ ਜਾਂ ਮੈਂ ਇੱਕ ਕੁਐਸਚਨ ਕਰਾਂ? ਕਰੋ ਜੀ ਕੁਐਸਚਨ। ਹਾਂਜੀ ਸਰ ਜੀ, ਮੈਂ ਸਾਲ 6 ਮਹੀਨੇ ਪਹਿਲਾਂ ਸੁਣਿਆ ਸੀ ਵੀ ਆਪਣੇ ਬੇਰਗੇ ਦੇ ਵਿੱਚ ਵੀ ਕੋਈ ਅਜਿਹੀ ਚੀਜ਼ ਆ ਰਹੀ ਆ, ਪ੍ਰੋਬਲਮ ਆ ਰਹੀ ਆ ਵੀ ਜਿਹੜੀਆਂ ਉੱਥੇ ਉਹ ਚੰਗਾ ਮੋਟਾ ਪੈਸਾ ਲਾ ਰਹੇ ਆ ਯੂਨੀਵਰਸਿਟੀਆਂ ਦੇ ਵਿੱਚ ਇੰਡੀਆ ਗੌਰਮੈਂਟ, ਅਤੇ ਉਹ ਕਹਿ ਰਹੇ ਆ ਵੀ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ। ਉਹ ਕੀ ਕਹਾਣੀ ਸੀਗੀ ਕੈਲੀਫੋਰਨੀਆ ਜੀ? ਹਾਂਜੀ। ਸੋ ਮੈਨੂੰ ਇਸ ਬਾਰੇ ਨਹੀਂ ਯੂਨੀਵਰਸਿਟੀ ਦਾ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹ ਮਿਲਪੀਟਸ ਉਹਨਾਂ ਦਾ ਹੈੱਡਕੁਆਟਰ ਆ, ਅਤੇ ਉਹ ਓਪਨਲੀ RSS ਦੀ ਇੱਕ ਸ਼ਾਖਾ ਵਾ ਅਤੇ ਬੜੀ ਕਾਮਯਾਬ ਸ਼ਾਖਾ। ਉਹਨਾਂ ਕੋਲ PhD ਲੈਵਲ ਦੇ ਫੁੱਲ ਟਾਈਮ ਬੰਦੇ ਨੇ, ਮੇਰੇ ਖਿਆਲ 10-12 ਬੰਦੇ ਹੋਣਗੇ ਉਹਨਾਂ ਕੋਲ। ਅਤੇ ਉਹ ਹਰੇਕ ਖੇਤਰ ਦੇ ਵਿੱਚ ਉਹ ਆ ਕੇ ਆਪਣੀ ਭੂਮਿਕਾ ਨਿਭਾਉਂਦੇ ਨੇ। ਅਤੇ ਉੱਥੇ ਕੋਈ ਵੀ ਕਾਂਗਰਸਮੈਨ ਕੋਈ ਬਣਨਾ ਚਾਹੁੰਦਾ, ਮੇਅਰ ਜਾਂ ਸਿਟੀ ਮੇਅਰ ਕੋਈ ਬਣਨਾ ਚਾਹੁੰਦਾ, ਉਹ ਹਿੰਦੂਤਵਾ ਸੋਚ ਦਾ ਹੀ ਬਣਾਉਂਦੇ ਨੇ। ਅਤੇ ਉੱਥੇ ਉਹਨਾਂ ਦੀ ਕੋਈ ਉਹਦੀ ਓਪੋਜੀਸ਼ਨ ਉਹਨਾਂ ਦੇ ਖਿਲਾਫ ਕੋਈ ਵੀ, ਭਾਵੇਂ ਉੱਥੇ 3-4 ਗੁਰਦੁਆਰੇ ਹੈਗੇ ਸਾਡੇ, ਪਰ ਕੋਈ ਉੱਥੇ ਫਰੰਟ ਜਾਂ ਇੱਦਾਂ ਦਾ ਕੋਈ ਸਾਹਮਣੇ ਨਹੀਂ ਆ ਰਿਹਾ। ਸੋ ਯੂਨੀਵਰਸਿਟੀ ਦਾ ਨਹੀਂ ਮੈਨੂੰ ਪਤਾ ਵੀ ਉੱਥੇ ਕੋਈ ਯੂਨੀਵਰਸਿਟੀ ਮੇਰੀ ਨਿਗਾਹ 'ਚ ਆਈ ਇਹ ਗੱਲ। ਜਿਹੜਾ ਮੈਨੂੰ ਪਤਾ ਲੱਗਿਆ ਸੀ ਜੀ, ਮੈਨੂੰ ਇਹ ਪਤਾ ਲੱਗਿਆ ਸੀ ਵੀ ਇੰਡੀਆ ਗੌਰਮੈਂਟ ਪੈਸਾ ਲਾ ਰਹੀ ਆ ਮੋਟਾ, ਮਿਲੀਅਨ ਦੇ ਹਿਸਾਬ ਦੇ ਵਿੱਚ ਉਹਨਾਂ ਨੇ ਡੋਨੇਸ਼ਨਾਂ ਵਗੈਰਾ ਦੇਣੀਆਂ ਸ਼ੁਰੂ ਕੀਤੀਆਂ ਨੇ ਅਮਰੀਕਾ ਦੇ ਵਿੱਚ। ਅਤੇ ਜਿਹੜੀ ਆਪਣੀ ਇੱਥੋਂ ਸਟਾਰਟਿੰਗ ਹੋਈ ਆ ਕੈਲੀਫੋਰਨੀਆ ਬੇਰੀਏ ਤੋਂ, ਅਤੇ ਉਹ ਕਹਿੰਦੇ ਆ ਵੀ ਅਸੀਂ ਸਿੱਖ ਧਰਮ ਦਾ ਪ੍ਰਚਾਰ ਕਰਨਾ, ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਫਲਸਫੇ ਦਾ ਪ੍ਰਚਾਰ ਕਰਨਾ। ਅਤੇ ਪ੍ਰਚਾਰ ਜਿਹੜਾ ਕਰਨਗੇ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਹੁਣ ਅੱਗੇ, ਪਰ ਇਹ ਗੱਲ ਮੈਂ ਸੁਣਨ ਚਾਹੀ ਸੀਗੀ। ਸੋ ਸਿੱਖ ਨਾ ਇੱਕ ਜਿਹੜੀ ਸਿੱਖ ਦੌੜ ਆ ਇੱਕ ਬੜੀ ਇੰਪੋਰਟੈਂਟ ਦੌੜ ਆ ਦੁਨੀਆ ਦੇ ਵਿੱਚ। ਇਸ ਸਮੇਂ ਹੋਰ ਵੀ ਜ਼ਿਆਦਾ ਇੰਪੋਰਟੈਂਸ ਵੱਧਦੀ ਜਾਂਦੀ ਹੈ, ਕਿਉਂਕਿ ਜਿਹੜੀ ਦੌੜ ਆ ਇਹ ਖੁਦ ਦੇ ਬਜਾਏ ਇਹ ਬਹੁਤ ਭਲਾਈ ਦੀ ਗੱਲ ਕਰਦੀ ਹੈ। ਸੋ
ਹੁਣ ਵੀ ਤੁਸੀਂ ਵੇਖ ਲਓ ਵੀ ਕਈ ਆਪਣੇ ਸੱਜਣ ਗੱਲ ਕਰਦੇ ਨੇ ਵੀ ਜੇ ਖਾਲਿਸਤਾਨ ਬਣ ਗਿਆ ਕਿੱਦਾਂ ਦਾ ਹੋਊ। ਗੱਲ ਆ ਵੀ ਜਿਹੜੇ ਤੁਹਾਡੇ ਬਿਹੇਵੀਅਰ ਆ ਉਹੀ ਦੱਸਦਾ ਵੀ ਤੁਸੀਂ ਕੀ ਗਾਂ ਕੰਮ ਕਰੋਗੇ। ਹੁਣ ਇੰਡੀਆ ਦੇ ਵਿੱਚ ਤੁਸੀਂ ਵੇਖੋ ਵੀ ਆ ਕਸ਼ਮੀਰੀ ਜਦੋਂ 370 ਆਰਟੀਕਲ ਤੇ ਨੌਜਵਾਨਾਂ ਨੇ ਖਾਲਸਾ ਏਡ ਜਾਂ ਹੋਰ ਇੱਦਾਂ ਜਥੇਬੰਦੀਆਂ ਨੇ ਬੜੀ ਇੱਜ਼ਤ ਦੇ ਨਾਲ ਧੀਆਂ ਭੈਣਾਂ ਨੂੰ ਸੁਰੱਖਿਆ ਦੇ ਕੇ ਸਟੂਡੈਂਟ ਨੂੰ ਬਚਾ ਕੇ ਤੇ ਉਹਨਾਂ ਦੇ ਘਰਾਂ ਬਚਾਇਆ। ਤੇ ਕਸ਼ਮੀਰੀ ਇੰਨੇ ਭਾਵੁਕ ਹੋ ਗਏ ਕਿ ਕਸ਼ਮੀਰੀ ਡਾਕਟਰ, ਕੀ ਹੋਟਲ, ਕੀ ਮੋਟਲ, ਕੀ ਯੂਨੀਵਰਸਿਟੀਆਂ, ਉਹਨਾਂ ਨੇ ਕਹੀ ਸਿੱਖਾਂ ਨੂੰ ਸਾਰਾ ਫ੍ਰੀ ਇਲਾਜ ਕਰਵਾਉਣੇ ਆ ਵੀ ਬਹੁਤ ਸਾਡੇ ਆਸਾਨ ਨੇ ਸਿੱਖਾਂ ਤੇ। ਇੱਦਾਂ ਹੀ ਜਿਹੜਾ ਗਰੀਬ ਆ ਰੋਹਿੰਗਾ ਮੁਸਲਮਾਨ ਉਦੋਂ ਜਦੋਂ ਉਠਾਇਆ ਗਿਆ ਤੇ ਬੇਰਹਿਮੀ ਦੇ ਨਾਲ ਉਹਨਾਂ ਨੂੰ ਉੱਥੋਂ ਕੱਢਿਆ ਗਿਆ, ਉਦੋਂ ਵੀ ਸਿੱਖਾਂ ਨੇ ਮਦਦ ਤੇ ਆਏ। ਤੇ ਇਸੇ ਤਰੀਕੇ ਨਾਲ ਵੀ ਜਿਹੜੇ ਕ੍ਰਿਸਚੀਅਨਸ ਨੇ ਸੀਰੀਅਨ ਤੋਂ ਉਜੜੇ ਹੋਏ ਉਹ ਰਿਫਿਊਜੀ ਕਿੱਦਾਂ ਸਾਂਭੇ ਖਾਲਸਾ ਏਡ ਨੇ। ਯਾਨੀ ਕਿ ਸਿੱਖ ਸੋਚ, ਸਿੱਖਾਂ ਦਾ ਸੁਭਾਅ ਹੈਗਾ ਇੱਕ ਬਹੁਤ ਗੁਰੂ ਦੀ ਰਹਿਮਤ ਆ ਸਿੱਖ ਕੌਮ ਤੇ ਕਈ ਪੱਖਾਂ ਤੋਂ ਬਹੁਤ ਜ਼ਿਆਦੀ। ਤੇ ਇਹ ਜਿਹੜੀ ਚੀਜ਼ ਨੇ ਇਹ ਹੁਣ ਜਿਹੜੇ ਹਿੰਦੂਤਵਵਾਦੀ ਲੋਕ ਨੇ ਉਹ ਚਾਹੁੰਦੇ ਨੇ ਵੀ ਦਿਸ ਇਜ਼ ਪਾਰਟ ਆਫ ਦ ਹਿੰਦੂ ਸਿਸਟਮ। ਸੋ ਉਹਨਾਂ ਵਿੱਚ ਕੀ ਪ੍ਰੋਬਲਮ ਆ ਰਹੀ ਆ ਕਿ ਮਿਸਾਲ ਦੇ ਤੌਰ ਤੇ ਮੈਂ ਦੱਸਾਂ ਤੁਹਾਨੂੰ ਵੀ ਕੈਲੀਫੋਰਨੀਆ ਨਾ ਹਰ 6 ਸਾਲਾਂ ਬਾਅਦ ਫੈਸਲਾ ਹੁੰਦਾ ਵੀ ਕਿਹੜੀਆਂ ਕਿਤਾਬਾਂ ਪੜ੍ਹਾਈਆਂ ਜਾਣ, ਕਿਹੜੀਆਂ ਕਿਤਾਬਾਂ। ਵੈਗਰੂ ਜੀ ਆਪਣੇ ਕੋਲ ਨਾ 2 ਕਾਲਰ ਨੇ ਤੇ ਇੱਕ ਕਾਲ ਮੈਂ ਲੈਣ ਲੱਗਿਆ ਤੇ ਦੂਜੇ ਨੂੰ ਹੁਣ ਤੁਸੀਂ ਦੂਜੇ ਕਾਲਰ ਜੀ 1 ਮਿੰਟ ਹੋਲਡ ਕਰਿਓ। ਹਾਂਜੀ ਮੈਂ ਇੱਕ ਨਾ ਹੀ ਕਾਲ ਨੂੰ ਵਿੱਚ ਹੋਲਡ ਕਰਾ ਲਾਂ ਤੇ ਤੁਸੀਂ ਭਾਵੇਂ ਬਾਅਦ ਚ ਗੱਲ ਕੰਟੀਨਿਊ ਜੀ ਕਰ ਲਿਓ। ਉਹ ਕਾਲ ਕੱਟ ਚੁੱਕਿਆ ਜੀ। ਹਾਂਜੀ ਆਪਾਂ ਦੂਜੇ, ਹਾਂਜੀ ਤੁਸੀਂ ਜੀ ਹੋਲਡ ਕਰੋਗੇ ਜੀ ਕਾਲ, ਮੈਂ ਤੁਹਾਨੂੰ ਥੋੜੀ ਦੇਰ ਤੇ ਵੀਰ ਜੀ ਦੀ ਗੱਲ ਸੁਣ ਕੇ ਤੇ ਫਿਰ ਅੱਗੇ ਪਾਉਣਾ ਲਾਈਨ ਤੇ ਲੈਣਾ ਹੈ ਫਿਰ ਮਤਲਬ। ਹਾਂਜੀ ਜੀ ਹਾਂਜੀ ਵੈਗਰੂ ਜੀ ਤੁਸੀਂ ਗੱਲ ਕਰੋ ਕੰਟੀਨਿਊ ਜੀ ਤੇ ਫਿਰ ਆਪਾਂ ਜਿਹੜੇ ਆਪਣੇ ਗੈਸਟ ਆਏ ਨੇ ਵੀਰ ਜੀ ਪਰਮਪਾਲ ਜੀ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਾਲਰ ਨਾਲ, ਫਿਰ ਉਹਨਾਂ ਦੀ ਗੱਲ ਸੁਣਦੇ ਆ। ਤੁਸੀਂ ਗੱਲ ਪੂਰੀ ਕਰ ਲਓ ਪਹਿਲਾਂ। ਤੁਸੀਂ ਮੈਨੂੰ ਕਹਿ ਰਹੇ? ਹਾਂਜੀ ਓਕੇ। ਸੋ ਗੱਲ ਚੱਲਦੀ ਆ ਵੀ ਇਹ ਯੂਨੀਵਰਸਿਟੀ 'ਚ ਕੁਝ ਪੜ੍ਹਾਉਣਾ ਚਾਹੁੰਦੇ ਆ, ਸਿੱਖੀ ਦੀ ਗੱਲ ਕਰਨੀ ਚਾਹੁੰਦੇ ਆ। ਐਦੋਂ ਵੱਡਾ ਯਾਨੀ ਕਿ ਝੂਠ ਨਹੀਂ ਸਿੱਖਾਂ ਨੂੰ ਕਦੇ ਸਾਹਮਣੇ ਵੇਖਣ ਨੂੰ ਮਿਲਿਆ ਤੇ ਨਾ ਮਿਲਣਾ ਹੀ ਆ, ਕਿਉਂਕਿ ਸਿੱਖ ਜੇ ਗਵਰਨਮੈਂਟ ਪ੍ਰਚਾਰ ਕਰੂ ਸਿੱਖੀ ਦਾ ਤੇ ਉਹ ਕਰੂਗੀ ਵੀ ਜਿਹੜੇ ਸਿੱਖ ਨੇ ਸਿੱਖ ਥਾਟ ਆ, ਈਵਨ ਗੁਰਬਾਣੀ ਵੀ ਇਹ ਚੇਂਜ ਕਰਕੇ ਦੱਸੂਗੀ ਵੀ ਹਿੰਦੂਤਵਾ ਦੇ ਨਾਲ ਮਿਲਦੀ ਜੁਲਦੀ ਇਹਨਾਂ ਦੀ ਬਾਣੀ ਚੇਂਜ ਕਰ ਦੇਣਗੇ ਸਭ ਕੁਝ, ਵੀ ਸਾਡੀ ਜੋ ਆਵਾਜ਼ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਬਣੇ। ਇਹਦੀ ਮਿਸਾਲ ਹੈਗੀ ਵੀ ਜਦੋਂ ਹਰ 6 ਸਾਲਾਂ ਬਾਅਦ ਕੈਲੀਫੋਰਨੀਆ ਜਿਹੜੇ ਸਕੂਲ ਬੋਰਡ ਆਫ ਐਜੂਕੇਸ਼ਨ ਨੇ ਇਹ ਕਰਿਕੂਲਮ ਤਿਆਰ ਕਰਦੇ ਆ ਜੀ ਵੀ ਕਿੱਦਾਂ ਦੀ ਪੜ੍ਹਾਈ ਹੋਵੇ, ਕੀ ਪੜ੍ਹਾਇਆ ਜਾਵੇ। ਤੇ ਜਦੋਂ ਪਿਛਲੇ 2012, 13, 14, 15 ਤਾਈਂ ਇਹ ਜਿਹੜੀਆਂ ਸਰਗਰਮੀਆਂ ਸ਼ੁਰੂ ਹੋਈਆਂ ਕਰਿਕੂਲਮ ਦੀਆਂ, ਤੇ ਸਭ ਤੋਂ ਵੱਡੀ ਭੂਮਿਕਾ ਇੰਡੀਅਨ ਐਂਬੈਸਡਰ ਨੇ ਨਿਭਾਈ। ਉਹਨੇ ਸਕੂਲ ਬੋਰਡ ਨੂੰ ਚਿੱਠੀਆਂ ਲਿਖੀਆਂ ਵੀ ਜਿਹੜੇ ਹਿੰਦੂਆਂ ਦੀ ਸੋਚ ਆ ਇਹਨੂੰ ਜ਼ਰੂਰ ਪਹਿਲ ਦਿੱਤੀ ਜਾਵੇ। ਏਦਾਂ ਹੀ ਐਮੀ ਬੈਰੇ ਨੇ ਚਿੱਠੀ ਲਿਖੀ, ਏਦਾਂ ਤੁਲਸੀ ਨੇ ਚਿੱਠੀ ਲਿਖੀ, ਏਦਾਂ ਜਿਹੜਾ ਸਿਟੀ ਕੌਂਸਲ ਮੈਂਬਰ ਐਸ਼ ਕਾਲੜਾ ਉਹਨੇ ਚਿੱਠੀ ਲਿਖੀ। ਨਿੱਕੇ ਤੋਂ ਲੈ ਕੇ ਵੱਡੇ ਜਿਹੜੇ ਇਹਨਾਂ ਦੇ ਅਹੁਦੇਦਾਰ ਨੇ, ਜਿਹੜੇ ਅਮਰੀਕਾ ਦੇ ਵਿੱਚ ਕਾਂਗਰਸਮੈਨ, ਸਿਟੀ ਕੌਂਸਲ ਮੈਂਬਰ ਬਣਦੇ ਨੇ ਵੀ ਅਸੀਂ ਅਮਰੀਕਾ ਨੂੰ ਸਰਵ ਕਰਨਾ, ਜੋ ਅਮਰੀਕਾ ਦਾ ਹੋਮ ਆਫ ਦ ਬਰੇਵ ਹੈਗਾ ਵੀ ਇਹ ਫਰੀडम ਦੀ ਲੈਨ ਆ, ਇਹ ਸੋਹਾਂ ਉਹਨਾਂ ਦੀਆਂ ਖਾਂਦੇ ਨੇ। ਪਰ ਚਿੱਠੀਆਂ ਲਿਖੀਆਂ ਵੀ ਤੁਸੀਂ ਜੋ ਹਿੰਦੂ ਸੋਚ ਆ ਉਹਨੂੰ ਤੁਸੀਂ ਲਾਗੂ ਕਰਨਾ ਆਪਣੀ ਕਿਤਾਬਾਂ ਦੇ ਵਿੱਚ। ਖਾਸ ਕਰਕੇ ਉਹਨਾਂ ਨੇ ਸਾਰਿਆਂ ਨੇ ਇਹ ਹਦਾਇਤ ਦਿੱਤੀ, ਜਿਹੜੀ ਇਹ ਟੀਮਾਂ ਨੂੰ ਸਪੋਰਟ ਕਰ ਰਹੇ ਸਨ ਉਹਨਾਂ ਵਿੱਚ ਓਬਰਾਏ ਫਾਊਂਡੇਸ਼ਨ, ਹਿੰਦੂ ਅਮਰੀਕਨ ਫਾਊਂਡੇਸ਼ਨ, ਧਾਰਮਿਕ ਸਿਵਲਾਈਜੇਸ਼ਨ ਫਾਊਂਡੇਸ਼ਨ, ਬਹੁਤ ਫਾਊਂਡੇਸ਼ਨ ਇਹਨਾਂ ਦੀਆਂ। ਉਹਨਾਂ ਨੇ ਜਿਹੜੀਆਂ ਚਿੱਠੀਆਂ ਲਿਖੀਆਂ ਉਹਨਾਂ ਨੇ ਇੱਥੋਂ ਤਾਈਂ ਹਦਾਇਤਾਂ ਦਿੱਤੀਆਂ ਸਕੂਲ ਕੈਲੀਫੋਰਨੀਆ ਕਰਿਕੂਲਮ ਨੂੰ ਵੀ ਸਿੱਖ ਵਰਡ ਨਾ ਯੂਜ਼ ਕਰਿਓ। ਜੇ ਕੋਈ ਸਿੱਖਾਂ ਦਾ, ਜਿੱਦਾਂ ਮਿਸਾਲ ਦੇ ਤੌਰ ਤੇ ਪਹਿਲਾ ਏਸ਼ੀਅਨ ਮੂਲ ਦਾ ਜੇ ਕੋਈ ਕਾਂਗਰਸਮੈਨ ਬਣਿਆ ਅਮਰੀਕਾ ਵਿੱਚ, ਉਹ ਦਲੀਪ ਸਿੰਘ ਸਾਉਂਡ ਬਣਿਆ ਸੀ, ਉਹ ਸਿੱਖ ਆ ਅੰਮ੍ਰਿਤਸਰ ਤੋਂ। ਸੋ ਇਹਨਾਂ ਨੇ ਚਿੱਠੀ ਲਿਖੀ ਵੀ ਉਹਨੂੰ ਸਿੱਖ ਨਾ ਕਹੋ ਵੀ ਪਹਿਲਾ ਸਿੱਖ ਮੂਲ ਦਾ ਬਣਿਆ, ਇੱਥੇ ਕਹੋ ਵੀ ਸਾਊਥ ਏਸ਼ੀਅਨ ਚਾਹੇ ਇੰਡੀਅਨ। ਏਦਾਂ ਹੀ ਕਿਤਾਬਾਂ ਵਿੱਚ ਇਹ ਪੜ੍ਹਾਇਆ ਜਾ ਰਿਹਾ ਵੀ ਜਿਹੜੇ ਪਹਿਲੀਆਂ ਕੌਮਾਂ ਇੱਥੇ ਆਈਆਂ ਉਹਨਾਂ ਵਿੱਚ ਫਿਲੀਪੀਨੋ, ਜਾਪਾਨੀ, ਸਿੱਖ ਤੇ ਹਿਸਪੈਨਿਕ ਕੌਮਾਂ ਇੱਥੇ ਆਈਆਂ। ਉਹਦੇ ਵਿੱਚ ਵੀ ਇਹ ਸਾਰੇ ਢਾਂਚੇ ਨੇ ਵਿਰੋਧ ਕੀਤੀ
ਵੀ ਤੁਸੀਂ ਇੱਥੇ ਇਹ ਨਾ ਕਹੋ ਵੀ ਸਿੱਖ ਆਏ, ਕਹੋ ਵੀ ਸਾਊਥ ਏਸ਼ੀਅਨ ਆਏ ਚਾਹੇ ਇੰਡੀਅਨ ਆਏ ਆ। ਏਦਾਂ ਇਹਨਾਂ ਨੇ ਕਬੀਰ ਜੀ ਦੀ ਬਾਣੀ ਦੇ ਕਿੰਤੂ ਕੀਤਾ ਵਿੱਚ। ਹੁਣ ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦੇ, ਉਹ ਕਬੀਰ ਜੀ ਦਾ ਨਾਂ ਲੈ ਕੇ ਕਰਦੇ ਨੇ, ਪਰ ਕਬੀਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ। ਬਾਬਾ ਕਬੀਰ ਜੀ ਦੇ ਅਟੈਕ ਜਿਹੜਾ ਉਹ ਸਿੱਧਾ ਹੀ ਅਟੈਕ ਸਿੱਖੀ ਤੇ ਆ, ਗੁਰੂ ਗ੍ਰੰਥ ਸਾਹਿਬ ਤੇ ਆ। ਇਹ ਸਾਰੇ ਇਹਨਾਂ ਨੇ ਲਿਖਤੀ ਚੀਜ਼ਾਂ ਦਿੱਤੀਆਂ ਹੋਈਆਂ ਸਕੂਲ ਕਰਿਕੂਲਮ ਨੂੰ ਇੱਥੇ ਵੀ ਇਹ ਚੀਜ਼ਾਂ ਵਿੱਚੋਂ ਨਾ ਪੜ੍ਹਾਓ। ਇੱਥੋਂ ਤਾਂ ਹੀ ਹਦਾਇਤਾਂ ਦਿੱਤੀਆਂ ਵੀ ਗੁਰੂ ਨਾਨਕ ਨੇ ਕੋਈ ਵੱਖਰਾ ਧਰਮ ਨਹੀਂ ਚਲਾਇਆ, ਨਾ ਗੁਰੂ ਨਾਨਕ ਬ੍ਰਾਹਮਣਵਾਦ ਦੇ ਖਿਲਾਫ ਆ। ਸੋ ਜੇ ਇਹ ਚੀਜ਼ਾਂ ਸਾਰਾ ਇਹਨਾਂ ਦਾ ਢਾਂਚਾ ਅਮਰੀਕਾ ਵਿੱਚ ਇਹਨਾਂ ਦੇ ਨਿਆਣਿਆਂ ਤੇ ਇਹਨਾਂ ਨੇ ਸਮਝਾ ਕੇ ਇੱਥੇ ਜਦੋਜਹਿਦ ਕੀਤੀ ਆ, ਲਿਖਤੀ ਚਿੱਠੀਆਂ ਦਿੱਤੀਆਂ ਇਹਨਾਂ ਦੇ ਸਾਰਿਆਂ ਨੇ। ਸੋ ਇਹ ਹਿੰਦੂਤਵ ਤੌਰ ਦੀ ਸਾਰੀ ਜਿਹੜੀ ਹੈਗੀ ਆ ਇੱਕ ਯੂਨਿਟੀ ਹੈ, ਚਾਹੇ ਉਹ ਕਾਂਗਰਸਮੈਨ ਹੋਵੇ, ਚਾਹੇ ਉਹ ਇੰਡੀਅਨ ਅੰਬੈਸਡਰ ਹੋਵੇ, ਚਾਹੇ ਉਹ ਸਿਟੀ ਕੌਂਸਲ ਮੈਂਬਰ ਹੋਵੇ, ਚਾਹੇ ਉਹ ਯੂਨੀਵਰਸਿਟੀ ਦੇ ਪ੍ਰੋਫੈਸਰ ਹੋਣ, ਉਹ ਸਾਰਿਆਂ ਨੇ ਇਸ ਨਤੀਜੇ ਦੇ ਪਹੁੰਚੇ ਵੀ ਗੁਰੂ ਨਾਨਕ ਨੇ ਕੋਈ ਵੱਖਰਾ ਧਰਮ ਨਹੀਂ ਚਲਾਇਆ। ਸਿੱਖ ਨਾ ਵਰਡ ਨਾ ਯੂਜ਼ ਕਰੋ, ਤੇ ਈਵਨ ਗਦਰ ਮੂਵਮੈਂਟ ਦੇ ਬਾਰੇ ਵੀ ਉਹਨਾਂ ਨੇ ਕਿੰਤੂ ਬਿੰਤੂ ਕੀਤਾ। ਸੋ ਇੱਥੋਂ ਤੁਹਾਨੂੰ ਸਿੱਧਾ ਵੀ ਇਹੋ ਹੀ ਪੜ੍ਹਾਉਣਗੇ ਯੂਨੀਵਰਸਿਟੀਆਂ ਦੇ ਵਿੱਚ। ਇਹ ਤੁਹਾਡਾ ਸਾਰਾ ਹਿਸਟਰੀ ਜਿਹੜੀ ਹੈ ਇਹਨੂੰ ਖਤਮ ਕਰਨਾ ਚਾਹੁੰਦੇ ਆ। ਇਹਦੇ ਬਾਰੇ ਤੁਸੀਂ ਕਦੀ ਆਪਾਂ ਇਹਦੇ ਕੱਲੇ ਡਿਟੇਲ ਵੀ ਕਿੰਨੇ ਕੀ ਲਿਖੀ, ਕਦੋਂ ਲਿਖੀ ਚਿੱਠੀ, ਉਹ ਸਾਰਾ ਆਪਣੇ ਕੋਲ ਪਿਆ ਸਾਰਾ ਸਿਸਟਮ। ਹਾਂਜੀ, ਆਪਾਂ ਕੋਲ ਉਹ ਸਾਰੀ ਇਨਫੋਰਮੇਸ਼ਨ ਹੈਗੀ ਹੈ ਟੂ ਬੈਕ ਜੋ ਆਪਾਂ ਇੱਥੇ ਗੱਲ ਕਰ ਰਹੇ ਹਾਂ। ਸੋ ਜਦੋਂ ਇਹਨਾਂ ਦੀ ਪੜ੍ਹਾਈ ਉਹ ਤੇ ਡਿਕਲੇਅਰ ਆ, ਇਹਨਾਂ ਦਾ ਕੋਈ ਵੀ ਜਿਹੜਾ ਕੰਮ ਹੈਗਾ ਉਹ ਤੁਹਾਨੂੰ ਖਤਮ ਕਰਨ ਨੂੰ ਆ। ਸੋ ਜਦੋਂ ਵੀ ਇਹਨਾਂ ਚੋਂ ਕੋਈ ਵੀ ਪਹਿਲ ਆਉਂਦੀ ਹੈ, ਇਹਨਾਂ ਦੇ ਡਿਕਲੇਅਰ ਕੀਤਾ ਵੀ ਤੁਸੀਂ ਫੋਰਨਰ ਆ, ਜੇ ਤੁਸੀਂ ਨਹੀਂ ਹਿੰਦੂ ਬਣਦੇ ਤੁਹਾਨੂੰ ਅਸੀਂ ਮੁਲਕ ਚੋਂ ਭਜਾਵਾਂਗੇ, ਹਰੇਕ ਹੀਲਾ, ਤੁਹਾਨੂੰ ਕਿਸੇ ਦੁਨੀਆ ਦੇ ਵਿੱਚ ਨਹੀਂ ਤੁਹਾਨੂੰ ਉਹਨਾਂ ਟਿਕਣ ਦੇਣਾ। ਉਹਨਾਂ ਨੇ ਓਪਨ ਡੈਕਲੇਰੇਸ਼ਨ ਆਫ ਵਾਰ ਕੀਤੀ ਹੈ ਸਿੱਖਾਂ ਤੇ। ਇਹ ਸਿੱਖਾਂ ਦੀ ਆਪਣੀ ਹਿੰਮਤ ਆ ਵੀ ਜਿੰਨੇ ਸਿੱਖ ਨੇ ਵੀ ਇਹਨਾਂ ਨੇ ਕਿੱਦਾਂ ਇਹ ਜਿਹੜੀ ਚੈਲੰਜ ਆ, ਹਿੰਦੂਤਵ ਚੈਲੰਜ ਜਿਹੜੀ ਇਸ ਵੇਲੇ ਪੰਜਾਬ ਤੋਂ ਹਟ ਕੇ ਇਹਦੀ ਜਿਹੜੀ ਐਪੀ ਸੈਂਟਰ, ਇਹਦਾ ਹੈੱਡਕੁਆਟਰ ਅਮਰੀਕਾ ਬਣ ਗਿਆ, ਇੱਥੇ ਦੇ ਪੜ੍ਹਾਈ ਦੇ ਖੇਤਰ 'ਚ ਬਣ ਗਿਆ, ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲਅੰਦਾਜ਼ੀ ਦਾ ਖੇਤਰ ਬਣ ਗਿਆ, ਜਿੱਥੇ ਇਲੈਕਸ਼ਨ ਆ। ਜੇ ਤੁਸੀਂ ਕਿਸੇ ਵੀ ਗੁਰਦੁਆਰੇ ਵਿੱਚ ਇਲੈਕਸ਼ਨ ਹੁੰਦੀ ਆ, ਮੈਂ ਸਿੱਧੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਵੀ ਜੇ ਤੇ ਤੁਸੀਂ ਪੰਥ ਦੀ ਗੱਲ ਕਰੋਗੇ, ਉਹ ਕੌਂਸਲਰ ਨੂੰ ਗੱਲ ਨਹੀਂ ਚੰਗੀ ਲੱਗਣੀ। ਨੈਚੁਰਲੀ ਕੌਂਸਲਰ ਨੇ ਆਪਣਾ ਹਾਰਾ ਹੀਲਾ ਵਸੀਲਾ ਵਰਤਣਾ ਵੀ ਉਹ ਸੋਚ ਦੇ ਬੰਦੇ ਗੁਰਦੁਆਰੇ ਨਾ ਆਉਣ ਜਿਹੜੇ ਸਿੱਖ ਸੋਚ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ। ਸੋ ਇਹ ਬੜੇ ਅੱਡ ਇਹਨਾਂ ਦੇ ਤਰੀਕੇ ਨੇ ਤੁਹਾਡੇ ਤੇ ਅਟੈਕ ਕਰਨ ਦੇ। ਸੋ ਕਹਿ ਲਓ ਵੀ ਜਦੋਂ ਵੀ ਗੁਰਦੁਆਰੇ 'ਚ ਇਲੈਕਸ਼ਨ ਹੁੰਦੀ ਆ, ਇੱਕ ਪਾਸੇ ਦਿੱਲੀ ਹੁੰਦੀ ਹੈ, ਗਰੁੱਪਾਂ ਭਾਵੇਂ ਜਿਹੜੀਆਂ ਮਰਜ਼ੀ ਵੰਡੀ ਜੋ ਆਪਸੀ, ਇੱਕ ਪਾਸੇ ਦਿੱਲੀ ਦੀ ਲਾਈਨ ਟੋਹ ਕਰਨ ਵਾਲੇ ਬੰਦੇ ਨੇ, ਤੇ ਇਹ ਬੜੇ ਕਈ ਬਹੁਤ ਓਪਨਲੀ ਕਰਦੇ ਨੇ, ਕਈ ਬੜੇ ਸੂਖਮ ਤਰੀਕੇ ਨਾਲ ਕਰਦੇ ਨੇ। ਸੋ ਹਰੇਕ ਦੇ ਮੁਫਾਦ ਆ, ਕਿਸੇ ਨੇ ਵੀਜ਼ਾ ਲੈਣਾ, ਕਿਸੇ ਨੇ ਉੱਦਾਂ ਹੀ ਆਪਣਾ ਕਾਰੋਬਾਰ, ਕਿਸੇ ਨੇ ਉੱਦਾਂ ਹੀ ਫ੍ਰੀ ਛੋਟ ਦੇ ਵਿੱਚ ਹੀ ਵੇਚ ਦੇਣੀ ਕੌਮ। ਸੋ ਸਾਡੇ ਕੋਲ ਚੈਲੰਜ ਬਹੁਤ ਜ਼ਿਆਦਾ ਨੇ, ਤੇ ਜਦੋਂ ਇਹ ਕੋਈ ਵੀ ਇਹੋ ਜਿਹਾ ਪ੍ਰੋਗਰਾਮ ਲਿਆਉਂਦੇ ਨੇ ਵੀ ਅਸੀਂ ਜੀ ਯੂਨੀਵਰਸਿਟੀ ਬਣਾਵਾਂਗੇ, ਅਸੀਂ ਜੀ ਕੋਈ ਪੜ੍ਹਾਈ ਕਰਾਵਾਂਗੇ, ਸੋ ਇਹ ਗੱਲਾਂ ਦੇ ਉੱਤੇ ਤੁਹਾਨੂੰ ਰੈੱਡ ਫਲੈਗ ਰਾਈਟ ਵੇ ਹੋ ਜਾਣਾ ਚਾਹੀਦਾ। ਹਾਂਜੀ ਵਾਹਿਗੁਰੂ ਜੀ, ਵੈਸੇ ਤੁਹਾਨੂੰ ਮੈਨੂੰ ਟੋਕਨ ਨੂੰ ਤਾਂ ਨਹੀਂ ਸੀ ਜੀ ਕਰਦਾ ਵੀ ਮੈਂ ਰੋਕਾਂ ਤੁਹਾਨੂੰ, ਕਿਉਂਕਿ ਜਿਹੜੀ ਤੁਸੀਂ ਇਨਫੋਰਮੇਸ਼ਨ ਗੱਲਬਾਤ ਕਰ ਰਹੇ ਜੇ ਉਹ ਸਹੀ ਜਾ ਰਹੀ ਹੈ, ਅਤੇ ਤੁਸੀਂ ਦੱਸ ਵੀ ਸਹੀ ਰਹੇ ਜੇ, ਅਤੇ ਤੁਸੀਂ ਦੱਸ ਵੀ ਬਹੁਤ ਜ਼ੋਰ ਸ਼ੋਰ ਨਾਲ ਅਤੇ ਬਹੁਤ ਵਧੀਆ ਰਹੇ ਸੀਗੇ, ਅਤੇ ਮੈਨੂੰ ਡੱਕਣ ਨੂੰ ਜੀ ਨਹੀਂ ਕਰਦਾ। ਪਰ ਦੋ ਆਪਣੇ ਨਾਲ ਆਪਣੇ ਕਾਲਰ ਜਿਹੜੇ ਆਪਣੇ ਆਮੀ ਗੈਸਟ ਹੁੰਦੇ ਨੇ, ਵੀਰ ਕੁਲਬੀਰ ਸਿੰਘ ਜੀ ਕਾफ़ੀ ਦੇਰ ਤੋਂ ਵੇਟ ਕਰ ਰਹੇ ਨੇ, ਅਤੇ ਵੀਰ ਪਰਮਪਾਲ ਸਿੰਘ ਜੀ ਖਾਲਸਾ ਜੀ ਕਾफ़ੀ ਦੇਰ ਤੋਂ ਵੇਟ ਕਰ ਰਹੇ ਨੇ, ਅਤੇ ਉਹਨਾਂ ਦਾ ਆਪਾਂ ਕੁਐਸਚਨ ਲੈ ਲਈਏ। ਜ਼ਰੂਰ ਜੀ। ਹਾਂਜੀ ਵੀਰ ਕੁਲਬੀਰ ਸਿੰਘ ਜੀ, ਤੁਸੀਂ ਏਅਰ 'ਤੇ ਜੇ ਅਤੇ ਆਪਣਾ ਸਵਾਲ ਕਰੋ ਜੀ। ਬਹੁਤ ਬਹੁਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਬਹੁਤ ਬਹੁਤ ਧੰਨਵਾਦ। ਤੇ ਸਰਦਾਰ ਭਜਨ ਸਿੰਘ ਜੀ, ਇੱਕ ਵਾਰੀ ਫੇਰ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕਿ ਹਾਂਜੀ, ਜਿੱਥੇ ਐਕਸਟਰਨਲ ਥ੍ਰੈਟ ਹੋ ਗਏ, ਇੱਕ ਸਾਡੇ ਇੰਟਰਨਲ ਥ੍ਰੈਟ। ਇੰਟਰਨਲ ਥ੍ਰੈਟਸ ਵਿੱਚ ਇੱਕ ਬਹੁਤ ਵੱਡਾ ਮਸਲਾ ਹੈਗਾ ਹੈ, ਆਪਣੀਆਂ ਜਿਹੜੀਆਂ ਗੁਰਦੁਆਰਾ ਕਮੇਟੀਜ਼ ਨੇ ਅਕ੍ਰੋਸ ਦ ਵਰਲਡ, ਕੰਫਰਟੇਬਲੀ ਵਿੱਚ ਮੈਂ ਕਹਿ ਦਵਾਂ, ਜੇ ਮੈਂ ਕੋਈ ਵਧੀਕੀ ਨਾ ਕਰ ਜਾਵਾਂ, ਜੇ ਕੰਫਰਟੇਬਲ ਗੈਸ ਲਾ ਲਈਏ ਤਾਂ ਲਗਭਗ ਨਾਰਥ ਅਮਰੀਕਾ ਦੀ ਕਮੇਟੀਜ਼, ਯੂਰਪ ਦੀਆਂ ਕਮੇਟੀ ਦਾ ਕਵਰ ਹੋ ਗਿਆ, ਤੇ ਆਸਟ੍ਰੇਲੀਆ ਚਲੋ ਲਾ ਲਓ, ਤੇ ਇੰਡੀਆ ਦਾ ਵੱਖਰਾ ਹੀ ਸਿਸਟਮ ਹੈ। ਬਈ ਸੁਣਨ 'ਚ ਇਹ ਮਿਲ ਰਿਹਾ ਹੈਗਾ ਕਿ ਦੇ ਆਰ ਸਟੀਲਿੰਗ ਮਨੀ ਫਰੋਮ ਸੰਗਤ। ਜਿੱਦਾਂ ਮੰਨ ਲਓ ਹੁਣ $1 ਲੱਖ ਇਕੱਠਾ ਹੋਇਆ ਮਹੀਨੇ ਦਾ, ਮੰਨ ਲਓ ਐਗਜ਼ਾਮਪਲ ਫੇਮਸ ਗੁਰਦੁਆਰਾ ਜੇ ਹੋਵੇ ਤਾਂ ਇਹਦਾ, ਜਾਂ 50,000 ਇਕੱਠਾ ਹੋਇਆ, ਅਬਾਊਟ 20-30-40% ਜਿਹੜੀ ਹੈਗੀ ਹੈ ਉਹ ਜਿਹੜੇ ਮੈਨੇਜਮੈਂਟ ਹੈ, ਸੁਣਨ 'ਚ ਮਿਲ ਰਿਹਾ ਜੀ, ਆਈ ਐਮ ਨਾਟ ਬਲੇਮਿੰਗ ਐਨੀਵਨ ਇਨ ਜਨਰਲ ਇਨ ਪਰਟੀਕੂਲਰ,
ਬਟ ਜਨਰਲੀ ਸਪੀਕਿੰਗ ਇਹ ਸੁਣਨ ਚ ਮਿਲ ਰਿਹਾ ਕਿ ਉਹ ਦੇ ਆਰ ਸਟੀਲਿੰਗ ਮਨੀ ਉਹਨਾਂ ਦੇ ਪਰਸਨਲ ਅਕਾਊਂਟਸ ਵਿੱਚ ਜਾ ਰਹੀ, ਉੱਥੋਂ ਫਿਰ ਥੋੜੀ ਬਹੁਤੀ ਮਨੀ ਦੇ ਗਿਵ ਬੈਕ ਟੂ ਦ ਅਫੀਸ਼ੀਅਲ ਅਕਾਊਂਟ ਥਰੂ ਕਾਈਂਡ ਆਫ ਜਿੱਦਾਂ ਚੈਕਸ ਉਹਨਾਂ ਨੂੰ ਰਿਬੇਟਸ ਮਿਲਦੀਆਂ ਨੇ ਇਨਕਮ ਟੈਕਸ ਦੀਆਂ ਵੀ। ਸੋ ਦੈਟ ਇਜ਼ ਜਸਟ ਨਥਿੰਗ ਬਟ ਸਟੀਲਿੰਗ ਮਨੀ ਫਰਮ ਸੰਗਤ। ਤੇ ਉਸ ਤੋਂ ਬਾਅਦ ਪਖੰਡ ਵਗੈਰਾ ਚੱਲਦਾ ਹੈਗਾ। ਸੋ ਦਿਸ ਇਜ਼ ਸਮਥਿੰਗ ਵਿਚ ਇਜ਼ ਕਮਿੰਗ ਅਪ, ਲੋਟ ਆਫ ਪੀਪਲ ਆਰ ਟਾਕਿੰਗ ਅਬਾਊਟ ਇਟ। ਹੁਣ ਉਸ ਦੇ ਵਿੱਚ ਨਾਲ ਇੱਕ ਜੁੜਦੀ ਗੱਲ ਇਹ ਵੀ ਹੈਗੀ ਹੈ ਕਿ ਜਿਵੇਂ ਹੁਣ ਕਰੋਨਾ ਆਇਆ ਜੀ, ਆਮ ਸੰਗਤ ਨੂੰ, ਆਮ ਲੋਕਾਂ ਨੂੰ ਇੰਡੀਆ ਵਿੱਚ ਵੀ ਬਾਹਰੋਂ ਵੀ ਫੰਡ ਰੇਜ਼ਿੰਗ ਦੇ ਤੌਰ ਤੇ ਜਿਹੜੇ ਆਮ ਸਿੱਖ ਨੇ ਉਹਨਾਂ ਨੂੰ ਗਰੀਬ ਬਣਾਇਆ ਜਾ ਰਿਹਾ। ਤੇ ਦ ਪੀਪਲ ਹੂ ਆਰ ਬੈਨੀਫਿਟਿੰਗ ਇਜ਼ ਦਿਸ, ਆਈ ਐਮ ਸੌਰੀ ਟੂ ਸੇ, ਆਪਣੇ ਜੀ ਉਹ ਸਗੋਂ ਹੁਣ ਜ਼ਿਆਦਾ ਰਿਸਪੈਕਟਡ ਨੇ ਦੇਖਿਆ ਜਾਏ ਤਾਂ, ਅੰਮ੍ਰਿਤਧਾਰੀ ਵੀ ਨੇ ਤੇ ਦੇ ਆਰ ਲੀਡਰਸ ਆਲਸੋ। ਬਟ ਜੇ ਅਲਾਓ ਮੀ ਟੂ ਸੇ ਵਿਦ ਹੈਜ਼ਿਟੇਸ਼ਨ ਕਿ ਉਹ ਲੋਕ ਸਾਡਾ ਇੱਕ ਧਾਰਮਿਕ ਇੰਡਸਟਰੀ ਵਾਲੇ ਜਿਹੜੇ ਲੋਕ ਨੇ ਜੀ ਉਹ ਅਮੀਰ ਹੋ ਰਹੇ ਨੇ, ਉਹਨਾਂ ਦੇ ਘਰ ਬਣ ਰਹੇ ਨੇ, ਉਹਨਾਂ ਦੇ ਬਿਜ਼ਨਸ ਡਿਵੈਲਪ ਹੋ ਰਹੇ ਨੇ। ਜਿਹੜੇ ਆਮ ਸੰਗਤ ਹੈਗੀ ਆ, ਤੁਸੀਂ ਫੰਡ ਰੇਜ਼ਿੰਗ ਕਰੋ, ਤੁਸੀਂ ਜੀ ਡੋਨੇਟ ਕਰੋ ਜੀ, ਤੁਸੀਂ ਕਰੋਨਾ ਵਾਸਤੇ ਕਰੋ ਜੀ, ਤੁਸੀਂ ਇੱਥੇ ਭੇਜੋ, ਤੁਸੀਂ ਉੱਥੇ ਭੇਜੋ। ਅੱਜ ਦੀ ਕੁਐਸਚਨ ਇਜ਼ ਓਵਰ। ਤੇ ਜੇ ਮੈਂ ਗਲਤ ਹੈ ਕਿ ਮੈਂ ਚਾਹਾਂਗਾ ਸਾਰੀ ਸੰਗਤ ਖਾਸ ਕਰ ਦੁਆਰਾ ਕਮੇਟੀਆਂ ਤੋਂ, ਤੇ ਪਰ ਇਹ ਸੱਚ ਹੈ ਤੇ ਦਿਸ ਨੀਡਸ ਟੂ ਬੀ ਸੌਰਟਡ ਆਊਟ। ਫਿਰ ਤੇ ਮੈਂ ਕਈ ਕੋਈ ਵਿੱਚ ਗੱਲਾਂ ਆਉਂਦੀਆਂ ਇਹਦੇ ਵਿੱਚ ਤੇ ਆਪਾਂ ਇਹਨੂੰ ਕੋਸ਼ਿਸ਼ ਕਰਦੇ ਇਹਨੂੰ ਐਡਰੈਸ ਕਰਨ ਦੀ। ਪਹਿਲੀ ਗੱਲ ਆ, ਮੈਂ ਪਰਸਨਲੀ ਫੀਲ ਕਰਦਾ ਵੀ ਮੈਂ 2 ਟਰਮ ਫਰੀਮਨ ਗੁਰਦੁਆਰੇ ਦਾ ਪ੍ਰਧਾਨ ਰਿਹਾ। ਸੋ ਗੁਰਦੁਆਰਿਆਂ ਦੇ ਵਿੱਚੋਂ ਜਿੱਥੇ ਕੋਈ ਥੋੜੀ ਬਹੁਤੀ ਸੰਗਤ, ਜਿੱਥੇ ਕੋਈ ਡਿਕਟੇਟਰਸ਼ਿਪ ਨਹੀਂ ਗਈ, ਤੇ ਉਹ ਤੇ ਵੈਸੇ ਲੱਭਦੇ ਰਹਿੰਦੇ ਕੋਈ ਬਹਾਨਾ ਵੀ ਕਹਿੰਦੇ ਵੀ ਉਹ ਚੋਰ ਦੀ ਕਹਿੰਦੇ ਵੀ ਉਹ ਦਾੜੀ ਹਿਲਦੀ ਹੈ ਰੋਟੀ ਖਾਣਾ, ਉਹ ਬਹਾਨੇ ਲੱਭਦੇ ਨੇ ਭਾਵੇਂ ਤੁਸੀਂ ਜਿੰਨੇ ਮਰਜ਼ੀ ਪਿਓਰ ਹੋ। ਸੋ ਗੁਰਦੁਆਰਿਆਂ ਦੇ ਵਿੱਚ ਇੱਕ ਮੈਂ ਵੇਖੀ ਵੀ ਪ੍ਰਚਾਰ ਜ਼ਿਆਦਾ, ਵੀ ਨੈਗੇਟਿਵ ਪ੍ਰਚਾਰ ਜ਼ਿਆਦਾ, ਵੀ ਪੈਸੇ ਖਾਂਦੇ ਨੇ। ਪਰ ਮੇਰੀ ਨਿੱਜੀ ਜਿੱਥੇ ਸੰਗਤ ਹੈਗੀ ਆ, ਜਿੱਥੇ ਪਹਿਰਾ ਹੈਗਾ ਸੰਗਤ ਦਾ, ਉੱਥੋਂ ਗੁਰਦੁਆਰੇ 'ਚ ਮੇਰੇ ਖਿਆਲ ਮਾਨੀ ਮਿਸ ਅਪਰੋਪਰੀਏਟ ਨਹੀਂ ਹੁੰਦੀ ਪਰਸਨਲ ਕਾਰਨ ਲਈ। ਕੋਈ ਡੇਰੇ ਡੂਰੇ ਇੱਦਾਂ ਬਣੇ ਨੇ ਉੱਥੇ ਤੇ ਨੈਚੁਰਲੀ ਉਹਦੇ ਬਣੇ ਇਸੇ ਕਰਕੇ ਆ। ਹਾਂਜੀ, ਦੂਜੀ ਗੱਲ ਇਹ ਆ ਵੀ ਮਨੀ ਦੀ ਸਹੀ ਵਰਤੋਂ ਹੋ ਰਹੀ ਆ, ਪ੍ਰਾਇਰਟੀ ਸਹੀ ਆ, ਉਹ ਇੱਕ ਅੱਡ ਵਿਸ਼ਾ, ਉਹ ਇੱਕ ਅੱਡ ਵਿਸ਼ਾ। ਹੁਣ ਜਿੱਦਾਂ ਮਹਾਰਾਜ ਦੀ ਆਪਾਂ ਅੱਜ ਗੱਲ ਕੀਤੀ ਆ ਵੀ ਸਾਨੂੰ ਥ੍ਰੈਟ ਕੀ ਆ ਸਾਰੇ, ਹਾਂਜੀ, ਕਿੱਦਾਂ ਦੇ ਸਾਨੂੰ ਥ੍ਰੈਟ ਆ ਰਹੇ ਨੇ। ਹਾਂਜੀ, ਸੋ ਮਹਾਰਾਜ ਦੀ ਬਾਣੀ ਵੀ ਲਿਖੀ ਆ, ਆਨ ਰੁੱਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਸੋ ਮਤਲਬ ਕੀ ਆ ਵੀ ਸਾਨੂੰ ਚਲੋ ਕਿਸੇ ਲੈਵਲ ਦੇ ਉੱਤੇ ਅਸੀਂ ਕਰੋਨਾ ਦਾ ਕੰਮ ਕਰਦੇ ਹਾਂ, ਵਧੀਆ ਗੱਲ ਆ, ਸਾਡੀ ਇਮੇਜ ਵਧੀਆ ਬਣਦੀ ਆ, ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ। ਪਰ ਦੁੱਖ ਇਸ ਗੱਲ ਦਾ ਵੀ ਜਦੋਂ ਤੇ ਕਰੋਨਾ ਦੀ ਗੱਲ ਕਰਨੀ ਉਦੋਂ ਤੇ ਸਾਰੇ ਬੰਦੇ ਬਾਹਰ ਆ ਜਾਣਗੇ। ਇੱਕ ਕੈਟੇਗਰੀ ਆ ਬੰਦਿਆਂ ਦੀ ਜਿਹੜੇ ਬਾਹਰ ਆਉਂਦੇ ਨੇ ਤੇ ਟੀਵੀਆਂ ਤੇ ਆਉਂਦੇ ਨੇ, ਸਾਰਾ ਬੜਾ। ਪਰ ਜੇ ਆਪਾਂ ਕਹਿੰਦੇ ਵੀ ਸਾਡੇ ਸਕੂਲ ਤੇ ਅਟੈਕ ਹੋ ਰਿਹਾ ਕਰਿਕੂਲਮ ਤੇ, ਜੇ ਅਸੀਂ ਕਹਿੰਦੇ ਵੀ ਹਿੰਦੂਤਵਾ ਦਾ ਤੁਹਾਡੇ ਏਰੀਆ ਦੇ ਵਿੱਚ ਕਾਂਗਰਸਮੈਨ ਖੜਾ, ਤੇ ਮੈਂ ਸਾਊਦਰਨ ਕੈਲੀਫੋਰਨੀਆ ਦੀ ਤੁਹਾਨੂੰ ਸਿੱਧੀ ਮਿਸਾਲ ਦਿੰਦਾ ਵੀ ਉੱਥੇ ਮੈਂ ਇੱਕ ਕਮੇਟੀ ਦੇ ਬੰਦੇ ਨੂੰ ਸਿੱਧਾ ਗੱਲ ਕਿਹਾ ਵੀ ਆਹ ਜਿਹੜਾ ਕਾਂਗਰਸਮੈਨ ਆ ਤੁਹਾਡਾ, ਤੁਸੀਂ ਇਹਨੂੰ ਕੁਛ ਕਹੋ, ਇਹ ਸਿੱਧੀ RSS ਦੀ ਗੱਲ ਕਰਦਾ, ਤੇ ਤੁਸੀਂ ਵੀ ਇਹਨੂੰ ਬੋਲੋ, ਨਿਊਟਰਲ ਤੇ ਕਰ ਦਿਓ ਇਹਨੂੰ ਕਮ ਸੇ ਕਮ। ਤੇ ਉਹਨੇ ਮੈਨੂੰ ਜਵਾਬ ਦਿੱਤਾ ਵੀ ਇਹ ਸਾਡੇ ਜ਼ਿਪ ਕੋਡ 'ਚ ਨਹੀਂ ਆਉਂਦਾ। ਜ਼ਿਪ ਕੋਡ ਹੁੰਦਾ ਵੀ ਜਿੱਦਾਂ ਇਹ ਏਰੀਆ ਇੱਥੇ ਮੇਲਿੰਗ ਏਰੀਆ। ਮੈਂ ਕਿਹਾ ਸੰਗਤ ਆਉਂਦੀ ਉਹਦੀ ਜ਼ਿਪ ਕੋਡ 'ਚੋਂ ਤੁਹਾਡੇ? ਕਹਿੰਦੇ ਉਹ ਆਉਂਦੀ ਹੈ। ਤੇ ਮੈਂ ਫਿਰ ਜੇ ਸੰਗਤ ਆ ਸਕਦੀ ਪਰ ਤੁਸੀਂ ਨਹੀਂ ਗੱਲ ਸਿੱਖੀ ਦੇ ਉਧਰ ਕਰ ਸਕਦੇ। ਮਤਲਬ ਇਹ ਪ੍ਰੋਬਲਮ ਹੈਗੀ ਆ ਵੀ ਜਦੋਂ ਇਹ ਅਨਬੈਲੈਂਸ, ਔਰ ਉਦੋਂ ਫਿਰ ਸ਼ੰਕਾ ਵੀ ਵੱਧਦੀ ਆ, ਲੋਕਾਂ ਦੇ ਮਨ 'ਚ ਗੁੱਸਾ ਵੀ ਆਉਂਦਾ ਵੀ ਜੇ ਬੰਦਿਆਂ ਨੇ ਸੇਵਾ ਕਰਨੀ ਆ, ਜਿੱਥੇ ਪ੍ਰਬੰਧਕ ਨੇ, ਜਦੋਂ ਇਹ ਕਰੋਨਾ ਇਨਸਾਨੀਅਤ ਹੈ, ਸਾਡੇ ਤੇ ਵੀ RSS ਦਾ ਕਰੋਨਾ ਚੱਲਣ ਰਿਹਾ, ਇੱਥੇ ਜਿਹੜੀਆਂ ਸਾਡੇ ਕਿਤਾਬਾਂ ਤੇ ਅਟੈਕ ਹੋ ਰਿਹਾ, ਇੱਥੇ ਸਾਡੇ ਯੂਨੀਵਰਸਿਟੀਆਂ ਤੇ ਅਟੈਕ ਹੋ ਰਿਹਾ, ਇਹ ਕਰੋਨਾ ਹੀ ਹੈ ਜੀ। ਮੈਂ ਚਾਹੁੰਦਾ ਜੇ ਬੈਲੈਂਸ ਕਰਕੇ ਕੰਮ ਕਰਨ ਤੇ ਇੱਕ ਤੇ ਯੂਨਿਟੀ ਵਧੂ ਸਿੱਖਾਂ ਦੀ ਆਪਸੀ, ਤੇ ਦੂਜੀ ਗੱਲ ਆ ਵੀ ਇਹ ਜਿਹੜੀ ਹੈਗੀ ਕਲੈਰਿਟੀ ਆ ਗੁਰਦੁਆਰਾ ਦਾ ਨਿਸ਼ਾਨ ਸਾਹਿਬ ਦਾ ਮਕਸਦ ਕੀ ਹੈ। ਨਿਸ਼ਾਨ ਸਾਹਿਬ ਦਾ ਮਕਸਦ ਹੈਗਾ, ਜਿੱਥੇ ਨਿਸ਼ਾਨ ਸਾਹਿਬ ਲੱਗਾ ਵੀ ਸਿੱਖਾਂ ਦੀ ਔਰ ਇਨਸਾਨੀਅਤ ਦੀ ਜਿਹੜੀ ਸਾਰੀ ਇਹ ਸਿਕਿਉਰਿਟੀ ਆ, ਜੋ ਆ ਸਿਕਿਉਰਿਟੀ ਇਕੱਲੀ ਅੱਜ ਦੀ ਨਹੀਂ ਵੀ ਸਵੇਰੇ ਸਾਨੂੰ ਇੱਥੇ ਕੋਈ ਬੰਦਾ ਆਂਡੇ ਨਾ ਮਾਰ ਦੇ, ਵੀ ਸਾਡੇ ਇੱਥੇ 100 ਸਾਲਾਂ ਨੂੰ ਨਿਆਣੇ ਸੁਰੱਖਿਆ ਰਹਿਣ ਇਹ ਵਰਲਡ ਦੇ ਵਿੱਚ। ਇਹ ਵੀ ਨਿਸ਼ਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਵੀ ਕਿੱਦਾਂ ਦੇ ਕਾਂਗਰਸਮੈਨ ਪੈਦਾ ਕਰੀਏ, ਕਿੱਦਾਂ ਦਾ ਅਸੀਂ ਇੱਥੇ ਹਾਲਾਤ ਪੈਦਾ ਕਰੀਏ। ਸੋ ਜਿਹੜੇ ਵੀ ਇਹ ਮਨੀ ਜਿਹੜੀ ਗੁਰਦੁਆਰੇ ਤੋਂ, ਮੈਂ ਸੌਰੀ ਆਈ ਗੋਇੰਗ ਟੂ ਕਾਈਂਡ ਆਫ ਡਿਸਐਗਰੀ ਵਿਦ ਦੈਟ, ਐਂਡ ਮੋਸਟ ਗੁਰਦੁਆਰਾਸ ਆਈ ਥਿੰਕ ਇਜ਼ ਹਾਰਡ ਟੂ, ਆਈ ਡੋਂਟ ਨੋ ਵੀ ਕਰ ਸਕਦੇ ਹੋਣਗੇ, ਮੈਂ ਨਹੀਂ ਕਹਿੰਦਾ ਬਿਲਕੁਲ ਨਹੀਂ ਹੁੰਦਾ, ਪਰ ਬਾਏ ਐਂਡ ਲਾਰਜ ਗੁਰਦੁਆਰੇ 'ਚੋਂ ਪੈਸੇ ਜਿਹੜੇ ਆ ਨਾ, ਇਹ ਪ੍ਰਚਾਰ ਜ਼ਿਆਦਾ ਤੇ ਇਹਦੇ ਮਗਰ ਸੱਚ ਘੱਟ ਆ। ਪਰ
ਗੁਰਦੁਆਰਿਆਂ ਦੀ ਜਿਹੜੀ ਗੈਰ ਜ਼ਿੰਮੇਵਾਰੀ ਨਾਲ ਕੋਈ ਗੈਰ ਤਰੀਕੇ ਨਾਲ ਕੰਸਟਰਕਸ਼ਨ ਕਰ ਲੈਣੀ, ਮਹਿੰਗੀਆਂ ਕੰਸਟਰਕਸ਼ਨ ਕਰ ਲੈਣੀਆਂ, ਤੇ ਨਾਲ ਦੇ ਗੁਰਦੁਆਰਿਆਂ ਦਾ ਨਾਂ ਬਣਾ ਕੇ ਰੱਖਣੀ। ਹੁਣ ਜਿਹੜੇ ਸਾਡੇ ਕੋਲ ਕੋਈ ਯੂਨੀਵਰਸਿਟੀ ਨਹੀਂ ਹੈ ਨਾ, ਸਾਡੀਆਂ ਚੇਅਰਾਂ ਬਣ ਰਹੀਆਂ, ਸਾਡੇ ਕੋਲ ਆਪਣੀ ਯੂਨੀਵਰਸਿਟੀ ਹੋਣੀ ਚਾਹੀਦੀ ਹੈ, ਸਾਡੇ ਕੋਲ ਆਪਣੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ, ਆਪਣੇ ਫਿਲਾਸਫਰ ਆਪਣੀਆਂ ਹੋਣੀਆਂ ਚਾਹੀਦੀਆਂ। ਜੇ ਕਿਸੇ ਨੇ ਸਾਡੇ ਬਾਰੇ ਪੜ੍ਹਾਈ ਕਰਨੀ, ਅਸੀਂ ਮਟੀਰੀਅਲ ਦਈਏ, ਅਸੀਂ ਪੈਸੇ ਦਈਏ, ਅਸੀਂ ਉਹਨਾਂ ਨੂੰ ਪੜ੍ਹੇ ਲਿਖੇ ਬੰਦੇ ਦਈਏ, ਨਾ ਕਿ ਵੀ ਪੈਸੇ ਸਾਡੇ ਹੋਣ ਤੇ ਪੜ੍ਹਾਈ ਲਿਖਾਈ ਵਾਲੇ ਬੰਦੇ ਉਹਨਾਂ ਦੇ ਹੋਣ ਤੇ ਏਜੰਡਾ RSS ਦਾ ਹੋਵੇ, ਜਿੱਦਾਂ ਹੁੰਦਾ ਆ ਰਿਹਾ ਹੁਣ ਸਾਡੇ ਨਾਲ। ਨਹੀਂ ਠੀਕ ਹੈ ਜੀ, ਹਾਂਜੀ ਹਾਂਜੀ, ਯਾਰ ਦੈਟਸ ਗੁੱਡ। ਪਰ ਵੀਰ ਜੀ ਇੱਕ ਗੱਲ ਛੋਟੀ ਜੀ ਹੋਰ ਨਾ, ਕਿ ਜਦੋਂ ਇੰਡੀਆ 'ਚ ਕੋਈ ਇਸ਼ੂ ਹੁੰਦਾ, ਕੱਲ ਜਿੱਦਾਂ ਇੱਕ ਬੱਚਾ ਆਪਣਾ ਪੁਲਿਸ ਵਾਲੇ ਨੇ ਮਾਰ ਹੀ ਦਿੱਤਾ, ਹੀ ਵਾਸ ਸ਼ਾਟ ਡਾਊਨ। ਸੌਰੀ ਸਰ, ਹੈਲੋ, ਹਾਂਜੀ ਜੀ ਤੁਸੀਂ ਇੱਥੇ ਮੈਂ ਨਾਲ ਇੱਕ ਨਾ ਕਾਲ ਮਿਸ ਹੋਈ ਸੀ ਕਿ ਤੁਹਾਨੂੰ ਉਹਨਾਂ ਦੇ ਨਾਲ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀਰ ਨਾਲ, ਤੇ ਉਹ ਪਈ ਨਹੀਂ ਗੀ, ਤੁਸੀਂ ਕੰਟੀਨਿਊ ਰੱਖੋ। ਠੀਕ ਹੈ। ਸੋ ਬੇਸਿਕਲੀ ਗੁਰਦੁਆਰਾ ਕੋਈ ਆਵਾਜ਼ ਨਹੀਂ ਹੈਗੀ, ਕਿਤੇ ਇੰਡੀਆ 'ਚ ਕੋਈ ਇਸ਼ੂ ਹੁੰਦਾ ਤੇ ਨੋਬਡੀ ਸਪੀਕਸ ਅਪ, ਇਸ ਤਰ੍ਹਾਂ ਲੈਟਰ ਹੈਡ ਨਹੀਂ ਚੱਲਦਾ। ਹੁਣ ਕੱਲ ਇੱਕ ਮੁੰਡਾ ਮਰਡਰ ਕੀਤਾ ਜੀ ਪੁਲਿਸ ਵਾਲਿਆਂ, ਮੈਨੂੰ ਨਾ ਭੁੱਲ ਗਿਆ ਹੈਗਾ, ਪੱਡਾ ਕਰਕੇ ਨਾਂ ਹੈ, ਲਾਸਟ ਨੇਮ, ਰੈਸਲਰ ਸੀਗਾ ਕਬੱਡੀ ਦਾ। ਨਿਹੰਗ ਸਿੰਘ ਦਾ ਜਿਹੜਾ ਕੇਸ ਚੱਲਿਆ ਜੀ, ਤੇ ਸਾਰਾ ਸੋਸ਼ਲ ਮੀਡੀਆ ਭਰ ਗਿਆ ਕਿ ਹੱਥ ਵੱਡੇ ਗਏ, ਐਂਡ ਵੀ ਆਲਸੋ ਫੈਲਟ ਵੈਰੀ ਬੈਡ ਅਬਾਊਟ ਇਟ। ਐਸੀ ਗੱਲ ਤਾਂ ਹੈ ਨਹੀਂ ਗੀ, ਪਰ ਜਦੋਂ ਸਾਡਾ ਮੁੰਡਾ ਮਾਰ ਦਿੱਤਾ, ਪੰਜਾਬੀ ਮੁੰਡਾ, ਨੌਜਵਾਨ ਕਬੱਡੀ ਦਾ ਪਲੇਅਰ, ਸਿੱਧਾ ASI ਨੇ, ਤੇ ਕੋਈ ਉਸ ਤੇ ਕੋਈ ਅਵੇਅਰਨੈਸ ਨਹੀਂ ਆ ਰਹੀ, ਤੇ ਨਾ ਗੁਰਦੁਆਰਾ ਕਮੇਟੀਆਂ ਬੋਲ ਰਹੀਆਂ ਨੇ। ਤੇ ਜੇ ਫੰਡ ਰੇਜ਼ ਕਰਦੇ ਤਾਂ ਉੱਥੇ ਟੌੜਾ ਸਾਹਿਬ ਆਏ, ਹੁਣ ਟੌੜਾ ਤਾਂ ਨਹੀਂ, ਹੁਣ ਲੇਟੈਸਟ ਨਹੀਂ ਜਿਹੜੀ ਆ ਰਹੀ ਹੁੰਦੀ ਆ, ਤੇ ਉਹ ਰਿਲੀਜਨ ਮਾਫੀਆ ਆ ਰਿਹਾ ਹੁੰਦਾ, ਤਾਂ ਸਰੋਪਾਬਾਜ਼ੀ ਚੱਲ ਰਹੀ ਹੈ ਇੱਥੇ ਕਮੇਟੀ ਬਾਈ ਐਂਡ ਲਾਰਜ। So there should be some kind of a little global diaspora ਦੇ ਵਿੱਚ ਜਿਹੜੇ ਇਵੈਂਟਸ ਹੋ ਰਹੇ ਨੇ, ਉਹਨਾਂ ਬਾਰੇ ਕੋਈ ਵਾਸਤਾ ਚੱਕੇ। ਮੁੰਡੇ ਮਰੀ ਜਾਂਦੇ ਨੇ ਸਾਡੇ, ਕਦੀ ਕੁਛ ਕਦੀ ਕੋਈ ਹੈ। ਹਾਂਜੀ, ਪੁਲਿਸ ਐਕਸੈਸਸ ਹੋ ਰਹੀਆਂ ਨੇ। ਹਾਂਜੀ, ਮੈਂ ਸਮਝਦਾ ਵੀ ਜਿਹੜੀਆਂ ਕੁਲਵੀਰ ਸਿੰਘ ਜੀ ਤੁਸੀਂ ਇਸ਼ੂ ਰੇਸ ਕੀਤੇ ਨੇ, ਉੱਥੇ ਪੁਲਿਸ ਮਾਰ ਰਹੀ ਆ, ਉੱਥੇ ਜ਼ੁਲਮ ਹੋ ਰਿਹਾ, ਉੱਥੇ ਸਾਡੇ ਅਕਾਲ ਤਖਤ ਤੇ ਕਬਜ਼ਾ ਕਿਹਦਾ, ਦਰਬਾਰ ਸਾਹਿਬ ਦੇ ਵਿੱਚ ਇਨਫਿਲਟ੍ਰੇਸ਼ਨ ਹੋ ਰਹੀ ਆ। ਮੈਂ ਜਿੱਦਾਂ ਅੱਗੇ ਗੁਰਬਾਣੀ ਦੀ ਪਹਿਲੋਂ ਤੁਕ ਪੜ੍ਹੀ ਸੀ, ਜੇ ਜੀਵੈ ਪਤ ਲੱਥੀ ਜਾਏ, ਮੈਂ ਸਮਝਦਾ ਕਿ ਇਹ ਸਾਰੇ ਬੰਦੇ ਜਿਹੜੇ ਉੱਥੇ ਸਿਸਟਮ ਦੇ ਵਿੱਚ ਲਪੇਟੇ ਹੋਏ ਨੇ, ਤੇ ਬਾਹਰ ਜਿਹੜੇ ਬੰਦੇ ਆਜ਼ਾਦ ਆ, ਉਹ ਅਜੇ ਉਹਨਾਂ ਦੀ ਹੈਲਪ ਕਰ ਸਕਦੇ ਆ। ਕਿਉਂਕਿ ਮਿਸਾਲ ਦੀ ਤੌਰ ਤੇ ਮੈਂ ਦੱਸਾਂ ਤੁਹਾਨੂੰ ਵੀ ਜੇ ਅਸੀਂ ਹੁਣ ਕਾਬਲ ਦੇ ਵਿੱਚ ਸਿੱਖਾਂ ਦੀ ਮਾਰ ਮਰਾਈਆ ਹੋਇਆ, ਮੈਂ ਕਹਿੰਦਾ ਖੂਨ ਸਾਡੇ ਸਾਰਿਆਂ ਦੇ ਹੱਥਾਂ ਤੇ ਆ। ਅਸੀਂ ਪਿਛਲੇ 25 ਸਾਲ ਚੁੱਪ ਕੀਤੇ ਬੈਠੇ ਰਹੇ। ਜੇ ਅਸੀਂ ਅਕਲ ਵਾਲੇ ਹੁੰਦੇ, ਅਸੀਂ ਅਮਰੀਕਾ ਨੂੰ, ਕੈਨੇਡਾ ਨੂੰ, ਇੰਗਲੈਂਡ ਨੂੰ, ਸਾਰਿਆਂ ਨੂੰ ਕਹਿੰਦੇ ਵੀ ਸਾਡੇ ਉੱਥੇ ਬੰਦਿਆਂ ਦੀ ਸੁਰੱਖਿਆ ਬਾਰੇ ਕੁਝ ਸੋਚੋ, ਕੋਈ ਥੋੜਾ ਕਸਬਾ ਸਿੱਖਾਂ ਦਾ ਉੱਥੇ ਅੱਡ ਕਰਦੇ, ਕੁਛ ਕਰਦੇ। ਇਹ ਕੰਮ ਹੁੰਦੇ ਨੇ ਪੋਲੀਟੀਕਲ ਪ੍ਰੈਸ਼ਰ ਕਰਕੇ, ਕਿਉਂਕਿ ਤੁਹਾਡੇ ਕੋਲ ਆਪਣਾ ਤੇ ਕੋਈ ਜਗ੍ਹਾ ਹੈ ਨਹੀਂ, ਪਰ ਇੱਥੇ ਤੁਸੀਂ ਪੋਲੀਟੀਕਲ ਪ੍ਰੈਸ਼ਰ ਪਾ ਸਕਦੇ ਹੋ। ਤੇ ਇਹ ਜਿਹੜੀ ਭਾਰਤ ਦੀ ਨੀਤੀ ਆ, ਉਹਨੂੰ ਪਤਾ ਵੀ ਇਹਨਾਂ ਦਾ ਪ੍ਰੈਸ਼ਰ ਹੈਗਾ, ਤਾਂ ਕਰਕੇ ਉਹ ਤੁਹਾਡੇ ਇਹ ਪ੍ਰੈਸ਼ਰ ਵੀ ਇਹ ਗੱਲ ਇਹਨਾਂ ਦੀ ਨਾ ਸਿਰੇ ਚੜੇ, ਤੇ ਤਾਂ ਤੁਹਾਡੇ ਵਿੱਚ ਇੰਨੀ ਇਨਫਿਲਟ੍ਰੇਸ਼ਨ ਤੇ ਬਹੁਤ ਸਾਰੀ ਇਹ ਚੱਕਰ ਚੱਲ ਰਹੇ ਨੇ। ਤੇ ਜਿੱਦਾਂ ਮੈਂ ਦੱਸਿਆ ਵੀ ਹਰੇਕ ਗੁਰਦੁਆਰੇ ਦਾ ਪ੍ਰਧਾਨ ਆ, ਉੱਥੇ ਪ੍ਰੈਸ਼ਰ ਆ। ਹਾਂਜੀ, ਉਹਨੂੰ ਕੈਨੇਡਾ ਮੈਂ ਪੱਕੀ ਗੱਲ ਕਹਿਤੀ ਤੁਹਾਨੂੰ ਵੀ ਮੈਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਵੀ ਪ੍ਰਧਾਨਾਂ ਦੇ ਬਹੁਤ ਪ੍ਰੈਸ਼ਰ ਨੇ, ਬੜੀਆਂ ਨੀਤੀਆਂ ਵਰਤੀਆਂ ਜਾਂਦੀਆਂ, ਕਿੱਦਾਂ ਇਹਨਾਂ ਨੂੰ ਡਾਊਨ ਕੀਤਾ ਜਾਵੇ, ਕਿੱਦਾਂ ਕੀ ਕੀਤਾ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਇਹਦਾ ਹੱਲ ਕੀ ਆ? ਇਹਦਾ ਹੱਲ ਆ ਇੱਕ ਜਾਗਤ ਪਹਿਰੇਦਾਰ, ਐਵਰੇਜ ਸਿੱਖ, ਜਿੱਦਾਂ ਆਪਾਂ ਅੱਜ ਪ੍ਰੋਗਰਾਮ ਕਰ ਰਹੇ ਹਾਂ। ਜਿਹੜਾ ਐਵਰੇਜ ਪਹਿਰੇਦਾਰ ਸਿੱਖ ਆ, ਉਹ ਆਪਣੀ ਕਿਸੇ ਇਲਾਕੇ ਕਰਕੇ, ਕਿਸੇ ਜਾਤ ਕਰਕੇ, ਕਿਸੇ ਵੀ ਨਿੱਜੀ ਮੁਫਾਦ ਕਰਕੇ ਕਿਸੇ ਦੇ ਨਾਲ ਨਾ ਜੁੜੇ। ਉਹ ਬਹੁਤ ਇੱਕ ਸੋਵਰਨ ਕਹਿ ਲਓ ਵੀ ਇੱਕ ਰੱਬ ਨੇ ਤੁਹਾਨੂੰ ਇੱਕ ਸੋਵਰਨ ਹਿਊਮਨ ਬੀਇੰਗ ਬਣਾਇਆ, ਉਹ ਆਪਣੀ ਸੋਵਰਨਟੀ ਇੰਨੀ ਸਸਤੀ ਕਿਸੇ ਨੂੰ ਨਾ ਦੇਵੇ। ਉਹ ਵੇਖੇ ਵੀ ਇਸ ਵੇਲੇ, ਕਿਉਂਕਿ ਕੱਲ ਨੂੰ ਤੁਹਾਡੇ ਬੱਚਿਆਂ ਦੀ ਸਿੱਖੀ ਇੱਥੇ ਖਤਰੇ 'ਚ ਆ। ਖਾਸ ਕਰਕੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਆ ਨਾ ਵੀ ਇਹ ਤੁਸੀਂ ਦਸਤਾਰ ਸਜਾਓ, ਅਮਰ ਛਕੋ, ਇਹਦੇ ਨਾਲ ਨਾਲ ਤੁਹਾਡੀ ਉਹਨਾਂ ਦੀ ਸਿਕਿਉਰਿਟੀ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਕੱਲੀ ਰੋਟੀ ਦੀ ਸਿਕਿਉਰਿਟੀ ਨਹੀਂ ਚਾਹੀਦੀ ਉਹਨਾਂ ਨੂੰ ਯੂਨੀਵਰਸਿਟੀਆਂ ਦੀ ਸਿਕਿਉਰਿਟੀ ਚਾਹੀਦੀ ਕਿ ਉਹਨਾਂ ਦੇ ਬੱਚੇ ਕੱਲ੍ਹ ਨੂੰ ਹਿੰਦੂਤਵਾ ਦੀਆਂ ਕਿਤਾਬਾਂ ਉੱਥੋਂ ਅਮਰੀਕਾ 'ਚ ਪੜ੍ਹ ਕੇ ਆਉਣਗੇ ਜਾਂ ਉਹ ਸਿੱਖੀ ਦੀਆਂ ਕਿਤਾਬਾਂ ਪੜ੍ਹਨਗੇ। ਇਹ ਫੈਸਲਾ ਤੁਸੀਂ ਕਰਨਾ। ਜਿਹੜੇ ਆਜ਼ਾਦ ਇੱਥੇ ਬੰਦੇ ਹੈਗੇ ਆ ਤੇ ਜਿੰਨੇ ਵੀ ਹੈਗੇ ਆ, ਜੇ ਅਸੀਂ ਆਪਣੀ ਜ਼ਿੰਮੇਵਾਰੀ ਸਾਂਭ ਲਈਏ ਤੇ ਗੁਰੂ ਨੇ ਵੀ ਗਲਵੱਕੜੀ ਇਹਨਾਂ ਨੂੰ ਹੀ ਪਾਉਣੀ ਆ। ਮਤ ਸੋਚੋ ਵੀ ਗੁਰੂ ਉਹਨਾਂ ਨੂੰ ਗਲਵੱਕੜੀ ਪਾਊਗਾ ਜਿਹਨੇ ਬਿਨਾਂ ਕੋਈ ਸੋਚਿਆ ਨਹੀਂ, ਕੋਈ ਸਮਝਿਆ ਨਹੀਂ, ਕੋਈ ਵਿਚਾਰਿਆ ਨਹੀਂ ਤੇ ਖਾ ਲਿਆ ਤੇ ਅਸੀਂ ਇੱਥੋਂ ਦੁਨੀਆ ਤੋਂ ਚੱਲ ਗਏ।
ਉਹਨਾਂ ਨੂੰ ਗਲਵੱਕੜੀ ਨਹੀਂ ਪੈਣੀ ਗੁਰੂ ਦੀ। ਰਾਈਟ, ਬਿਲਕੁਲ। ਇਹ ਸੇਵ ਕਮਾਈ ਅੰਦਰ ਗਿਆ ਵੈਸਨ ਪਈ ਹੈ, ਸੇਵਾ ਹੈ, ਮੌਕੇ ਦੀ ਸੇਵਾ ਹੀ ਹੈ ਜੀ। ਹਾਂਜੀ, ਰਾਈਟ, ਯਾ। ਹਾਂਜੀ ਵਾਹਿਗੁਰੂ ਜੀ, ਆਪਣੇ ਕੋਲ 2 ਕਾਲਰ ਹੋਲਡ ਤੇ ਨੇ, ਇੱਕ ਕਾਲਰ ਮੇਰੇ ਨਾਲ ਗੱਲ ਕਰ ਰਹੇ ਨੇ ਤੇ ਆਪਾਂ ਉਹਨਾਂ ਨੂੰ ਨਾਲ ਲੈ ਲਈਏ ਖਾਲਸਾ ਜੀ ਨੂੰ। ਲਓ ਜੀ, ਲਓ ਜ਼ਰੂਰ ਪਲੀਜ਼। ਹਾਂਜੀ, ਆਪਣੇ ਕੋਲ ਪਹਿਲਾਂ ਜੀ ਸਰਦਾਰ ਪਰਮਪਾਲ ਸਿੰਘ ਜੀ ਹੋਲਡ ਤੇ ਸੀਗੇ ਤੇ ਆਪਾਂ ਉਹਨਾਂ ਨੂੰ ਨਾਲ ਲੈ ਲਈਏ। ਹਾਂਜੀ ਖਾਲਸਾ ਜੀ, ਤੁਸੀਂ ਏਅਰ ਤੇ ਜੇ ਜੀ। ਹਾਂਜੀ ਵੀਰ ਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਜੀ ਬਹੁਤ ਸੋਹਣਾ ਜਿਹੜਾ ਵੀਰ ਜੀ ਨੇ ਜੀ ਬੜੀ ਡੂੰਘੀ ਵਿਚਾਰ ਦੇ ਰਹੇ ਨੇ ਔਰ ਬਹੁਤ ਅੱਛੀ ਦੇ ਰਹੇ ਨੇ। ਔਰ ਜਿਹੜੀ ਸਭ ਤੋਂ ਦੇਖੋ ਗੱਲਾਂ ਉਹਨਾਂ ਦੀਆਂ ਸਾਰੀਆਂ ਹੀ ਇੱਕ ਤੋਂ ਇੱਕ ਵਧੀਆ ਨੇ। ਕੋਈ ਇਹਦੇ ਵਿੱਚ ਸਾਰੀ ਬੜੀ ਖੋਜ ਦੀਆਂ ਗੱਲਾਂ ਨੇ ਔਰ ਬੜੀ ਡੂੰਘਾਈ ਦੀਆਂ ਗੱਲਾਂ ਨੇ। ਹਰ ਬੰਦਾ ਇਸ ਲੈਵਲ ਦੀ ਸੋਚ ਨਹੀਂ ਰੱਖਦਾ ਹੈ ਨਾ, ਲੇਕਿਨ ਇੱਕ ਗੱਲ ਜਿਹੜੀ ਉਹਨਾਂ ਨੇ ਬੜੀ ਕਾਮਨ ਕਹੀ ਹੈ ਵੀ ਇਹ ਅਸੀਂ ਜਿਹੜਾ ਉੱਥੇ ਦਾ ਸਾਰਾ ਸਿਸਟਮ ਹੈ ਨਾ, ਉਹ ਸਾਰਾ ਹੀ ਉੱਥੇ ਦਾ ਜਿੰਨਾ ਵੀ ਸਾਡੇ ਭਾਵੇਂ ਜਥੇਦਾਰ ਨੇ ਜਾਂ ਉੱਥੇ ਦੇ ਪ੍ਰਚਾਰਕ ਨੇ, ਉਹ ਸਾਰੇ ਹੀ ਉਸ ਸਿਸਟਮ ਦੇ ਕਲਪਿਟ ਨੇ, ਉਹਦੇ ਵਿੱਚ ਫਸੇ ਨੇ। ਇੱਕ ਤੇ ਇਹ ਬਹੁਤ ਵੱਡੀ ਗੱਲ ਉਹਨਾਂ ਨੇ ਕਹੀ ਹੈ, ਦੀ ਬੈਸਟ ਹੈ ਗੱਲ। ਔਰ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਦੂਸਰੀ ਗੱਲ ਕਹੀ ਹੈ ਜੀ, ਜਿਹੜੀ ਦੂਸਰੀ ਗੱਲ ਕਹੀ ਹੈ ਕਿ ਆਪਾਂ ਜਿਹੜੇ ਇੱਥੇ ਵੀ ਆਪਾਂ ਆਜ਼ਾਦ ਸੋਚ ਦੇ ਮਤਲਬ ਅਸੀਂ ਇਹ ਨਾ ਸੋਚੀਏ ਕਿ ਅਸੀਂ ਵਿੱਚੋਂ ਕਿਹੜੇ ਮਤਲਬ ਸਿੱਖਾਂ ਦੇ ਜਿਹੜਾ ਕੈਟਾਗਰੀਆਂ ਬਣੀਆਂ ਨੇ, ਬਹੁਤ ਸਾਰੀਆਂ ਬਣ ਗਈਆਂ ਨੇ, ਔਰ ਇਹ ਵੀ ਉਸ ਸੋਚ ਵਿੱਚੋਂ ਕੈਟਾਗਰੀਆਂ ਕਿਵੇਂ ਵੀ ਬਣੀਆਂ ਹੋਣ, ਲੇਕਿਨ ਕਿਧਰੇ ਜਾ ਕੇ ਸਾਰਿਆਂ ਨੂੰ ਉਹਨਾਂ ਨੇ ਡੋਮੀਨੇਟ ਕਰ ਲਿਆ। ਉਹਨਾਂ ਸੋਚਾਂ ਨੂੰ ਭਾਵੇਂ ਉਹ ਕਿਸੇ ਸੋਚ ਨਾਲ ਪੈਦਾ ਹੋਈਆਂ ਨੇ, ਮੈਨੂੰ ਨਹੀਂ ਪਤਾ ਉਸ ਵੇਲੇ ਕਿਵੇਂ ਪੈਦਾ ਹੋਈਆਂ ਹੋਣਗੀਆਂ, ਲੇਕਿਨ ਅੱਜ ਕਿਸੇ ਨਾ ਕਿਸੇ ਰੂਪ ਵਿੱਚ ਸਾਰਿਆਂ ਦੇ ਉੱਤੇ ਤਾਂ ਹੀ ਇੱਕ ਸਿੱਖ ਦੂਸਰੇ ਸਿੱਖ ਨੂੰ ਲਗਭਗ ਜਿਹੜਾ ਹੈ ਨਹੀਂ ਦੇਖਣਾ ਚਾਹੁੰਦਾ। ਅਕਸਰ ਐਸਾ ਹੋ ਰਿਹਾ ਵੀ ਇੱਕ ਗੁਰੂ ਘਰ ਕੋਲ ਬਣਦਾ, ਦੂਸਰੇ ਗੁਰੂ ਘਰ ਨੂੰ ਟੋਲਰੇਟ ਕਿਸੇ ਲੈਵਲ ਤੇ ਨਹੀਂ ਕਰਦਾ। ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਵੀ ਇੱਕ ਉਹ ਸੋਚੀ ਸਮਝੀ ਚਾਲ ਦਾ ਹੀ ਹਿੱਸਾ ਨੇ, ਭਾਵੇਂ ਉਹ ਜਾਣੇ ਵਿੱਚ ਨੇ ਜਾਂ ਅਣਜਾਣੇ ਵਿੱਚ ਨੇ। ਐਸਾ ਨਹੀਂ ਹੈ ਵੀ ਸਾਰੇ ਜਾਣਬੁੱਝ ਕੇ ਕਰਦੇ ਪਏ ਨੇ। ਜਾਣਬੁੱਝ ਕੇ ਸ਼ਾਇਦ 2-4% ਹੀ ਲੋਕ ਹੋਣਗੇ ਜਿਹੜੇ ਇਸ ਕੰਮ ਦੇ ਵਿੱਚ ਐਕਟੀਵੇਟ ਨੇ, ਪਰ 90% ਲੋਕਾਂ ਨੂੰ ਨਹੀਂ ਪਤਾ ਹੈ ਕਿ ਇਹਦੇ ਵਿੱਚ ਕੀ ਹੋ ਰਿਹਾ ਹੈ। ਉਹ ਆਮ ਤੌਰ ਤੇ ਉਹਨਾਂ ਦੇ ਅੰਦਰ ਵੀ ਗੰਦਲਾਪਣ ਪਾ ਦਿੱਤਾ ਗਿਆ ਹੈ। ਤੇ ਇਹ ਚੀਜ਼ ਜਿਹੜੀ ਹੈ ਬਹੁਤ ਵਧੀਆ ਉਹਨਾਂ ਨੇ ਕਿਹਾ ਵੀ ਤੁਸੀਂ ਐਵਰੇਜ ਪਹਿਰੇਦਾਰ ਹੋ ਕੇ ਇੱਥੇ ਜਾਗ ਕੇ, ਜਿਹੜਾ ਆਪਾਂ ਪਹਿਲਾਂ ਹੀ ਵੈਸੇ ਇੱਥੇ ਮਿਸ਼ਨ ਸ਼ੁਰੂ ਕੀਤਾ, ਮੈਂ ਵੀਰ ਜੀ ਨੂੰ ਇਹ ਦੱਸ ਦੇਣਾ ਚਾਹੁੰਦਾ ਬੇਨਤੀ ਕਰਕੇ ਕਿ ਆਪਾਂ ਇੱਥੇ ਪਹਿਲਾਂ ਹੀ ਮਿਸ਼ਨ ਸ਼ੁਰੂ ਕੀਤਾ ਹੈ ਆਲਰੇਡੀ ਇਸ ਸੈਂਟਰਲ ਵੈਲੀ 'ਚ, ਕਿ ਆਪਾਂ ਸਾਰੇ ਆਜ਼ਾਦ ਸੋਚ ਰੱਖ ਕੇ ਆਪਣੇ ਧੜੇਬੰਦੀਆਂ ਨੂੰ, ਰਾਜਨੀਤਿਕ ਧਾਰਮਿਕ ਧੜੇਬੰਦੀਆਂ ਨੂੰ ਭੁਲਾ ਕੇ ਇੱਕ ਆਜ਼ਾਦ ਸੋਚ ਬਣ ਕੇ ਇੱਕ ਸਿੱਖੀ ਦੀ ਸੋਚ ਤੇ, ਕਿਉਂਕਿ ਸਿੱਖੀ ਦੀ ਸੋਚ ਯੂਨੀਵਰਸਲ ਸੋਚ ਹੈ ਔਰ ਇਹ ਜਿਹੜੀ ਸੋਚ ਨੂੰ ਹਿੰਦੂਤਵ ਵਾਲੀ ਨੂੰ ਅੱਗੇ ਕਰ ਰਹੇ ਨੇ, ਇਹ ਬਹੁਤ ਹੀ ਬਾਇਜ਼ਡ ਔਰ ਬਹੁਤ ਮਤਲਬ ਜਿਹੜੀ ਨਾ ਹਿਊਮੈਨਿਟੀ ਦੇ ਐਂਟੀ ਹਿਊਮੈਨਿਟੀ ਅਸੀਂ ਕਹਿ ਸਕਦੇ ਹਾਂ ਕਿ ਉਹਦੇ ਤੋਂ ਆਪਾਂ ਸੁਚੇਤ ਹੋ ਕੇ ਆਪਾਂ ਮਿਲ ਕੇ ਸਾਰੀਆਂ ਆਪਣੇ ਇਹਨਾਂ ਜਥੇਬੰਦੀਆਂ ਧੜੇਬੰਦੀਆਂ ਨੂੰ ਛੱਡ ਕੇ ਆਪਾਂ ਆਜ਼ਾਦ ਸੋਚ ਦੇ ਨਾਲ, ਗੁਰੂ ਦੀ ਸੋਚ ਨਾਲ ਖੜ ਕੇ ਤੇ ਆਪਾਂ ਇਕੱਤਰ ਹੋਈਏ ਤੇ ਫਿਰ ਮੈਨੂੰ ਲੱਗਦਾ ਵੀ ਇਸ ਚੀਜ਼ ਕਾਫੀ ਠੱਲ ਪੈ ਸਕਦੀ ਹੈ। ਬਹੁਤ ਧੰਨਵਾਦ ਤੁਹਾਡਾ ਦੋਵਾਂ ਵੀਰਾਂ ਦਾ, ਤੁਸੀਂ ਪ੍ਰੋਗਰਾਮ ਬਹੁਤ ਵਧੀਆ ਕਰਦੇ ਪਏ ਔਰ ਵੀਰ ਜੀ ਨੂੰ ਸਿੰਦਰ ਸਾਹਿਬ ਨੂੰ ਲਿਆ ਕੇ ਬਹੁਤ ਸੋਹਣਾ ਜਿਹੜਾ ਅੱਗੇ ਚੱਲ ਰਹੇ ਹੋ। ਬਹੁਤ ਧੰਨਵਾਦ ਤੁਹਾਡਾ ਜੀ, ਸਾਰੇ ਸਰੋਤਿਆਂ ਦਾ ਤੇ ਆਪ ਜੀ ਦਾ ਵੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਜਨ ਭਾਜੀ, ਤੁਸੀਂ ਏਅਰ ਤੇ ਜੇ, ਤੁਸੀਂ ਲਾਈਨ ਕੱਟ ਤਾਂ ਨਹੀਂ ਗਏ ਉੱਧਰੋਂ? ਨਹੀਂ, ਮੈਂ ਇੱਥੇ ਹਾਂ, ਮੈਂ ਤੁਹਾਡੀ ਵੇਟ ਕਰ ਰਿਹਾ ਸੀ। ਹਾਂਜੀ, ਉਹ ਸਰ ਜੀ ਤੁਹਾਨੂੰ ਸਵਾਲ ਕਰ ਰਹੇ ਸੀ ਨਾ, ਮੈਂ ਤਾਂ ਕਰਕੇ ਤੁਹਾਨੂੰ ਹੋਲਡ ਤੇ ਪਾਇਆ ਹੋਇਆ ਸੀਗਾ ਤੇ ਹੁਣ ਤੁਸੀਂ ਲਾਈਨ ਤੇ ਜੇ। ਹਾਂਜੀ ਹਾਂਜੀ, ਮੈਨੂੰ ਸੁਣਿਆ ਨਹੀਂ ਕੁਝ ਵੀ ਸਵਾਲ। ਤੁਹਾਨੂੰ ਮੈਂ ਹੋਲਡ ਤੇ ਪਾਇਆ ਸੀ ਤੇ ਉਹਨਾਂ ਦੀ ਤੁਹਾਨੂੰ ਆਵਾਜ਼ ਨਹੀਂ ਗਈ, ਇਹਦਾ ਮਤਲਬ ਇਹ ਤਾਂ ਗੜਬੜ ਹੋ ਗਈ। ਹਾਂਜੀ, ਮੈਨੂੰ ਨਹੀਂ ਕੋਈ ਆਈ ਆਵਾਜ਼, ਮੈਂ ਤਾਂ ਉਦੋਂ ਦਾ ਹੋਲਡ ਤੇ ਹੀ ਹਾਂ। ਉਹ ਮੈਨੂੰ ਐ ਸੀ ਵੀ ਜਦੋਂ ਆਪਾਂ ਹੋਲਡ ਤੇ ਪਾਉਣੇ ਆ ਫਿਰ ਇਹ ਸਿਸਟਮ ਦੀ ਪ੍ਰੋਬਲਮ ਆ ਵੀ ਤੁਹਾਨੂੰ ਆਵਾਜ਼ ਤਾਂ ਸੁਣਨੀ ਚਾਹੀਦੀ ਆ ਉਹਨਾਂ ਦੀ, ਫਿਰ ਜਿਹੜਾ ਦੂਸਰੇ ਪਾਸੇ ਫਿਰ ਇਹਦੇ 'ਚ ਜੀ ਵੀਰ ਕੁਲਬੀਰ ਸਿੰਘ ਜੀ ਤੁਸੀਂ ਗੱਲ ਕਰੋ ਤੇ ਮੈਂ ਦੂਸਰੇ ਬੰਨੇ ਖਾਲਸਾ ਜੀ ਨੂੰ ਏਅਰ ਤੇ ਪਾਉਣਾ ਤੇ ਇੱਧਰੋਂ ਫੋਨ ਤੋਂ ਤੁਹਾਡੇ ਨਾਲ ਉਹਨਾਂ ਨੂੰ ਅਟੈਚ ਕਰਦਾ ਤੇ ਇੱਧਰੋਂ ਗੱਲ ਲੈਂਦੇ ਆਪਾਂ 3 ਵੇ ਦੇ ਤੇ ਗੱਲ ਕਰਾਵਾਂਗੇ, ਫਿਰ ਗੱਲ ਬਣਨੀ ਆ। ਤੇ ਮੈਂ ਜੀ ਤੁਹਾਨੂੰ ਸਾਰਿਆਂ ਨੂੰ ਇੱਕੋ ਹੀ ਥਾਂ ਤੋਂ 3 ਵੇ ਤੇ ਪਾ ਦੇਣ ਲੱਗਾ, 3 ਜਣਿਆਂ ਨੂੰ। ਹਾਂਜੀ, ਤੁਸੀਂ ਇੰਨੀ ਦੇਰ ਗੱਲ ਕਰੋ ਵੀਰ ਜੀ ਨਾਲ। ਹਾਂਜੀ 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 ਕੁਲਬੀਰ ਵੀਰ ਜੀ, ਤੁਸੀਂ ਆਪਦਾ ਜੇ ਕੋਈ ਸਵਾਲ ਆ ਤਾਂ ਕਰ ਲਓ ਤੇ ਮੈਂ ਨਾਲ ਦੂਜਿਆਂ ਵੀਰਾਂ ਨੂੰ ਦੋਨਾਂ ਨੂੰ ਤੁਹਾਡੇ ਨਾਲ 3 ਵੇ ਤੇ ਪਾਉਣ ਲੱਗਿਆ।
Hello. Kulveer Singh, you can carry on, please. We were talking about, some Gurdwara matters and some human rights matter, and then, we kind of, what else you want to address? Right. ਜਿਹੜੀਆਂ ਵੀ ਹੁੰਦੀਆਂ ਨੇ ਹੁੰਦੇ ਨੇ ਜੇ ਸਾਡੀਆਂ ਓਵਰਸੀਜ਼ ਗੁਰਦੁਆਰਾ ਕਮੇਟੀਆਂ ਨੂੰ ਸੀਰੀਅਸ ਥੋੜਾ ਬਹੁਤਾ ਤਾਂ ਲੈਣਾ ਐਟਲੀਸਟ ਆਈ ਮੀਨ ਦੇ ਰਾਈਟ ਦੇ ਹੈਵ ਅ ਲੈਟਰ ਹੈਡ ਐਂਡ ਦਾ ਮੋਰਲ ਤੇ ਧਾਰਮਿਕ ਸਮਾਜਿਕ ਫਰਜ਼ ਹੈਗਾ ਤੇ ਤਾਂ ਬੋਲਣ ਜੇ ਦਇਆ ਨਹੀਂ ਹੈਗੀ ਤਾਂ ਧਰਮ ਪਹਿਲਾਂ ਫਿਰ ਭਾਈ ਧਰਮ ਸਿੰਘ ਮਹਾਰਾਜ ਨੇ ਤੌਲ ਧਰਮ ਦਿਆ ਕਾ ਪੂਤ but nobody is caring for what is happening in Punjab, especially fundraising ਇੱਕ ਵੱਖਰੀ ਗੱਲ ਹੈ ਪਰ ਇੱਕ ਹਾਂ ਦਾ ਨਾਰਾ ਮਾਰਨਾ ਇੱਕ ਬਿਲਕੁਲ different story ਹੈਗੀ ਆ and most of the committees do not. I am sorry to say, I mean we have ਕੋਈ ਸਾਡੀ ਕੈਂਪ ਵਿੱਚ ਵੀ ਕੋਈ nobody speaks up. ਬੈਠੇ ਨੇ ਸਾਰੇ ਨਾਮ ਨਾਲ ਹਾਂਜੀ ਰਾਗੀ ਜਥਾ ਆ ਰਿਹਾ ਜੀ ਕਥਾਵਾਚਕ ਆ ਰਿਹਾ ਜੀ ਕਥਾਵਾਚਕ ਨੂੰ ਆਪਾਂ ਕੀ ਕਰਨਾ ਹੈਗਾ ਭੀਮ ਚੰਦ ਦੀ ਸਾਖੀਆਂ ਨੂੰ ਆਪਾਂ ਕੀ ਕਰੀਏ ਜੇ ਸਾਡੇ ਅੱਜ ਬੱਚੇ ਮਾਰੇ ਨੇ ਤਾਂ what is the idea of the history if we are not able to take the direction from history and do something in happy such time aaj sach jugaad sach happy such now is the time to do something purani ਗੱਲਾਂ ਕਰੀ so ਮੈਂ ਇਹ ਸਮਝਦਾ ਕੁਲਵੀਰ ਸਿੰਘ ਜੀ ਵੀ ਦੋ ਚੀਜ਼ਾਂ ਹੈਗੀਆਂ either we can focus intra matters ਅੰਦਰੂਨੀ ਹੀ ਸਾਰਾ ਫੋਕਸ ਰੱਖੋ ਵੈਗਰੂ ਜੀ ਤੇ ਕਿਉਂਕਿ ਉਹ ਜਿਹੜਾ ਦੁਸ਼ਮਣ ਆ ਉਹ ਵੀ ਤੁਹਾਡੇ ਇੰਟਰਨੈਟਸ ਹੀ ਉਭਾਰਨਾ ਚਾਹੁੰਦਾ ਹਾਂਜੀ ਸਰ ਜੀ ਭਜਨ ਭਾਜੀ ਤੁਸੀਂ ਨਾ ਦੂਸਰੇ ਬੰਨੇ ਆਨਸਰ ਕਰ ਲਓ ਤੁਹਾਡੇ WhatsApp ਤੋਂ ਕਾਲ ਆਨਸਰ ਕਰ ਲਓ ਤੇ ਇਧਰਲੀ ਕਾਲ ਕੱਟ ਦਿਓ ਉਧਰ ਆ ਜਾਓ ਤੁਸੀਂ ਫਿਰ ਆਪਾਂ ਨੂੰ ਨਾ ਪ੍ਰੋਬਲਮ ਨਹੀਂ ਆਊਗੀ ਪਹਿਲਾਂ ਵਾਲੀ ਲਾਸਟ ਵਾਰੀ ਵਾਲੀ I'm online here ਹਾਂਜੀ ਤੁਸੀਂ ਇਧਰ ਗੱਲ ਕਰੋ ਹਾਂਜੀ hello ਹਾਂਜੀ ਅੱਛਾ ਠੀਕ ਹੈ ਹੁਣ ਵੀ ਆਰ ਓਕੇ ਔਨ ਦਾ 에ਅਰ ਟਾਈਪ ਆਫ ਥਿੰਗ ਸੋ ਆਪਾਂ ਗੱਲ ਕਰਦੇ ਸੀ ਵੀ ਜਿਹੜੀ ਅੰਦਰੂਨੀ ਮਸਲੇ ਨੇ ਹਾਂਜੀ ਇਟ ਕੈਨ ਗੋ ਟੂ ਨੈਵਰ ਐਂਡਿੰਗ ਹਨਾ ਪਰ ਮੇਰਾ ਮਤਲਬ ਜਿਹੜਾ ਵੱਡਾ ਅਟੈਕ ਹੈ ਇਸ ਵੇਲੇ ਨੰਬਰ 1 ਥ੍ਰੈਟ ਟੂ ਸਿੱਖੀ ਇਜ਼ ਰਾਈਟ ਨਾਓ ਇਜ਼ RSS ਉਹਦੇ ਵਿੱਚ ਇੰਟਰਨਲ ਮੈਟਰ ਵੀ ਭਾਰੇ ਜਾ ਰਹੇ ਨੇ ਇੰਟਰਨਲ ਜਿਹੜੀਆਂ ਸਾਡੇ ਫਿਸਚਰਸ ਨੇ ਉਹਨਾਂ ਨੂੰ ਵੀ ਵਧਾਇਆ ਜਾ ਰਿਹਾ ਸੋ ਇਹ ਪਾਰਟ ਆਫ ਦਾ ਸਟ੍ਰੈਟਜੀ ਹੈ ਵੀ ਬਾਹਰੋਂ ਆਪਣਾ ਕੰਮ ਕਰੀ ਜਾਓ ਉਧਰ ਧਿਆਨ ਨਾ ਦੇਣ ਦਿਓ ਟੋਟਲ ਸਾਰਾ ਤੁਹਾਡਾ ਐਨਰਜੀ ਆ ਅੰਦਰੂਨੀ ਆਪਸੀ ਲਾ ਦਿਓ ਚਾਹੇ ਉਹ ਮਰਿਆਦਾ ਦੀ ਗੱਲ ਲਾ ਲਓ ਚਾਹੇ ਕੋਈ ਵੀ ਇਸ਼ੂ ਆਉਂਦਾ ਵੀ ਆਈ ਡੋਂਟ ਵਾਂਟ ਟੂ ਮੈਂਸ਼ਨ ਦ ਇਸ਼ੂਜ਼ ਆਈ ਡੋਂਟ ਗਿਵ ਕ੍ਰੈਡਿਟ ਟੂ ਦਿਸ ਇਸ਼ੂਜ਼ ਸੋ ਸਾਨੂੰ ਇਸ ਵੇਲੇ ਉਹ ਸਿੱਖਣ ਦੀ ਲੋੜ ਆ ਜੋ ਦੁਸ਼ਮਣ ਦੀ ਟੋਟਲ ਨੀਤੀ ਨੂੰ ਸਮਝਣ ਕਿ ਦੁਸ਼ਮਣ ਕੌਣ ਆ ਤੇ ਉਹਦੀ ਇਸ ਵੇਲੇ ਨੀਤੀ ਕੀ ਹੈ ਤੇ ਉਸ ਤੋਂ ਬਾਅਦ ਅੰਦਰੂਨੀ ਜਿਹੜੀ ਸਾਡੀ ਗੱਲ ਆ ਕਿ ਕਿੰਨੀ ਕੁ ਹਾਂਜੀ Yeah, I'm getting a lot of disturbances. Okay. ਅੱਛਾ ਜਿੱਦਰ ਭਾਜੀ ਦੱਸੋ ਆ ਰਹੇ ਹੋ ਮੇਰੇ ਕੋਲ ਇੰਟਰਫੇਰੈਂਸ ਆ ਰਹੀ ਆਵਾਜ਼ ਦੀ ਤੁਹਾਡੀ ਵੀ ਗੱਲ ਚੱਲ ਰਹੀ ਹੈ ਹਾਂਜੀ ਹਾਂਜੀ ਭਾਜੀ ਪਿੰਡਰ ਭਾਜੀ ਹਾਂਜੀ ਬੈਕ ਟੂ ਯੂ So I think for example ਹੁਣ ਕੈਨੇਡਾ ਅਮਰੀਕਾ ਲਾ ਲਓ ਸਾਡੀ ਬਹੁਤ ਪ੍ਰਾਇੋਰਟੀ ਹੋਣੀ ਚਾਹੀਦੀ ਆ ਵੀ ਇੱਥੇ ਦੇ ਕੈਨੇਡੀਅਨ ਅਮਰੀਕਨਸ ਨੂੰ ਜੋ ਹਿੰਦੂਤਵਾ ਇੱਕ ਬੜੀ ਡੇਂਜਰਸ ਸੋਚ ਆ ਜੋ ਤਾਲਿਬਾਨ ਆਈਸਿਸ ਦੇ ਬਰਾਬਰ ਦੀ ਸੋਚ ਆ ਉਹ ਤੋਂ ਘੱਟ ਸੋਚ ਨਹੀਂ ਇਹ ਖਤਰਨਾਕ ਸੋ ਵੀ ਸ਼ੁਡ ਬੀ ਏਬਲ ਟੂ ਐਡੂਕੇਟ ਦਿਸ ਬੋਥ ਨਾਰਥ ਅਮਰੀਕਾ who we are dealing with ਪਰ ਬਜਾਏ ਕਿ ਉਹ ਆਪਣੇ ਇਨਰੋਡਸ ਬਿਲਡ ਕਰੀ ਜਾ ਰਹੇ ਨੇ ਇੱਥੇ ਕਾਂਗਰਸਮੈਨ ਬਣਾਈ ਜਾਂਦੇ ਨੇ ਕੱਲ ਨੂੰ ਤੁਹਾਡੇ ਇੱਥੇ MP ਬਣਾਉਣਗੇ and this is our responsibility then ਆਪਾਂ ਹੋਰ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਨਹੀਂ ਜੀ ਐ ਹੋਇਆ ਉਹ ਹੋਇਆ ਹੁਣ ਅਸੀਂ ਜੀਦੇ ਜਾਗਦੇ ਆ ਸਾਰੇ ਤੇ ਸਾਨੂੰ ਇਹ ਹਿੰਮਤਾਂ ਕਰਨੀਆਂ ਚਾਹੀਦੀਆਂ ਤੇ ਜਿਹੜੇ ਗੁਰਦਾਂ ਦੀਆਂ ਕਮਜ਼ੋਰੀਆਂ ਹੈਗੀਆਂ ਜਥੇਬੰਦੇ ਦੀਆਂ ਕਮਜ਼ੋਰੀਆਂ ਹੈਗੀਆਂ ਸਾਨੂੰ ਵੀ ਪਤਾ ਇਸ ਵੇਲੇ ਜਿਹੜਾ ਪੂਰਾ ਦਬਾਅ ਆ ਆਪਣੇ ਦਿੱਲੀ ਦਾ ਹਾਂਜੀ ਜਿਹੜੇ ਬੰਦੇ ਇੱਥੇ ਵਾਈਟ ਹਾਊਸ ਤਾਈਂ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਸੋ ਲੋਟ ਆਫ ਮਨੀ ਇਜ਼ ਐਟ ਪਲੇ no doubt about it ਜਿੱਦਾਂ ਵੀ ਤੁਸੀਂ ਹੁਣ ਕੌਮ ਦੇ ਖਿਲਾਫ ਕਾਰਵਾਈ ਕਰੋ ਤੇ ਉਹਦਾ ਮੁੱਲ ਬਹੁਤ ਜ਼ਿਆਦਾ ਹਾਂਜੀ ਕੋਈ ਚਿਹਰਾ ਬਣਾ ਦਿਓ ਤੁਸੀਂ ਕੋਈ ਬਿਜ਼ਨਸ ਲੈਣਾ ਹੋਵੇ ਹੁਣ ਜੇ ਤੂੰ ਇੱਥੇ ਕਾਂਗਰਸਮੈਨ ਹੈਗਾ ਤੇ ਅਸੀਂ ਉਹਦੀ ਵਿਰੋਧ ਕਰ ਰਹੇ ਹਾਂ ਇੱਕ ਬੰਦਾ ਉਹਨੂੰ ਜਿਤਾ ਰਿਹਾ ਤੇ ਜਦੋਂ ਉਹ ਜਿੱਤ ਗਿਆ ਕਾਂਗਰਸਮੈਨ ਜਿਹੜਾ RSS ਪ੍ਰੋ ਮੋਦੀ ਆ ਉਹਨੇ ਫਿਰ ਜਿਹੜੇ ਬੰਦਿਆਂ ਨੇ ਉਹਨੂੰ ਜਿਤਾਇਆ ਉਹਦਾ ਫਾਇਦਾ ਤੇ ਕਰੂਗਾ ਨਾ ਕੋਈ ਹਾਂਜੀ ਉਹ ਕੱਲ ਨੂੰ ਉਹਨੂੰ ਕੋਈ ਕੋਈ ਬਿਜ਼ਨਸ ਚਾਹੀਦਾ ਹੋਵੇ ਕੁਛ ਚਾਹੀਦਾ ਹੋਵੇ
ਸੋ ਇਹ ਬੜੀ ਇੱਕ ਔਖਾ ਸਮਾਂ ਚੱਲ ਰਿਹਾ। ਇਹ ਗਰੀਡ ਬਹੁਤ ਵੱਡੀ ਇੱਕ ਚੀਜ਼ ਸਾਡੇ ਸਾਹਮਣੇ ਆ ਗਈ ਆ, ਤੇ ਪਹਿਲੋਂ ਵੀ ਹੈਗੀਆਂ ਸੀ ਇਹ ਚੀਜ਼ਾਂ। ਪਹਿਲੋਂ ਵੀ ਜਿਹੜੇ ਬੰਦੇ ਜਾਗ ਸੀ ਉਹਨਾਂ ਨੇ ਖਾਲਸੇ ਦਾ ਰਾਹ ਕੋਈ ਨਾ ਕੋਈ ਕੱਢ ਕੇ ਰੱਖਿਆ। ਸੋ ਮੈਂ ਅੱਜ ਵੀ ਸਮਝਦਾ ਵੀ ਭਾਵੇਂ ਗਿਣਤੀ 2 ਦੀ ਹੋਵੇ, ਭਾਵੇਂ 4 ਦੀ ਹੋਵੇ, ਪਰ ਜਿੰਨੇ ਹੈਗੇ ਆ ਉਹ ਇਹ ਗੱਲ ਨੂੰ ਸਮਝਣ ਵੀ ਸਾਨੂੰ ਅਟੈਕ ਕੌਣ ਕਰ ਰਿਹਾ, ਸਾਡਾ ਦੁਸ਼ਮਣ ਸਾਨੂੰ ਕਿੱਦਾਂ ਕਮਜ਼ੋਰ ਕਰ ਰਿਹਾ। ਸੋ ਮੈਂ ਤੁਹਾਨੂੰ ਦੱਸਿਆ ਵੀ ਅੱਜ ਅਸੀਂ ਸਿਰਫ ਅਮਰੀਕਾ ਦੀ ਗੱਲ ਕੀਤੀ ਹੈ ਵੀ ਅਮਰੀਕਾ ਵਿੱਚ ਐਜੂਕੇਸ਼ਨ ਦੇ ਵਿੱਚ ਕਿੱਦਾਂ ਸਾਡੇ ਤੇ ਅਟੈਕ ਕਰ ਰਹੇ ਨੇ, ਇੰਸਟੀਟਿਊਸ਼ਨ ਕਿੱਦਾਂ ਸਾਡੇ ਖਿਲਾਫ ਖੜੇ ਕੀਤੇ ਜਾਂਦੇ, ਔਰ ਕੌਣ ਕਰ ਰਿਹਾ, ਓਪਨਲੀ ਕਰ ਰਹੇ ਨੇ। ਓਪਨਲੀ ਜਿਵੇਂ RSS ਦੇ ਜਿਹੜੇ ਬੰਦੇ ਨੇ ਓਪਨਲੀ ਕਹਿ ਰਹੇ ਨੇ ਵੀ ਅਸੀਂ ਇਹ ਸੋਚਣਾ ਹੈਗੇ ਆ। ਹੁਣ ਜਿਹੜਾ ਅਮਰੀਕਾ ਦੇ ਵਿੱਚ ਸਭ ਤੋਂ ਫ੍ਰੀ ਕੰਟਰੀ ਆ, ਸਭ ਤੋਂ ਫਰੀडम ਇੱਥੇ ਹੈਗੀ ਆ, ਤੇ ਉੱਥੇ ਜੇ ਹੁਣ 3-4 ਮੋਦੀ ਲੀਨਿੰਗ ਬੰਦੇ ਇੱਥੇ ਆ ਗਏ ਨੇ ਹੁਣ ਕਾਂਗਰਸ, ਤੇ ਆਪਾਂ ਕਿਹਨੂੰ ਗਲਤ ਕਵਾਂਗੇ? ਠੀਕ ਨਹੀਂ? ਤੇ ਸਾਡੇ ਕੋਲ ਕਿਹੜੀ ਕਮੀ ਪੇਸ਼ੀ ਹੈ? ਸਾਡੀ ਨੀਤ ਹੀ ਮਾੜੀ ਹੈ ਨਾ, ਠੀਕ ਨਹੀਂ? ਸੋ ਅਸੀਂ ਚਾਹੁੰਦੇ ਹਾਂ ਵੀ ਜਿਹੜੀ ਇਹ ਵੱਡੇ ਅਟੈਕ ਨੇ, ਤਾਂ ਹੀ ਅੱਜ ਗੱਲ ਕਰ ਰਹੇ ਹਾਂ ਵੀ ਇਹ ਤੁਹਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਡੇਂਜਰ ਦੇ ਵਿੱਚ ਆ। ਆਉਣ ਵਾਲੇ ਬੱਚਿਆਂ ਦੀ ਜ਼ਿੰਦਗੀ ਹੋਰ ਤੰਗ ਹੋਊਗੀ, ਹੋਰ ਔਖੀ ਹੋਊਗੀ। ਕਿਉਂ ਨਾ ਅਸੀਂ ਆਪਣਾ ਬੋਝ ਅੱਜ ਚੱਕੀਏ, ਤੇ ਇਹ ਜਿਹੜੀਆਂ ਪ੍ਰੋਬਲਮਸ ਨੇ ਜਿਹੜੇ ਖਾਸ ਕਰਕੇ ਵੈਸਟਰਨ ਕੰਟਰੀ ਵਿੱਚ ਇਹਨਾਂ ਦੀਆਂ ਇਹ ਬਹੁਤ ਵੱਡੇ ਪੱਧਰ ਤੇ ਸਾਹਮਣੇ ਆ ਰਹੇ ਨੇ, ਚਾਹੇ ਉਹ ਪੋਲੀਟੀਕਲ ਵਿੱਚ ਆ, ਚਾਹੇ ਉਹ ਐਜੂਕੇਸ਼ਨ ਦੇ ਵਿੱਚ ਆ, ਤੇ ਅਸੀਂ ਇਹਨਾਂ ਨੂੰ ਇੱਥੇ ਠੱਲ ਪਾ ਸਕਦੇ ਹਾਂ, ਜ਼ਰੂਰ ਪਾ ਸਕਦੇ ਹਾਂ। ਹਾਂਜੀ ਹਾਂਜੀ ਬਿਲਕੁਲ ਜੀ, ਰਾਈਟ। ਜਿਹੜੇ ਆਪਣੀ ਡਾਕਟਰ ਗੁਰਤੇਜ ਸਿੰਘ ਜੀ ਸੈਕਰਾਮੈਂਟੋ ਤੋਂ, ਉਹਨਾਂ ਨੇ ਵੀ ਪਿੱਛੇ ਖੁਲਾਸਾ ਕੀਤਾ ਸੀਗਾ ਕਿ ਯੂਨੀਵਰਸਿਟੀ ਆਫ ਬਰਕਲੇ, ਇੱਧਰ ਕੈਨੇਡਾ 'ਚ ਯੂਨੀਵਰਸਿਟੀ ਆਫ ਟੋਰਾਂਟੋ, ਤੇ ਇੰਗਲੈਂਡ ਵਿੱਚ ਯੂਨੀਵਰਸਿਟੀ ਆਫ ਵੋਲਵਰਹੈਂਪਟਨ, ਉੱਥੇ ਫੰਡਿੰਗ ਹੋ ਰਹੀ ਹੈ ਇੰਡੀਅਨ ਗਵਰਨਮੈਂਟ ਦੀ, ਤੇ ਉਹ ਆਪਣੇ ਤਰੀਕੇ ਨਾਲ ਸਿੱਖੀ ਵਰਜਨ ਪੜ੍ਹਾਉਣੀ ਉਹਨਾਂ ਨੇ। ਸੋ ਆਈ ਡੋਂਟ ਨੋ ਕਿ ਕਿੰਨਾ ਕੁ ਇਹਦੇ ਵਿੱਚ ਹੁਣ ਕੀ ਹਾਊ ਟੂ ਸੀ ਦੈਟ, ਬਟ ਉਹਨਾਂ ਨੇ ਵੀ ਮੈਂਸ਼ਨ ਕੀਤਾ ਸੀ ਜੀ। ਸੋ ਮੇਬੀ ਯੂ ਆਰ ਆਲਸੋ ਟਾਕਿੰਗ ਔਨ ਦ ਸੇਮ ਕਾਈਂਡ ਆਫ ਲਾਈਨਸ ਮੇਬੀ। ਯੈਸ ਵੀ ਆਰ ਟਾਕਿੰਗ ਅਬਾਊਟ ਦ ਸੇਮ ਇਸ਼ੂ। ਉਹ ਵੀ ਇਸ਼ੂ ਬੱਚਿਆਂ ਨੇ ਉੱਥੇ ਯੂਨੀਵਰਸਿਟੀ ਦੇ ਜਿਹੜੇ ਹੈਗੇ ਨੇ ਸਿੱਖ ਸਟੂਡੈਂਟ ਐਸੋਸੀਏਸ਼ਨ, ਉਹਨਾਂ ਨੇ ਬੜੀ ਹਿੰਮਤ ਕੀਤੀ ਔਰ ਇਹਨੂੰ ਚੈਲੰਜ ਕੀਤਾ। ਨਿਆਣੇ ਉੱਠ ਰਹੇ ਨੇ, ਉਹਨਾਂ ਨੇ ਇੰਗੇਜਮੈਂਟ ਅਸੀਂ ਕਰ ਰਹੇ ਹਾਂ। ਤੇ ਪਰ ਹੁਣ ਜੇ ਬਾਈ ਦੀ ਵੇ ਲਾ ਲਓ ਵੀ ਹੁਣ ਇੱਕ ਪਾਸੇ ਯੂਨੀਵਰਸਿਟੀ ਆ, ਉੱਥੇ ਮੈਂ 20,000 ਦੀ ਫੰਡਿੰਗ ਦੇ ਰਿਹਾ ਵੀ ਮੈਂ ਤੁਹਾਡਾ ਕਰੀਅਰ ਬਣਾਵਾਂ ਬੱਚਿਆਂ ਦਾ, ਵੀ ਤੁਸੀਂ ਕਿੱਦਾਂ ਵਧੀਆ ਇੰਜੀਨੀਅਰ ਬਣੋ, ਤੁਸੀਂ ਆਹ ਬਣੋ, ਤੁਸੀਂ ਉਹ ਬਣੋ, ਤੇ ਇਹਦੇ ਬਾਰੇ ਮੈਂ ਜਾਣਕਾਰੀ ਦੇਵਾਂ ਹੀ ਨਾ ਉਹਨਾਂ ਨੂੰ ਵੀ ਤੁਹਾਡੇ ਤੇ ਹਮਲੇ ਕੀ ਹੋ ਰਹੇ ਨੇ। ਤੇ ਚਾਹੀਦਾ ਤੇ ਇਹ ਆ ਵੀ ਜਿੱਥੇ ਅਸੀਂ ਬੱਚਿਆਂ ਨੂੰ ਕਰੀਅਰ ਦੇ ਰਹੇ ਹਾਂ, ਉਹਨੂੰ ਬਰਾਬਰ ਉਹਨਾਂ ਨੂੰ ਇਹ ਵੀ ਐਜੂਕੇਸ਼ਨ ਦੇਈਏ। ਹਾਂਜੀ, ਨਹੀਂ ਤੇ ਡਿਸਟਰੈਕਸ਼ਨ ਗਿਣੀ ਜਾਊਗੀ ਵੀ ਤੁਸੀਂ ਬੱਚਿਆਂ ਨੂੰ ਡਿਸਟਰੈਕਟ ਕਰ ਰਹੇ ਆ, ਤੁਸੀਂ ਉਹਨਾਂ ਨੂੰ ਫੁੱਲ ਤਿਆਰੀ ਨਹੀਂ ਕਰ ਰਹੇ ਉਹਨਾਂ ਦੀ। ਹਾਂਜੀ, ਤੇ ਮੀਰੀ ਤੇ ਪੀਰੀ ਦੋਵੇਂ ਚਾਹੀਦੀਆਂ, ਪੜ੍ਹਾਈ ਵੀ ਚਾਹੀਦੀ ਆ, ਕਰੀਅਰ ਵੀ ਚਾਹੀਦੀ ਹੈ, ਤੇ ਜਿਹੜੀ ਹੈਗੀ ਆ ਇਹ ਥ੍ਰੈਟ ਫਰੋਮ ਹਿੰਦੂਤਵਾ, ਇਹਨੂੰ ਕਨਫਰੰਟ ਕਰਨਾ, ਇਹਨੂੰ ਸਮਝਣਾ। ਇਹ ਬੱਚਿਆਂ ਨੂੰ ਬਰਾਬਰ ਟੈਕਨੀਕਲ ਦੇ ਹਰੇਕ ਖੇਤਰ ਦੇ ਵਿੱਚ ਇਹਨਾਂ ਦੀ ਤਿਆਰੀ ਚਾਹੀਦੀ ਹੈ। ਜੇ ਸਾਡੇ ਗੱਤਕੇ ਦੀਆਂ ਕਲਾਸਾਂ ਲੱਗਦੀਆਂ, ਉੱਥੇ ਇਹ ਐਜੂਕੇਸ਼ਨ ਸਿਸਟਮ ਹੋਣਾ ਚਾਹੀਦਾ। ਜੇ ਸਾਡੇ ਪੰਜਾਬੀ ਸਕੂਲ ਨੇ, ਉਹਦੇ ਵਿੱਚ ਇਹ ਐਜੂਕੇਸ਼ਨ ਹੋਣੀ ਚਾਹੀਦੀ ਹੈ ਵੀ ਦਿਸ ਇਜ਼ ਵਾਟਸ ਹੈਪਨਿੰਗ, ਤੁਹਾਡੇ ਨਾਲ ਆਹ ਚੀਜ਼ ਹੋ ਰਹੀ ਹੈ। ਕਿਉਂ ਜਿਹੜਾ ਅੱਜ ਅਸੀਂ ਬੱਚਿਆਂ ਨੂੰ ਸਿਖਾਵਾਂਗੇ, ਕੱਲ ਤਾਂ ਹੀ ਇਹ ਜਾ ਕੇ ਲਿਬਰਲ ਪਾਰਟੀ ਹੋਈ, ਕੰਜ਼ਰਵੇਟਿਵ ਪਾਰਟੀ ਹੋਈ, ਰਿਪਬਲਿਕ ਹੋਏ, ਡੈਮੋਕ੍ਰੈਟ ਹੋਏ, ਤੇ ਤਾਂ ਹੀ ਉੱਥੇ ਜਾ ਕੇ ਕੋਈ ਪਹਿਰਾ ਦੇ ਸਕਾਂਗੇ। ਨਹੀਂ ਤੇ ਇਹ ਨਾ ਹੋਵੇ ਵੀ ਬੱਚੇ ਸਾਡੇ ਆ, ਡਿਗਰੀਆਂ ਸਾਡੀਆਂ, ਪੜ੍ਹਾਈਆਂ ਸਾਡੀਆਂ, ਪੈਸੇ ਸਾਡੇ, ਉਦੋਂ ਹੀ ਪਤਾ ਲੱਗੇ ਵੀ ਇਹ ਤੇ ਜਿਹੜੇ ਕਾਂਗਰਸਮੈਨ ਨੂੰ ਸਪੋਰਟ ਕਰਦਾ, ਤੇ ਉਹ ਕਾਂਗਰਸਮੈਨ ਦੇ ਦਫ਼ਤਰ ਕੰਮ ਕਰਦਾ, ਉਹ ਤੇ ਪੂਰਾ ਮੋਦੀ ਦਾ ਬੰਦਾ। ਠੀਕ ਨਹੀਂ? ਉਹ ਤੇ ਮੋਦੀ ਨੂੰ ਸਪੋਰਟ ਕਰਨੀ ਚਾਹੁੰਦਾ, ਮੋਦੀ ਦੇ ਵੀਜ਼ੇ ਬਹਾਲ ਕਰਨੇ ਚਾਹੁੰਦਾ। ਸੋ that would be detrimental. ਸੋ ਇਹ ਅਵੇਅਰਨੈਸ ਔਰ ਐਜੂਕੇਸ਼ਨ ਔਰ ਥੋੜੀ ਕਰੇਜ ਚਾਹੀਦੀ ਹੈ। ਕਰੇਜ ਬਹੁਤ ਲੋੜ ਆ ਅੱਜ ਕਰੇਜ ਬਹੁਤ ਘਟ ਗਈ ਹੈ। ਠੀਕ ਨਹੀਂ? ਮਾੜੀ ਮੋਟੀ ਜਿਹਦੇ ਕੋਲ ਪੈਸੇ ਹੋਵੇ, ਜੇ ਕੋਈ ਬੰਦਾ ਥੋੜੀ ਬਹੁਤੀ ਗ੍ਰਾਹੀ ਦੇਣ ਦਾ ਕਿਤੇ ਜਾ ਕੇ, ਅਸੀਂ ਉਹਦੇ ਸਾਰੇ ਸਰੈਂਡਰ ਕਰ ਜਾਂਦੇ ਹਾਂ ਆਪਣਾ ਸਿਸਟਮ, ਉਹਨਾਂ ਕੋਲ ਵੀ ਤੇ ਗ੍ਰਾਹੀ ਦੇਤੀ ਬਸ। ਹਨਾ? ਸੋ ਇਹ ਅਵੇਅਰਨੈਸ ਦੇ ਰਾਹੀਂ ਹੋਊਗਾ ਸਾਰਾ ਵੀ ਪਹਿਲਾਂ ਖਰਚੇ ਹੀ ਆਪਣੇ ਘੱਟ ਕਰੋ, ਤੁਹਾਨੂੰ ਉਨੀ ਇੱਕ ਗ੍ਰਾਹੀ ਲਓ ਜਿਹੜੀ ਤੁਹਾਡੀ ਅਨਟੇਂਟਡ ਗ੍ਰਾਹੀ ਆ। ਜਿਹੜੀ ਗ੍ਰਾਹੀ ਕੋਈ ਕੰਡੀਸ਼ਨਲ ਆਉਂਦੀ ਆ ਵੀ ਤੁਸੀਂ ਆਹ ਨਹੀਂ ਕਰੋ, ਉਹ ਨਾ ਕਰੋ, ਉਹ ਤੇ ਵੈਸੇ ਹਰਾਮ ਇਹੋ ਜਿਹੀ ਗ੍ਰਾਹੀ। ਠੀਕ ਨਹੀਂ? ਜਿਹੜੀ ਪੰਥ ਨੂੰ ਮਾਰੂ ਨੀਤੀਆਂ ਦੇ ਨਾਲ ਜੁੜੀ ਹੋਈ ਹੈ। ਹਾਂਜੀ ਹਾਂਜੀ। ਤੇ ਉਹ ਫਿਰ ਉਹ ਜਿਹੜੀ ਸੰਗਤ ਅਵੇਅਰ ਹੋਊਗੀ ਸਾਰੇ, ਤੇ ਤਾਂ ਹੀ ਤੁਸੀਂ ਇਹ ਅਵੇਅਰਨੈਸ ਜਿਹੜੇ ਗੁਰੂ ਘਰਾਂ ਦੇ ਲੀਡਰ ਨੇ ਉਹਨਾਂ ਤੋਂ ਐਕਸਪੈਕਟ ਕਰਾਓ, ਜਾਂ ਤੁਸੀਂ ਲੀਡਰ ਉਹੋ ਜਿਹੇ ਉੱਥੇ ਭੇਜੋਗੇ ਤੇ ਜਿਹੜੇ ਇਹ ਤੁਹਾਡੀ ਅਗਵਾਈ ਕਰਨ, ਜਿਹੜੇ ਐਲਾਨ ਕਰਨ ਵੀ ਅਸੀਂ ਇਹ ਏਜੰਡਾ ਹੋਣਾ ਚਾਹੀਦਾ।
ਕੋਈ ਵੀ ਗੁਰਦੁਆਰੇ ਦਾ ਪ੍ਰਧਾਨ ਉਹਨੂੰ ਪੂਰੀ ਸਮਝ ਹੋਣੀ ਚਾਹੀਦੀ ਆ ਵੀ ਸਾਡੇ ਇਸ ਵੇਲੇ ਸਾਡਾ ਹਿੰਦੂਤਵਾ ਦਾ ਕੀ ਰਿਸ਼ਤਾ ਚੱਲ ਰਿਹਾ। ਹੁਣ ਜੇ ਅਫਗਾਨਿਸਤਾਨ ਦੇ ਵਿੱਚ ਬੰਬਾਰੀ ਹੋ ਰਹੀ, ਇਹਦੇ ਵਿੱਚ ਮਗਰ ਕੀ ਆ? ਇਹ ਨਾ ਵੀ ਕੱਲ ਨਨਕਾਣਾ ਸਾਹਿਬ ਵੀ ਬੰਬ ਸੁੱਟਿਆ ਜਾਵੇ, ਉੱਥੇ ਬੰਦੇ ਮਾਰੇ ਜਾਣ, ਫੇਰ ਅਸੀਂ ਫੇਰ ਕਾਂਗਰਸਮੈਨ ਐਮਪੀਆਂ ਕੋਲ ਜਾਈਏ ਵੀ ਸਾਨੂੰ ਰਿਫਿਊਜੀ ਸਾਡੇ ਭੇਜੋ ਇੱਥੇ। ਅਸੀਂ ਇਹੋ ਹੀ ਕੰਮ ਕਰਨਾ, ਇਹ ਰਿਫਿਊਜੀ ਲਿਆਉਣੇ ਆ ਜਾਂ ਅਸੀਂ ਇਹ ਰੋਕਣੀਆਂ ਵੀ ਇਹ ਚੀਜ਼ਾਂ? ਠੀਕ ਨਹੀਂ, ਇਹ ਜ਼ਿੰਮੇਵਾਰੀ ਬਹੁਤ ਵੱਡੀ ਹੈ ਸਿੱਖਾਂ ਦੀ ਬਾਹਰ। ਜਿਹੜੀ ਪੰਜਾਬ ਦੀ ਸੈਲਵੇਸ਼ਨ ਆ, ਪੰਜਾਬ ਦੀ ਆਜ਼ਾਦੀ, ਭਾਵੇਂ ਅੱਜ ਦਾ ਪੰਜਾਬ ਆ ਭਾਵੇਂ ਕੱਲ ਨੂੰ ਜਦੋਂ ਇਹ ਕੋਈ ਫੁੱਲ ਇਹਨੂੰ ਮੁਖਤਾਰੀ ਮਿਲਦੀ ਆ, ਚਾਹੇ ਇਹ ਟੋਟਲੀ ਆਜ਼ਾਦ ਹੋ ਜਾਂਦਾ, ਚਾਹੇ ਉਹ ਪੰਜਾਬ ਦਾ ਨਾਂ ਖਾਲਿਸਤਾਨ ਬਣ ਜਾਂਦਾ, ਕੁਛ ਵੀ ਚੀਜ਼ ਨੂੰ ਆਪਾਂ ਲੈ ਕੇ ਜਾਂਦੇ ਆ ਤੇ ਇਹ ਜ਼ਰੂਰੀ ਗੱਲ ਆ ਵੀ ਇਹ ਰਸਤੇ ਦੇ ਵਿੱਚ ਉੱਥੋਂ ਤਾਈਂ ਪਹੁੰਚਣ ਤਾਈਂ ਸਾਨੂੰ ਬਹੁਤ ਪਹਿਰੇ ਦੀ ਦੇਣ ਦੀ ਲੋੜ ਆ ਵੀ ਜਿੰਨਾ ਅਸੀਂ ਵੱਧ ਤੋਂ ਵੱਧ ਉੱਥੇ ਜਾਨੀ ਮਾਲੀ ਨੁਕਸਾਨ, ਸਾਡੀ ਪੜ੍ਹਾਈ ਤੇ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ। ਹੁਣ ਮੇਰੇ ਖਿਆਲ ਦੇ ਵਿੱਚ ਆ ਵੀ ਕੈਨੇਡਾ ਅਮਰੀਕਾ ਦੇ ਸਿੱਖ ਆ, ਇਹਨਾਂ ਨੂੰ ਜੁਆਇੰਟਲੀ ਇਹ ਫਿਰ ਉਹ ਮੌਕਾ ਪ੍ਰਸਤ ਆ ਜਾਂਦੇ ਬੰਦੇ, ਉਹਨਾਂ ਨੇ ਨਾ ਕੰਮ ਕਰਨਾ, ਨਾ ਖਾਲਿਸਤਾਨ ਬਣਾਉਣਾ, ਨਾ ਉਹ ਨਾਰੇ ਜ਼ਰੂਰ ਲਾ ਦੇਣੇ ਆ। ਇਹ ਹਾਈਜੈਕ ਸਿਸਟਮ ਬਹੁਤ ਚੱਲ ਪਿਆ। ਪਰ ਮੈਂ ਫਿਰ ਵੀ ਕਹੂੰਗਾ ਵੀ ਕੈਨੇਡਾ ਦੇ ਅਮਰੀਕਾ ਦੇ ਸਿੱਖ ਇੱਕ ਸਾਂਝੀ ਨੀਤੀ ਲਾਉਣ ਵੀ ਜੋ ਕੈਨੇਡਾ ਅਮਰੀਕਾ ਫੋਰਨ ਏਡ ਇੰਡੀਆ ਨੂੰ ਦਿੰਦਾ ਉਹਦੀ ਕੰਡੀਸ਼ਨ ਹੋਵੇ ਵੀ ਤੇਰੇ ਡਰੱਗ ਦੇ ਉੱਤੇ ਵਾਰ ਚਾਹੀਦੀ ਹੈ। ਜਿੱਦਾਂ ਹੁਣ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਨੂੰ ਮਦਦ ਦਿੱਤੀ ਜਾਂ ਹੁਣ ਸਰਕਾਰ ਨੂੰ ਮਦਦ ਦਿੱਤੀ ਆ, ਉਹਦੇ ਕੰਡੀਸ਼ਨ ਹੁੰਦੀ ਵੀ ਪੌਪੀ ਫੀਲਡਸ ਆ ਜਿਹੜੀਆਂ ਜਿੱਥੋਂ ਓਪੀਅਮ ਹੁੰਦਾ, ਇਹ ਤੁਸੀਂ ਤਬਾਹ ਕਰੋ। ਤੇ ਤੁਸੀਂ ਵੇਖਿਆ ਵੀ ਉਹ ਕਿੰਨੀ ਉਹਦੀ ਹੈਲੀਕਾਪਟਰ ਰਾਹੀਂ ਕਿੰਨੀ ਸਪਰੇਅ ਹੁੰਦੀ ਨਹੀਂ, ਕਿੰਨਾ ਸਬੂਤ ਲੈਂਦੇ ਆ ਵੀ ਇਹਦੀ ਇੰਨੀ ਤਬਾਹੀ ਕਰ ਦਿੱਤੀ ਹੈ। ਤੇ ਠੱਲ ਪੈਂਦੀ ਆ, ਇਹ ਨਹੀਂ ਪੈਂਦੀ। ਹੁਣ ਜੇ ਅਸੀਂ ਡਰੱਗ, ਪੰਜਾਬ ਦੀ ਜਿਹੜੀ ਫਿਊਚਰ ਆ, ਪੰਜਾਬ ਦੀ ਖੁਸ਼ਹਾਲੀ, ਉਹ ਸਾਡੇ ਹੱਥ 'ਚ ਆ। ਅਸੀਂ ਕਿੰਨੀ ਮਿਹਨਤ ਕਰਦੇ ਪੰਜਾਬ ਲਈ ਬਾਹਰ ਬਹਿ ਕੇ, ਕਿੰਨਾ ਅਸੀਂ ਵਰਲਡ ਦਾ ਪ੍ਰੈਸ਼ਰ ਪਾਉਂਦੇ ਆ ਮੋਦੀ ਸਰਕਾਰ ਤੇ ਤਾਂ ਕਿ ਜਿਹੜੀਆਂ ਜਾਂ ਪੰਜਾਬ ਸਰਕਾਰ ਤੇ ਜਿਹੜਾ ਉਹ ਵੀ ਵਾਇਆ ਮੋਦੀ ਸਰਕਾਰ ਹੀ ਪੈਣਾ। ਪੰਜਾਬ ਦੀ ਸਰਕਾਰ ਤੇ ਚਾਹੇ ਕੈਪਟਨ ਹੋਵੇ ਚਾਹੇ ਕੋਈ ਹੋਵੇ, ਉਹ ਤੇ ਦਿੱਲੀ ਦੇ ਥੱਲੇ ਚੱਲਣਾ। ਜੇ ਦਿੱਲੀ ਤੇ ਪ੍ਰੈਸ਼ਰ ਹੋਊ ਤੇ ਥੱਲੇ ਆਪੇ ਸਾਰਿਆਂ ਨੂੰ ਸੁਧਾਰ ਕਰਨਾ ਪਊਗਾ। ਅੱਜ ਵੀ ਦੇਖੋ ਅਮਰਿੰਦਰ ਨੇ ਕੀ ਕੀਤਾ ਹੈਗਾ ਕਿ ਉੱਥੇ ਫੋਰਸ ਕੀਤਾ ਗੁਰਦੁਆਰਾ ਸਾਹਿਬ ਸਿਸਟਮ ਨੂੰ ਕਿ ਤੁਸੀਂ ਅਨਾਉਂਸਮੈਂਟ ਕਰੋ ਕਿ ਹੋਮ ਡਿਲੀਵਰੀ ਆਫ ਐਲਕੋਹਲ is being started and ਦਿੱਲੀ ਮੇਰੇ ਖਿਆਲ ਗੁਰਦੁਆਰਾ ਕਮੇਟੀ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਅਨਾਉਂਸ ਕਰੋ। ਤੇ ਸਿਰਸਾ ਨੇ ਭਾਵੇਂ ਪੋਲਿਟਿਕਸ 'ਚ ਉਹਨਾਂ ਨੇ ਕਿਹਾ ਹੋਊਗਾ, he made rebuttal counter statement ਕਿ ਤੁਸੀਂ ਆਹ ਗੱਲ ਗਲਤ ਕਰ ਰਹੇ ਹੋ ਮਿਸਟਰ ਕੈਪਟਨ, ਆਹ ਤੁਸੀਂ ਹੱਦ ਹੀ ਲਾ ਦਿੱਤੀ। ਤੇ ਬਿਲਕੁਲ ਸਾਨੂੰ ਵੀ ਚਾਹੀਦਾ ਜੀ ਕਿ ਮੈਂ ਵੀ ਬੋਲਿਆ ਤੇ ਮੈਂ ਅੱਜ ਆਡੀਓ ਬਣਾਇਆ ਸੀ ਆਪਣਾ, ਜਿੰਨਾ ਕੁ ਮੇਰੇ ਕੋਲ ਆਪਣੇ ਕੋਲ ਰਸੂਖ ਹੈਗਾ। ਸੋ ਵੀ ਮੇਡ ਦੈਟ ਐਂਡ ਆਈ ਵਾਸ ਵੈਰੀ ਸਟਰੋਂਗਲੀ ਸੇਇੰਗ ਕਿ ਤੂੰ ਗੁਰਦੁਆਰੇ ਦੇ ਵਿੱਚ ਤੁਸੀਂ ਇਹ ਕਰ ਰਹੇ ਹੋ, ਗੁਰਦੁਆਰਾ ਸਿਸਟਮ ਇਜ਼ ਨਾਟ ਫॉर ਆਈ ਮੀਨ ਇਟਸ ਕਾਮਨ ਸੈਂਸ ਐਂਡ ਤੇ ਪਰ ਜੇ ਅਗਰ ਗੁਰਦੁਆਰਾ ਕਮੇਟੀਜ਼ ਵੀ ਨਾਲ ਜੀ ਅਫੀਸ਼ੀਅਲ ਲੈਟਰ ਹੈਡ ਤੇ ਕਰ ਲੈਣ ਐਂਡ ਅਸੀਂ ਦੇਖਦੇ ਹਾਂ ਪਰ ਏਜਸ ਹੋ ਜਾਂਦੀਆਂ ਨੇ, they do not open up their letterheads for anything at all। ਇੰਟਰਨਲ ਮਾਮਲੇ ਕੀ ਹੋ ਗਿਆ ਆ ਧੜ ਆ ਗਿਆ ਉਹ ਧੜ ਆ ਗਿਆ, who wants to do with that? That's overhead of the community। ਬਟ ਜਿਹੜੀ ਕਮਿਊਨਿਟੀ ਦੇ ਵਿੱਚ ਡਾਇਸਪੋਰਾ ਦੇ ਵਿੱਚ ਜਿਹੜੀ ਲੋੜ ਹੈਗੀ ਆ, ਉਹ ਆਵਾਜ਼ ਹੀ ਨਹੀਂ ਹੈਗੀ। ਸਪੀਕ ਅਪ ਔਰ ਪੁੱਟ ਅਪ। ਸੋ ਆਪਾਂ ਪੁੱਟ ਅਪ ਕਰੀ ਚੱਲੀਏ ਤੇ ਫਿਰ ਸਪੀਕ ਅਪ ਤਾਂ ਗੁਰਦੁਆਰਾ ਕਮੇਟੀਜ਼ ਨੇ ਕਰਨਾ ਹੁੰਦਾ ਜੀ ਅਫੀਸ਼ੀਅਲੀ, ਜਾਂ ਆਰਗੇਨਾਈਜੇਸ਼ਨਸ ਕਰਨ, ਬਟ ਹਾਰਡਲੀ ਹੁੰਦਾ ਤੇ maybe for politics reasons ho janda। but I think it needs more of a little direction and you have to, I think we have to come to the conclusion that very few gurdwaras that has the courage to act and play a very useful role, a very even-handed role। You are playing a very smart role ਵੀ ਜਿਹੜੀ ਸੰਗਤ ਆਉਂਦੀ ਨਹੀਂ ਉਹ ਵੀ ਟੇਕਿਆ ਹੋਵੇ, ਜਿਹੜਾ ਸਾਡੇ ਤੇ ਇੰਡੀਆ ਤੇ ਪ੍ਰੈਸ਼ਰ ਪਾ ਰਹੇ ਸਾਡੇ ਤੇ, ਉਹ ਵੀ ਰਿਜੈਕਟ ਕੀਤਾ ਜਾਵੇ। ਤੇ ਇਸ ਦੇ ਨਾਲ ਨਾਲ ਜੇ ਅਸੀਂ ਪ੍ਰੈਸ਼ਰ ਪਾ ਸਕਦੇ ਉਹ ਵੀ ਪਾਈਏ। ਭਾਈ ਸਾਹਿਬ ਜੀ ਦੀ ਕਾਲ ਕਿਸੇ ਤਰੀਕੇ ਨਾਲ ਕੱਟੀ ਗਈ ਆ ਤੇ ਮੈਂ ਉਹਨਾਂ ਨੂੰ ਬੈਕ ਕਾਲ ਕਰਦਾ ਤੇ ਤੁਸੀਂ ਉਨੀ ਦੇਰ ਆਪਸ ਵਿੱਚ ਗੱਲ ਕਰ ਸਕਦੇ ਹੋ, ਜਾਂ ਜੇ ਚਾਹੋ ਤੇ ਮੈਂ ਗੱਲ ਕਰ ਸਕਦਾ। ਭਾਈ ਪਰਮਪਾਲ ਸਿੰਘ ਜੀ ਸ਼ਾਇਦ ਨਾਲ ਨੇ ਆਪਣੇ, ਹੈ ਰਾਈਟ? ਹਾਂਜੀ ਉਹ ਨਾਲ ਨੇ। ਅੱਛਾ ਜੀ ਹਾਂਜੀ ਜੀ ਹਾਂਜੀ ਭਾਈ ਖਾਲਸਾ ਭਾਈ ਫਤਿਹ ਜੀ। ਹਾਂਜੀ ਆਪਾਂ ਕਾਫੀ ਵਿਚਾਰ ਵੀਰ ਜੀ ਦੇ ਸੁਣੇ ਨੇ, ਸਰਦਾਰ ਭਜਨ ਸਿੰਘ ਜੀ ਦੇ। ਹਾਂਜੀ ਬਹੁਤ ਮਤਲਬ ਉਹ, ਹਾਂਜੀ ਖਾਲਸਾ ਜੀ ਤੁਸੀਂ ਲਾਈਨ ਤੇ ਹੋ? ਹਾਂ ਮੈਂ ਲਾਈਨ ਤੇ ਹਾਂ ਜੀ ਠੀਕ ਹੈ ਜੀ। ਉਹ ਬਹੁਤ ਮੈਨੂੰ ਇੱਕ ਬੜੇ ਸਾਊਂਡ ਤੇ ਬੜੇ ਮਤਲਬ ਭਾਵਪੂਰਤ ਤੇ ਬੜੀ ਵੱਡੀ ਸੋਚ ਵਿੱਚੋਂ ਨਿਕਲੇ ਨੇ। ਤੇ ਗੁਰੂ ਸਾਹਿਬ ਨੇ ਸਾਨੂੰ ਵੱਡੀ ਹੀ ਸੋਚ ਦਿੱਤੀ ਸੀ
ਤੇ ਉਸ ਵੱਡੀ ਸੋਚ ਨੂੰ ਦੀ ਬਜਾਏ ਅਸੀਂ ਜਿਹੜਾ ਵੀਰ ਜੀ ਨੇ ਗੱਲਾਂ ਕੀਤੀਆਂ ਨੇ ਕਿ ਸਾਨੂੰ ਇੱਕ ਗੁਰਦੁਆਰੇ ਤੋਂ ਦੂਸਰੇ ਗੁਰਦੁਆਰੇ ਦੇ ਨਾਲ ਜਿਹੜਾ ਹੈ ਉਹ ਕਈ ਵਾਰੀ ਸਾਨੂੰ ਇਹ ਉਸੇ ਚੀਜ਼ ਦੀ ਮੈਨੂੰ ਲੱਗਦਾ ਹੈ ਵੀ ਸਿੱਖਾਂ ਦੇ ਸੈਕਟ ਬਣੇ, ਔਰ ਸੈਕਟ ਕਿਸੇ ਟਾਈਮ ਬਣੇ, ਕਿਉਂ ਬਣੇ, ਉਹ ਮੇਰੀ ਸਬਜੈਕਟ ਨਹੀਂ, ਪਰ ਮੈਨੂੰ ਇਹ ਪਤਾ ਹੈ ਵੀ ਕਿਧਰੇ ਨਾ ਕਿਧਰੇ ਹਰ ਸੈਕਟ ਦੇ ਉੱਤੇ ਉਹ ਵਿਚਾਰਧਾਰਾ ਵੀ ਸਿੱਖਾਂ ਨੂੰ ਪਾੜਨ ਦੀ ਕਿਸੇ ਨਾ ਕਿਸੇ ਰੂਪ ਚ ਹਾਵੀ ਹੋ ਗਈ ਹੈ। ਜਦ ਕਿ ਗੁਰੂ ਸਾਹਿਬ ਤੇ ਇਹ ਕਹਿੰਦੇ ਨੇ ਵੀ ਸਭੇ ਸਾਂਝੀ ਵਾਲ ਸਦਾਇਣ, ਪਰ ਸਿੱਖ ਨੂੰ ਹੀ ਸਿੱਖ ਤੋਂ ਦੂਰ ਕਰਨਾ ਜਿਹੜਾ ਹੈ ਇਹ ਵੀ ਇੱਕ ਉਸੇ ਹੀ ਚਾਲ ਦਾ ਹਿੱਸਾ ਹੈ। ਕਿਸੇ ਨਾ ਕਿਸੇ ਰੂਪ ਵਿੱਚ ਕਿਵੇਂ ਵਰਕ ਕੀਤਾ ਹੈ ਮੈਨੂੰ ਇਸ ਗੱਲ ਦੀ ਬਹੁਤੀ ਸਮਝ ਨਹੀਂ, ਪਰ ਇੰਨਾ ਮੈਨੂੰ ਇੰਨਾ ਕੁ ਜ਼ਰੂਰ ਨਜ਼ਰ ਆਉਂਦਾ ਹੈ ਵੀ ਹਰ ਸਿੱਖ ਨੂੰ ਦੂਸਰੇ ਸਿੱਖ ਤੋਂ ਦੂਰ ਕਰਨਾ ਵੀ ਉਸੇ ਚਾਲ ਦਾ ਇੱਕ ਹਿੱਸਾ ਹੈ। ਤੇ ਜਿਹੜਾ ਵੀਰ ਜੀ ਨੇ ਕਿਹਾ ਵੀ ਐਵਰੇਜ ਪਹਿਰੇਦਾਰ ਬਣ ਕੇ ਅਸੀਂ ਇੱਥੇ ਦੇ ਲੋਕ ਜਿਹੜੇ ਆ ਉਹ ਇਹ ਸੋਚ ਤੇ ਪਹਿਰਾ ਦਈਏ, ਕਿਉਂਕਿ ਅਸੀਂ ਉਸ ਗੱਲ ਨੂੰ ਸੋਚ ਸਕਦੇ ਹਾਂ ਕਿ ਜਦੋਂ ਸਾਡੇ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਸਾਰੀ ਧਰਤੀ ਤੇ ਇੱਕ ਪਿਤਾ ਹੈ ਔਰ ਸਾਰੇ ਚ ਬੱਚੇ ਆ, ਤੇ ਉੱਥੇ ਕਿਸੇ ਕਮਿਊਨਲ ਸੋਚ ਕਿਵੇਂ ਜਿਹੜੀ ਉਹ ਦੁਨੀਆ ਦੇ ਉੱਤੇ ਹਾਵੀ ਹੋਏ, ਇਹ ਮਤਲਬ ਸਿੱਖ ਨੂੰ ਇਹ ਚੀਜ਼ ਟੋਲਰੇਬਲ ਨਹੀਂ ਹੋਣੀ ਚਾਹੀਦੀ ਵੀ ਕਿਸੇ ਸਵਾਰਥ ਵਾਸਤੇ ਦੁਨੀਆ ਨੂੰ ਵੰਡਿਆ ਜਾਏ, ਭਾਵੇਂ ਉਹ ਧਰਮ ਦੇ ਨਾਂ ਤੇ ਵੇ, ਭਾਵੇਂ ਉਹ ਕਿਸੇ ਰਾਜਨੀਤੀ ਦੇ ਨਾਂ ਤੇ ਵੇ। ਗੁਰੂ ਸਾਹਿਬ ਐਟਲੀਸਟ ਇਸ ਚੀਜ਼ ਨੂੰ ਪੂਰੀ ਦੁਨੀਆ ਵਾਸਤੇ ਪ੍ਰਵਾਨ ਨਹੀਂ ਕਰਦੇ, ਤੇ ਆਪਾਂ ਇਹ ਬੇਨਤੀ ਕਰਾਂਗੇ ਵੀ ਇਹ ਚੀਜ਼ ਜਿਹੜੀ ਵੀਰ ਜੀ ਚਾਹ ਰਹੇ ਨੇ ਕਿ ਆਪਾਂ ਵਿਦੇਸ਼ੀ ਸਿੱਖ ਐਟਲੀਸਟ ਇਹ ਸੋਚ ਜ਼ਰੂਰ ਬਣਾਈਏ ਕਿ ਆਪਾਂ ਸਾਰੇ ਇਹ ਝਗੜੇ ਦੀ ਜੜ ਕਿੱਥੋਂ ਲੱਭੀਏ ਔਰ ਜੜ ਤੋਂ ਬਾਅਦ ਉਹਦਾ ਹੱਲ ਕੀ ਹੈ। ਤੋ ਇਹ ਚੀਜ਼ ਜਿਹੜੀ ਉਹ ਐਸੇ ਵੀਰ ਐਵਰੇਜ ਵੀਰ ਜਿਨ੍ਹਾਂ ਨੂੰ ਉਹਨੇ ਕਿਹਾ ਵੀ ਅੱਛੀ ਸੋਚਦੇ ਨੇ, ਉਹਨਾਂ ਨੂੰ ਇਹਨਾਂ ਧਾਰਮਿਕ ਝਗੜਿਆਂ ਤੋਂ, ਇਹਨਾਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਪੂਰੀ ਹਿਊਮੈਨਿਟੀ ਵਾਸਤੇ ਜੋ ਗੁਰੂ ਸਾਹਿਬ ਨੇ ਕੰਮ ਕੀਤਾ ਸੀ ਉਹਦੇ ਵੱਲ ਲੱਗਣਾ ਚਾਹੀਦਾ ਹੈ। ਤੋ ਮੈਨੂੰ ਇਹ ਚੀਜ਼ ਜਿਹੜੀ ਹੈ ਬਹੁਤ ਅੱਛੀ ਲੱਗੀ ਹੈ ਕਿ ਉਹ ਇਸ ਪਾਸੇ ਵਧ ਰਹੇ ਨੇ, ਤੇ ਅਸੀਂ ਉਸ ਚੀਜ਼ ਨੂੰ ਹੀ ਮੇਨ ਆਪਣਾ ਟਾਰਗੇਟ ਬਣਾਈਏ ਕਿ ਆਪਾਂ ਗੁਰੂ ਸਾਹਿਬ ਦੇ ਮੈਸੇਜ ਦੇ ਆਧਾਰ ਤੇ ਪੂਰਾ ਯੂਨੀਅਨ ਬਣਾ ਕੇ ਯੂਨਾਈਟ ਹੋ ਕੇ ਸਾਰੇ ਸਿੱਖ ਤੇ ਪੂਰਾ ਇੱਕ ਉਸ ਲੈਵਲ ਤੇ ਚੱਲੀ ਆਪਾਂ ਉਸ ਨੂੰ ਸਟਾਰਟ ਕਰਨਾ ਹੈ। ਤੇ ਬਹੁਤ ਧੰਨਵਾਦ ਵੀਰ ਜੀ ਦਾ, ਜਿਹਨੂੰ ਬਹੁਤ ਸੋਹਣੀ ਗੱਲ ਸਾਨੂੰ ਸਾਰਿਆਂ ਨੂੰ ਦੱਸ ਰਹੇ ਨੇ ਜੀ। ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਥੈਂਕ ਯੂ ਸਿੰਘ ਜੀ, ਤੁਹਾਡਾ ਵੀ ਥੈਂਕ ਯੂ ਜੀ, ਬਹੁਤ ਬਹੁਤ ਜੀ ਵੀਰ ਜੀ। ਤੇ ਕਰ ਦਿਓ ਕੋਈ, ਜਾਂ ਤਾਂ ਹੈਲਪ ਕਰ ਦਿਓ ਕੋਈ ਸਵਾਲ ਕੋਈ ਥੋੜਾ ਜਿਹਾ ਤੇ ਫਿਰ ਹੋ ਸਕਦਾ ਹੈ, ਪਰ ਜੀ ਆਪਾਂ ਕਵਾਂਗੇ ਵੀਰ ਜੀ ਨੂੰ ਬੇਨਤੀ ਕਰਾਂਗੇ ਵੀ ਜਿਹੜੀ ਗੱਲ ਦਾਸ ਨੇ ਕਹੀ ਇਹਦੇ ਤੇ ਉਹ ਕਿਸ ਤਰ੍ਹਾਂ ਸੋਚਦੇ ਨੇ, ਇਸ ਗੱਲ ਨੂੰ ਕਿਵੇਂ ਸੋਚਦੇ ਨੇ, ਉਹ ਮੈਂ ਬੇਨਤੀ ਕਰਾਂਗਾ ਵੀ ਜੀ 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 ਸਵਾਲ ਸੀ ਮੈਨੂੰ ਇਹ ਸੀ ਵੀ ਤੁਹਾਡੇ ਹੀ ਰਹੀ ਸੀਗੀ। ਜੀ ਜੀ ਹਾਂਜੀ ਕਰੋ ਗੱਲ। ਤਾਂ ਮੈਂ ਇਹ ਸਮਝਦਾ ਵੀਰ ਜੀ ਵੀ ਸਾਨੂੰ ਇਹ ਟੌਪਿਕ ਬਹੁਤ ਸੀਰੀਅਸ ਆ, ਇਹ ਸਾਡੇ ਆਉਣ ਵਾਲਾ ਜਿਹੜਾ ਭਵਿੱਖ ਆ ਇਹਦੇ ਵਿੱਚ ਬੜੇ ਫੈਸਲੇ ਕੁਨ ਜਿਹੜੀ ਇਹ ਲੜਾਈ ਆ ਉਹਦੇ ਵਿੱਚ ਅਸੀਂ ਸਾਰੇ ਹਿੱਸਾ ਲੈ ਰਹੇ ਹਾਂ। ਉਹ ਲੜਾਈ ਦੇ ਅਸੀਂ ਸਿਪਾਹੀ ਹਾਂ ਤੇ ਸਾਨੂੰ ਪੂਰੀ ਇਹ ਲੜਾਈ ਦੀ ਸਮਝ ਹੋਣੀ ਚਾਹੀਦੀ ਆ, ਆਪਣੇ ਆਪ ਨੂੰ ਟ੍ਰੇਨ ਕਰਨਾ ਚਾਹੀਦਾ। ਜੇ ਅਸੀਂ ਆਪਣੇ ਆਪ ਨੂੰ ਟ੍ਰੇਨ ਕਰਾਂਗੇ ਤੇ ਸਭ ਤੋਂ ਵੱਡੀ ਟ੍ਰੇਨਿੰਗ ਕੀ ਆ ਵੀ ਭਾਜੀ ਵਿਚਾਰ ਵਧਾਈਏ, ਵਿਚਾਰ ਸੁਣੀਏ ਤੇ ਵਿਚਾਰਾਂ ਤੇ ਅਮਲ ਕਰੀਏ। ਤੇ ਜਿਹੜਾ ਸਿੱਖ ਦਾ ਕੰਮ ਹੈਗਾ ਲਰਨ ਕਰਨਾ, ਸਿੱਖਣਾ। ਹੁਣ ਆਪਾਂ ਕਈ ਵਾਰੀ ਕਹਿੰਦੇ ਆ ਵੀ ਅਸੀਂ ਪੰਥ ਲਈ ਕੁਛ ਕਰਨਾ। ਮੈਂ ਤੇ ਪਰਸਨਲੀ ਬੇਨਤੀ ਕਰਦਾ ਵੀ ਆਹ ਜਿਹੜੀਆਂ ਆਪਾਂ ਗੱਲਾਂ ਕਹੀਆਂ ਵੀ ਤੁਸੀਂ ਪੰਥ ਨੂੰ ਥੋੜਾ ਜਿਹਾ ਸਾਈਡ ਤੇ ਰੱਖੋ, ਤੁਸੀਂ ਆਪਣਾ ਹੀ ਪਹਿਲਾਂ ਸੋਚ ਲਓ ਵੀ ਜੇ ਕੱਲ ਨੂੰ ਇੱਥੇ ਤੁਹਾਡੀ ਜਿਹੜੀ ਆਇਡੈਂਟੀਟੀ ਆ ਉਹ ਸਕੂਲਾਂ ਦੇ ਵਿੱਚ ਪੁੱਠੀ ਸਿੱਧੀ ਪੜ੍ਹਾਈ ਜਾਣੀ ਹੈ, ਤੁਹਾਡੀ ਸਿੱਖ ਆਇਡੈਂਟੀਟੀ ਦਾ ਨਾਂ ਵਿੱਚੋਂ ਕੱਢਿਆ ਜਾਣਾ, ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਇੱਥੇ ਨਸਲੀ ਗੋਲੇ ਨੇ ਉਹਨਾਂ ਨੂੰ ਭੜਕਾ ਕੇ ਤੁਹਾਡੇ ਗਲ ਪਾਇਆ ਜਾਣਾ। ਇਹ ਤਾਂ ਤੁਹਾਡੇ ਨਿੱਜੀ ਸਵਾਰਥ ਲਈ ਕੁਛ ਕਰ ਲਓ ਤੁਸੀਂ। ਪੰਥ ਦੀ ਗੱਲ ਤੇ ਬਹੁਤ ਵੱਡੀ ਆ ਜੀ, ਉੱਥੇ ਤੇ ਬਹੁਤ ਕੁਛ ਬੰਦਾ ਇਹਨੂੰ ਬੜਾ ਤਿਆਰੀ ਚਾਹੀਦੀ ਪੰਥ ਦੀ ਸੇਵਾ ਕਰਨ ਨੂੰ, ਤੇ ਮੈਂ ਤੇ ਨੇੜੇ ਤੇੜੇ ਨਹੀਂ ਉਸ ਕੰਮ ਦੇ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ। ਸੋ ਮੈਂ ਇਹ ਫੀਲ ਕਰਦਾ ਵੀ ਸਾਡੇ ਕੋਲ ਡਾਇਰੈਕਟ ਥ੍ਰੈਟ ਆ, ਇਨਡਾਇਰੈਕਟ ਥ੍ਰੈਟ ਆ। ਡਾਇਰੈਕਟ ਥ੍ਰੈਟ ਹੈਗੀ ਆ ਵੀ ਜਿਹੜੇ ਇੱਥੋਂ ਜੰਮੇ ਪਲੇ ਡਾਕਟਰ ਹਿੰਦੂ ਭਰਾ ਨੇ, ਉੱਥੇ ਜਾ ਕੇ RSS ਦੀ ਸੋਚ ਲੈਂਦੇ ਨੇ, ਉੱਥੋਂ ਇੱਥੇ ਆ ਕੇ ਸਲੀਪਰ ਸੈੱਲ ਬਣਦੇ ਨੇ। ਇਹ ਯੂਨੀਵਰਸਿਟੀਆਂ ਦੇ ਸਲੀਪਰ ਸੈੱਲ ਨੇ, ਇਹ ਕਾਂਗਰਸਮੈਨਾਂ ਦਫ਼ਤਰਾਂ ਦੇ ਵਿੱਚ ਸਲੀਪਰ ਸੈੱਲ ਨੇ, ਤੇ ਸਾਰਿਆਂ ਦਾ ਏਜੰਡਾ ਹੈਗਾ ਵੀ ਚਾਹੇ ਸਿੱਖਾਂ ਨੂੰ ਖਤਮ ਕਰੀਏ ਨਾਂ ਨੂੰ, ਤੇ ਚਾਹੇ ਸਿੱਧੀ ਇਹਨਾਂ ਨੂੰ ਮਾਰੀਏ, ਤੇ ਨਾਲ ਹੀ ਇਹਨਾਂ ਨੂੰ ਸਿੱਧੇ ਤਰੀਕੇ ਨਾਲ ਵਿੱਚ ਸਾਡੀ ਸਾਰੀ ਟੋਟਲ। ਔਰ ਕਬੀਰ ਜੀ ਦਾ ਬਾਣੀ ਦਾ ਜਿਹੜਾ ਇਹਨਾਂ ਨੇ ਅਟੈਕ ਕੀਤਾ ਕਰਿਕੂਲਮ ਦੇ ਵਿੱਚ, ਉਹ ਮਤ ਸਮਝੋ ਕਬੀਰ ਜੀ ਦੀ ਬਾਣੀ ਦਾ ਅਟੈਕ ਆ, ਉਹ ਸਮਝੋ ਸਿੱਖਾਂ ਤੇ ਸਿੱਖਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਆ। ਸੋ ਜਿੰਨੇ ਇਹ ਕਾਂਗਰਸਮੈਨ ਬਣਦੇ ਨੇ, ਜਿੰਨਾ ਚਿੱਠੀਆਂ ਲਿਖੀਆਂ, ਜਿਹੜੇ ਇੱਥੇ ਐਂਬੈਸਡਰ ਆਉਂਦੇ ਨੇ, ਕੌਂਸਲਰ ਆਉਂਦੇ ਨੇ, ਤੇ
ਗੁਰਦੁਆਰੇ ਵਿੱਚ ਕਿਸੇ ਵੀ ਕੌਂਸਲਰ ਦਾ ਆਉਣ ਦਾ ਤੇ ਨਾ ਹੀ ਇਹੋ ਹੀ ਪਹਿਰਾ ਦੇ ਦਿਓ ਵੀ ਸਿੱਖ ਦਾ ਕੰਮ ਆ ਵੀ ਜੇਲ੍ਹ ਚਲ ਜਾਓ, ਪਹਿਰਾ ਦੇ ਦਿਓ। ਕਿਸੇ ਗੁਰਦੁਆਰੇ ਵਿੱਚ ਕੌਂਸਲਰ ਨਹੀਂ ਬਣਨਾ ਚਾਹੀਦਾ। ਜਿਹੜਾ ਕੌਂਸਲਰ ਇੱਥੇ ਚਿੱਠੀਆਂ ਲਿਖਦਾ ਡਿਪਾਰਟਮੈਂਟ ਨੂੰ ਵੀ ਇਹ ਪਹਿਰਾ ਦਿਓ, ਜਿਹੜੀਆਂ ਚੀਜ਼ਾਂ ਹਦਾਇਤਾਂ ਦਿੱਤੀਆਂ ਜਿਹਦੇ ਵਿੱਚ ਗੁਰਬਾਣੀ ਦੇ ਅਟੈਕ ਆ, ਸਿੱਖਾਂ ਦੀ ਆਇਡੈਂਟੀਟੀ ਦੇ ਅਟੈਕ ਆ, ਤੇ ਇਹ ਮੈਂ ਸਮਝਦਾ ਵੀ ਉਹ ਜਿਹੜੇ ਗੁਰਦੁਆਰੇ ਇਹ ਕੋਸ਼ਿਸ਼ ਕਰ ਰਹੇ ਨੇ ਜਾਂ ਕੋਈ ਵੀ ਵਿਅਕਤੀ ਜਿਹੜਾ ਮੇਨ ਫਰੰਟ ਤੇ ਇਹ ਕੰਮਾਂ 'ਚ ਆ ਰਿਹਾ ਨੇ, ਉਹ ਨੈਚੁਰਲੀ ਉਹਦੀ ਕੋਈ ਨਿੱਜੀ ਮਫਾਦ ਹੋਣਗੇ, ਕੋਈ ਉਹਨੂੰ ਡਰ ਹੋਊ ਜਾਂ ਕੋਈ ਨਿੱਜੀ ਮਫਾਦ ਹੋਊ, ਉਹਦਾ ਨਿੱਜੀ ਲੋੜ ਹੋਊ। ਅਦਰਵਾਈਜ਼ ਜਿਹੜਾ ਇੰਡੀਅਨ ਕੌਂਸਲਰ ਆ ਉਹ ਤੁਹਾਡਾ ਕਹਿ ਲਓ ਵੀ ਜੇ ਗੁਰੂ ਗੋਬਿੰਦ ਸਿੰਘ ਦੀ ਚੇਅਰ ਉਹਨਾਂ ਨੇ ਸਿੱਖ ਜੈਨੀ ਚੇਅਰ ਦੇ ਉੱਤੇ ਇੰਡੀਅਨ ਮਿਨਿਸਟਰੀ ਆਫ ਕਲਚਰ ਦੇ ਥਰੂ ਤੇ ਇੰਟਰਨੈਸ਼ਨਲ ਰਿਲੇਸ਼ਨ ਥਰੂ ਉਹ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਬ ਤੇ ਉਹਨੂੰ ਸਾਰਾ ਰੰਗਤ ਹਿੰਦੂਤਵ ਦਾ ਦੇ ਰਹੇ ਨੇ, ਤੇ ਤੁਹਾਡੇ ਜਿਹੜੀਆਂ ਇੱਥੇ ਕਿਤਾਬਾਂ ਪੜ੍ਹਾਈਆਂ ਜਾਣੀਆਂ ਨੇ ਉਹਨਾਂ ਤੇ ਇਹ ਅਟੈਕ ਕਰ ਰਹੇ ਨੇ। ਇਹ ਤੇ ਤੁਹਾਡਾ ਭਲਾ ਕਿਸੇ ਵੀ ਛੱਤ ਤੇ ਨਹੀਂ ਚਾਹੁੰਦੇ, ਉਹਦੇ ਉੱਪਰ ਅਟੈਕ ਕਰ ਰਹੇ ਨੇ। ਸੋ ਸਾਨੂੰ ਵੀ ਇਹ ਅਟੈਕ ਸਮਝਣੇ ਚਾਹੀਦੇ ਆ, ਤੇ ਕਮ ਸੇ ਕਮ ਜਿਹੜੇ ਸਾਡੇ ਏਰੀਆ ਦੇ ਵਿੱਚ ਜਦੋਂ ਇਹ ਆਉਂਦੇ, ਕਿਉਂਕਿ ਜਿਹੜਾ ਇੰਡੀਅਨ ਕੌਂਸਲ ਆ ਇਹ RSS ਨੂੰ ਰੈਪ੍ਰੈਜ਼ੈਂਟ ਕਰਦਾ, ਕਿਉਂਕਿ ਪਿੱਛੇ ਜੇ ਜਿਹੜੀ ਕੈਬ ਦੀ ਸਿਟੀਜ਼ਨਸ਼ਿਪ ਦਾ ਬਿੱਲ ਪੇਸ਼ ਹੋਇਆ, ਤੇ ਜਦੋਂ ਬਾਹਰ ਕ੍ਰਿਸਚੀਅਨ ਮੁਸਲਮਾਨ ਬਹੁਤ ਥੋੜੇ ਸਿੱਖ ਸੀ ਤੇ ਦਲਿਤ ਭਾਈ, ਮੇਰੇ ਖਿਆਲ ਦੇ ਵਿੱਚ ਆਲਮੋਸਟ 1000 ਬੰਦਾ ਪ੍ਰੋਟੈਸਟ ਕਰਨ ਆਇਆ ਸੀ। ਉਹਨਾਂ ਨੇ ਪਹਿਲੋਂ ਹੀ RSS ਦੇ ਬੰਦੇ ਜਿਹੜੇ ਡਾਕਟਰ ਜਾਪੜੇ ਵਰਗੇ ਬੇਰੀਆ ਵਿੱਚੋਂ ਏਦਾਂ ਹਾਰਡ ਕੋਰ ਜਿਹੜੇ ਬੰਦੇ, ਉਹ ਜਿੱਥੇ ਕੌਂਸਲਰ ਦੀ ਜਗ੍ਹਾ ਉੱਥੇ ਫੈਨਸ ਲਾ ਕੇ ਉਹਨਾਂ ਨੂੰ ਪਹਿਲੋਂ ਬਿਠਾਇਆ ਸੀ। ਯਾਨੀ ਕਿ RSS ਤੁਹਾਡੇ ਨਾਲ ਲੜਨ ਨੂੰ ਤਿਆਰ ਆ ਕੌਂਸਲਰ ਦੇ ਡੋਰ ਦੇ ਸਾਹਮਣੇ। ਇਹ ਜਿਹੜਾ ਇੰਡੀਅਨ ਕੌਂਸਲਰ ਆ ਇਹ ਸਾਰੇ ਉੱਥੇ ਦੇ ਮੂਲ ਲੋਕਾਂ ਨੂੰ ਨਹੀਂ ਰੈਪ੍ਰੈਜ਼ੈਂਟ ਕਰਦਾ। ਜੇ ਉਹ ਕਰਦਾ ਤਾਂ ਤੇ ਉਹਨੇ ਇਹ ਕੰਮ ਨਹੀਂ ਸੀ ਕਰਦਾ। ਉਹਨਾਂ ਨੂੰ ਰੋਟੀ ਦਿੱਤੀ ਗਈ, ਉਹਨਾਂ ਨੂੰ ਲੰਗਰ ਛਕਾਇਆ ਗਿਆ, ਉੱਥੇ ਆਪਣੇ ਰੈਸਟੋਰੈਂਟ 'ਚੋਂ ਭੋਜਨ ਛਕਾਇਆ ਗਿਆ ਵੀ ਤੁਸੀਂ ਵਧੀਆ ਸਾਡੀ ਸਪੋਰਟ ਕਰ ਰਹੇ ਆ, ਤੁਸੀਂ ਮੋਦੀ ਦੇ ਸਾਈਨ ਚੁੱਕੇ ਆ। ਇਹ ਤੇ ਓਪਨ ਲੜਾਈ ਹੈ ਜੀ, ਠੀਕ ਨਹੀਂ? ਕ੍ਰਿਸਚੀਅਨ, ਮੁਸਲਮਾਨ, ਸਿੱਖ, ਬੋਧੀ, ਦਲਿਤ ਭਰਾ ਤੇ ਇਹ ਸਮਝਣ ਵੀ ਇਹ ਸਾਡੀ ਆਇਡੈਂਟੀਟੀ ਜਿਹੜੀ ਆ ਟੋਟਲੀ ਇਹ ਖਤਮ ਕਰਨਾ ਚਾਹੁੰਦੇ ਆ। ਤੇ ਸਿੱਖਾਂ ਨੂੰ ਤੇ ਬਹੁਤ ਜ਼ਿਆਦਾ ਅਵੇਅਰਨੈਸ ਕਰਨੀ ਪੈਣੀ ਹੈ, ਕਿਉਂਕਿ ਮਤ ਸੋਚੋ ਵੀ ਜੇ ਮੁਸਲਮਾਨ ਮਰ ਰਿਹਾ, ਤੁਸੀਂ ਤਾਂ ਹੀ ਸੁਰੱਖਿਅਤ ਆ, ਸਿੱਖ ਤਾਂ ਹੀ ਸੁਰੱਖਿਆ, ਸਿੱਖ ਦੀ ਸੁਰੱਖਿਆ ਤਾਂ ਹੀ ਆ, ਤੇ ਜੇ ਮੁਸਲਮਾਨ ਸੁਰੱਖਿਅਤ ਆ, ਸਿੱਖ ਤਾਂ ਹੀ ਸੁਰੱਖਿਅਤ ਆ ਜੇ ਕ੍ਰਿਸਚਨ ਦੀ ਵੀ ਸੁਰੱਖਿਆ ਹੈਗੀ ਹੈ। ਜੇ ਕ੍ਰਿਸਚਨ ਦੀ ਸੁਰੱਖਿਆ ਨਹੀਂ, ਮੁਸਲਮਾਨਾਂ ਦੀ ਸੁਰੱਖਿਆ ਨਹੀਂ, ਤੇ ਕੱਲ ਨੂੰ ਜਿਹੜੀ ਪਤਝੜ ਆ ਇਹ ਤੁਹਾਡੇ ਵਿਹੜਿਆਂ 'ਚ ਵੀ ਆਉਣੀ ਹੈ। ਸੋ ਇਹ ਬਹੁਤ ਜ਼ਰੂਰੀ ਗੱਲ ਆ ਵੀ ਸਾਡੇ ਨਿਆਣਿਆਂ ਨੂੰ ਸਮਝਾਓ ਗੱਲ। ਮੈਂ ਆਪਣਾ ਕੰਟੈਕਟ ਨੰਬਰ ਦਿੰਦਾ, ਅਸੀਂ ਚਾਹਾਂਗੇ ਵੀ ਜਿਹੜੇ ਨਿਆਣੇ ਕੰਟੈਕਟ ਕਰਨ ਸਾਡੇ ਨਾਲ, ਅਸੀਂ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਮਟੀਰੀਅਲ ਦੇ ਸਕਦੇ ਹਾਂ, ਬਹੁਤ ਮਟੀਰੀਅਲ ਆ, ਤੇ ਨਿਆਣਿਆਂ ਦੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਇਸ ਮੁੱਦੇ ਤੇ। ਸੋ ਮੈਂ ਸਮਝਦਾ ਵੀ ਇਹ ਲੜਾਈ ਦੇ ਬਿਗਲ ਵੱਜ ਚੁੱਕੇ ਨੇ, ਤੇ ਕੁਝ ਸਾਡੇ ਬੰਦੇ ਸਾਨੂੰ ਡਿਸਟਰੈਕਟ ਕਰਨਾ ਚਾਹੁੰਦੇ ਆ। ਕਦੀ ਮੈਂ ਕਹਿੰਦਾ ਠੀਕ ਆ, ਤੁਹਾਡਾ ਕੋਈ ਕੈਲੰਡਰ ਬਾਰੇ ਵਿਊ ਹੋ ਸਕਦਾ ਤੁਹਾਡਾ ਵੀ ਕਿੱਦਾਂ ਦਾ ਚਾਹੀਦਾ, ਤੁਸੀਂ ਦਸਮ ਗ੍ਰੰਥ ਦੇ ਹੱਕ ਜਾਂ ਵਿਰੁੱਧ ਜਾਂ ਤੁਸੀਂ ਕੋਈ ਗੱਲ ਤੁਹਾਡੀ ਇਹੋ ਜਿਹੀ ਗੱਲ ਹੈਗੀ ਆ, ਪਰ ਜਦੋਂ ਇਹ ਗੱਲ ਦੇ ਨਾਲ ਨਾਲ ਤੁਸੀਂ ਹਿੰਦੂਤਵਾ ਦੀ ਅਵੇਅਰਨੈਸ ਦੀ ਗੱਲ ਨਹੀਂ ਕਰਦੇ, ਫਿਰ ਤੁਹਾਡੇ ਮੁੱਦਿਆਂ ਦੇ ਉੱਤੇ ਸ਼ੱਕ ਆ ਵੀ ਚਾਹੇ ਤੇ ਤੁਹਾਨੂੰ ਪੂਰੀ ਗੱਲ ਦਾ ਗਿਆਨ ਨਹੀਂ, ਚਾਹੇ ਤੁਸੀਂ ਟੋਟਲੀ ਇਹ ਵਿਦਿਨ ਸਿੱਖ ਇਹ ਕੌਨਫਲਿਕਟ ਵਧਾਉਣੀ ਚਾਹੁੰਦੇ ਆ। ਉਹੀ ਬੰਦਾ ਸਹੀ ਗਿਣਿਆ ਜਾਊ। ਹਾਂ ਠੀਕ ਹੈ ਜੀ, ਮੈਂ ਕੈਲੰਡਰ ਦੇ ਪੱਖ ਜਾਂ ਇਸ 'ਚ ਨਹੀਂ, ਪਰ ਤੁਸੀਂ ਨਾਲ ਨਾਲ ਦੇਖੋ ਮੈਂ RSS ਦੇ ਖਿਲਾਫ ਅਵੇਅਰਨੈਸ ਖੜੀ ਕੀਤੀ ਹੈ, ਮੈਂ ਕੈਲੀਫੋਰਨੀਆ ਸਕੂਲ ਕਰਕੂਲਮ ਬੋਰਡ ਨੂੰ ਚਿੱਠੀਆਂ ਲਿਖੀਆਂ, ਮੈਂ ਕਾਂਗਰਸਮੈਨ ਦਾ ਵਿਰੋਧ ਕੀਤਾ। ਫੇਰ ਤੇ ਬੰਦਾ ਮੰਨੇ ਚਲੋ ਵੀ ਇੱਕ ਖਿਆਲ ਵੀ ਪੰਥਕ ਜਿਹੜੀ ਲੜਾਈ ਆ ਉਹਦੇ ਵਿੱਚ ਤੇ ਅਸੀਂ ਸਾਰੇ ਸਾਂਝੇ ਆ ਨਾ। ਜਦੋਂ ਅਸੀਂ ਉੱਥੋਂ ਹੀ ਕੱਚੇ ਪੈਂਦੇ ਆ ਫਿਰ ਸ਼ੰਕਾ ਵੱਧਦੀ ਹੈ ਵੀ ਇਹ ਇੱਕ ਪਾਸੇ ਤੇ ਬੜੀ ਇਹਦੀ ਤੇਜ਼ੀ ਆ। ਇਸੇ ਤਰੀਕੇ ਨਾਲ ਜੇ ਖਾਲਿਸਤਾਨ ਦੇ ਨਾਅਰੇ ਲਾਉਣੇ ਆ, ਜੇ ਉਹ ਖਾਲਿਸਤਾਨ ਦੇ ਨਾਅਰਿਆਂ ਦੇ ਪਿੱਛੇ ਤੁਹਾਡੇ ਐਡੂਕੇਸ਼ਨ ਨਹੀਂ ਗੀ ਵੀ ਖਾਲਿਸਤਾਨ ਕੀ ਚੀਜ਼ ਆ, ਅੱਜ ਤੁਸੀਂ ਪਹਿਰਾ ਨਹੀਂ ਦੇ ਰਹੇ ਵੀ ਕਾਂਗਰਸਮੈਨ RSS ਦੇ ਬਣਦੇ ਨੇ ਤੇ ਯੂਨੀਵਰਸਿਟੀਆਂ ਦੇ ਵਿੱਚ RSS ਦੀਆਂ ਚੇਅਰਾਂ ਹੋ ਰਹੀਆਂ, ਇਹ ਸਾਰੀਆਂ ਚੀਜ਼ਾਂ ਤੁਹਾਡੇ ਬਰਾਬਰ ਨਹੀਂ ਤੁਸੀਂ ਲੈ ਕੇ ਚੱਲਦੇ ਤੁਹਾਡੀ ਬਰਾਬਰ ਦੀ ਫਾਈਟ। ਇਹਦਾ ਮਤਲਬ ਤੁਸੀਂ ਇੱਕ ਨਿਊਸੈਂਸ ਵੈਲਿਊ ਦੀ ਗੱਲ ਕਰਨੀ ਚਾਹੁੰਦੇ ਹੋ। ਵੈਗਰੂ ਜੀ ਆਪਣੇ ਕੋਲੇ 1 ਮਿੰਟ ਹੀ ਆ ਬਸ ਹੁਣ। ਹਾਂਜੀ ਵੀਰ ਜੀ ਮੈਨੂੰ ਟਾਈਮ ਦੇ ਦਿਓ ਭਜਨ ਭਾਜੀ, ਮੈਂ ਥੋੜੀ ਜੀ ਆਪ ਜੀ ਦੀ ਇੰਟਰੋਡਕਸ਼ਨ ਉਸ ਪਰਸਪੈਕਟਿਵ ਨਾਲ ਦੇਣਾ ਚਾਹੁੰਦਾ, ਸੰਗਤ ਨਾਲ ਸਾਂਝੀ ਕਰਨਾ ਚਾਹੁੰਦਾ ਜੀ। ਸੋ ਸਰੋਤਿਆਂ ਨੂੰ ਜਾਂ ਦਰਸ਼ਕਾਂ ਨੂੰ ਜਿਵੇਂ ਵੀ ਦੇਖ ਰਹੇ ਤੁਸੀਂ ਸੁਣ ਰਹੇ ਹੋ, ਭਾਈ ਭਜਨ ਸਿੰਘ ਜੀ ਭਿੰਡਰ ਨੂੰ ਬਾਰੇ ਇੱਕ ਗੱਲ ਦੱਸਣਾ ਚਾਹਾਂਗਾ ਕਿ ਪਿੱਛੇ LA ਦੇ ਵਿੱਚ ਕਨਵੈਨਸ਼ਨ ਸੀਗੀ ਜੀ ਗੁਰੂ ਗੋਬਿੰਦ ਸਿੰਘ
ਗੁਰਪੁਰਬ ਤੇ ਜਾਂ ਕੁਛ ਏਦਾਂ ਕਰਕੇ ਤੇ ਗੋਰੇ ਸਿੱਖਾਂ ਨੇ ਆਰਗੇਨਾਈਜ਼ ਕੀਤਾ ਸੀ। ਉੱਥੇ ਕੰਸੂਲੇਟ ਨੂੰ, ਇੰਡੀਅਨ ਕੰਸੂਲੇਟ ਨੂੰ ਉੱਥੇ ਇਨਵਾਈਟੇਸ਼ਨ ਸੀਗਾ ਤੇ ਉਹ ਹੀ ਵਾਸ ਦ ਪ੍ਰੈਜ਼ਾਈਡਿੰਗ ਚੀਫ ਗੈਸਟ। ਅੱਛਾ, ਉੱਥੋਂ ਹੀ ਸਾਡੀ ਇੰਟਰੋਡਕਸ਼ਨ ਹੋਈ ਹੈ ਤੇ ਹੀ ਗਰੂ ਵੈਰੀ ਫੇਮਸ। ਆਫ ਕੋਰਸ ਸਾਨੂੰ ਨਹੀਂ ਪਤਾ ਸੀ, ਪਹਿਲਾਂ ਵੀ ਫੇਮਸ ਹੀ ਸੀਗੇ, ਪਰ ਵਾਈਡਰ ਸਾਡੇ ਵਰਗੇ ਬਾਹਰਲੇ ਕੈਨੇਡਾ ਵਾਲਿਆਂ ਨੂੰ ਕਰਦਾ ਪਤਾ। ਸੋ ਹੀ ਸਟੂਡ ਅਪ ਦੇਅਰ ਤੇ ਉਹਨੂੰ ਪੱਗ ਦੇਣੀ ਸੀਗੀ ਇਹਨਾਂ ਨੇ। ਚਲੋ ਉਹਨਾਂ ਦਾ ਆਪਣਾ ਇੱਕ ਹੈਗਾ, ਜਿਵੇਂ ਵੀ ਉਹਨਾਂ ਨੇ ਆਊਟ ਆਫ ਜਿੱਦਾਂ ਵੀ, ਪਰ ਭਾਰਤ ਦਾ ਜਿਹੜਾ ਸੀਗਾ ਐਕਸਪੀਰੀਅੰਸ ਹੈ ਸਾਡਾ ਹਿਸਟਰੀ ਦਾ ਸਾਰਾ ਰਿਹਾ ਪਿਛਲੇ 20 ਸਾਲਾਂ ਤੋਂ। ਟਾਈਮ ਹੋ ਗਿਆ ਹਨਾ ਭਜਨ ਸਿੰਘ ਜੀ ਨੂੰ ਐਂਡ ਕਰਨ ਦੋ, ਟਾਈਮ ਹੋ ਗਿਆ ਹਨਾ ਜੀ। ਹਾਂਜੀ, ਬਸ ਅੱਧਾ ਸੈਕਿੰਡ ਹੀ ਹੋ ਗਿਆ। ਸੋ ਹੀ ਸਟੂਡ ਅਪ देयर ਐਂਡ ਹੀ ਮੇਡ ਹਿਸ ਮਾਰਕ देयर ਕਿ ਆਹ ਗੱਲ ਗਲਤ ਹੋ ਰਹੀ ਹੈ ਤੁਹਾਡੀ, ਤੁਸੀਂ ਤੁਹਾਡੇ ਹੱਥ ਰੰਗੇ ਹੋਏ ਨੇ ਖੂਨ ਨਾਲ ਸਾਡੇ ਭਰਾਵਾਂ ਦੇ, ਤੇ ਤੁਹਾਨੂੰ ਪੱਗ ਨਹੀਂ ਦੇਣੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਸੋ ਵੀਡੀਓ ਵਾਇਰਲ ਗਿਆ ਸੀ ਜੀ ਉਹਨਾਂ ਦਾ, ਭਾਜੀ ਦਾ। ਸੋ ਆਈ ਵਾਂਟਡ ਟੂ ਸੇ ਦੈਟ ਬਿਕਾਜ਼ that is in public domain। ਮੈਂ ਇਹ ਫੀਲ ਕਰਦਾ ਵੀ ਜਿਹੜੀ ਪੰਜਾਬ ਦੀ ਸੈਲਵੇਸ਼ਨ ਆ, ਪੰਜਾਬ ਦੇ ਲੋਕ ਵੀ ਕਰ ਸਕਦੇ, ਪਰ ਉਹ ਇਸ ਵੇਲੇ ਬਹੁਤ ਪ੍ਰੈਸ਼ਰ ਥੱਲੇ ਨੇ, ਇਕਨੋਮਿਕ ਪ੍ਰੈਸ਼ਰ। ਹਾਂਜੀ ਵਾਹਿਗੁਰੂ ਜੀ, ਟਾਈਮ ਹੋ ਗਿਆ ਜੀ, ਕੰਪਿਊਟਰ ਚੱਲ ਸਾਰਿਆਂ ਨੂੰ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਕੀ ਸਾਡੀਆਂ ਗਲਤੀਆਂ ਦੀ ਮਾਫੀ ਦਿਓ ਜੀ। by telephone if possible and seek specific instructions about how to obtain care. And whatever you do, make sure to isolate yourself from others so you don't spread the illness. If you're sick, stay home. The only way we are going to combat COVID-19 is to ensure we don't spread it. Practice simple but important hygiene. Wash your hands with soap for 20 seconds. Avoid touching your face with your hands. And remember to always cough or sneeze into your elbow. Remember, whenever possible, stay home with your family. Avoid public gatherings and social events during this time. Practice social distancing when you must go out. Social distancing means keeping a good distance between you and others, ideally about 6 feet, for the sake of everyone's health. We all have a role to play and to keep ourselves and those we love safe. Let's all do our part to slow down the spread of coronavirus. For more information, you can visit fcdph.org/COVID-19. ਹੈਲੋ ਐਨਾ, ਮੈਂ ਹੁਣੇ ਹੀ ਜੈਨੀ ਦੀ ਹੈਡ ਸਟਾਰਟ ਕਲਾਸ ਲਈ 100 ਕਪਕੇਕ ਬਣਾਉਣ ਦਾ ਕੰਮ ਖਤਮ ਕਰਕੇ ਹਟੀ ਹਾਂ। ਉਹ ਤੋਂ ਹੋਰ ਬੇਕ ਸੇਲ ਕਰ ਰਹੇ हैं, ਪੈਸਾ ਇਕੱਠਾ ਕਰਨ ਲਈ, ਕਲਾਸਰੂਮ ਸਪਲਾਈਜ਼ ਖਰੀਦਣ ਲਈ। ਕੀ ਤੁਸੀਂ ਤੀਜੇ ਫੰਡਰੇਜ਼ਰ ਦੀ ਤਰ੍ਹਾਂ ਇਸ ਸਾਲ ਵੀ ਕਰ ਰਹੇ